ਉਹਨੂੰ ਕਿਉਂ ਲੱਗਿਆ ਕਿ ਮੈਂ ਇਤਿਹਾਸ ਦੀ ਕਿਤਾਬ ਨਹੀਂ ਲਿਖਣੀ, ਮੈਂ ਇੱਕ ਲਿਟਰੇਚਰ ਦੀ ਕਿਤਾਬ ਲਿਖਣੀ ਹੈ ਜਿਸ ਤੋਂ ਮੈਂ ਇੱਕ ਇਤਿਹਾਸ ਦੱਸਣਾ, ਤਾਂ ਇਹ ਤੁਹਾਡੇ ਮਨ 'ਚ ਕਿਉਂ ਆਇਆ? ਵਾਈ ਯੂ ਆਪਟ ਦ ਪੀਸ ਆਫ ਲਿਟਰੇਚਰ ਦੈਨ ਦ ਪੀਸ ਆਫ ਹਿਸਟਰੀ? ਆਈ ਐਮ ਅ ਸਟੂਡੈਂਟ ਇਨ ਲਿਟਰੇਚਰ ਤੇ ਉਸ ਤੋਂ ਬਾਅਦ ਮੈਂ ਇੱਕ ਸਟੋਰੀ ਟੈਲਰ ਹਾਂ ਤੇ ਹਿਸਟਰੀ ਦੀ ਵੀ ਮੈਂ ਸਟੂਡੈਂਟ ਰਹੀ ਹਾਂ। ਸੋ ਹਿਸਟੋਰੀਕਲ ਫਿਕਸ਼ਨ ਹੈ ਇੱਕ ਜੌਨਰਾ ਹੈ ਮੇਰਾ ਫੇਵਰਿਟ ਜੌਨਰਾ, ਪੜ੍ਹਨ ਲਈ ਵੀ ਲਿਖਣ ਲਈ ਵੀ। ਸੋ ਇਹ ਮੇਰੀ ਦਿਲਚਸਪੀ ਹੈ ਕਿ ਹਿਸਟਰੀ ਨੂੰ ਬੈਕਗਰਾਊਂਡ 'ਚ ਰੱਖ ਕੇ, ਹਿਸਟਰੀ ਨੂੰ ਮੱਦੇ ਨਜ਼ਰ ਰੱਖ ਕੇ ਮੈਂ ਆਮ ਬੰਦੇ ਦੀ ਸਟੋਰੀ ਦੱਸ ਰਹੀ। ਹਿਸਟਰੀ ਦੀ ਇੱਕ ਜੋ ਇੰਟਰਸਟਿੰਗ ਗੱਲ ਇਹ ਹੈ ਕਿ ਹਿਸਟਰੀ ਇਜ਼ ਐਜ਼ ਵੈਰੀਡ ਐਜ਼ ਦ ਪੀਪਲ ਹੂ ਹੈਵ ਲਿਵਡ ਇਟ। ਸੋ ਤੁਹਾਡੀ ਹਿਸਟਰੀ ਜਿਸ ਟਾਈਮ 'ਤੇ ਤੁਸੀਂ ਉਸੇ ਟਾਈਮ ਪੀਰੀਅਡ 'ਚ ਮੇਰੇ ਸਮਝ ਲਓ ਕੰਟੈਂਪਰਰੀ ਹੋ ਕਿਸੇ ਵੀ ਟਾਈਮ ਪੀਰੀਅਡ 'ਚ, ਤੇ ਉਸ ਟਾਈਮ 'ਚ ਤੁਹਾਡੀ ਹਿਸਟਰੀ ਡਿਫਰੈਂਟ ਹੋਗੀ, ਮੇਰੀ ਹਿਸਟਰੀ ਡਿਫਰੈਂਟ ਹੋਗੀ। ਸੋ ਇਹ ਹਿਸਟਰੀ ਹੈ, ਡਿਫਰੈਂਟ ਪੀਪਲ ਵਿਲ ਐਕਸਪੀਰੀਅੰਸ ਡਿਫਰੈਂਟ ਐਸਪੈਕਟਸ ਆਫ ਇਟ ਐਟ ਡਿਫਰੈਂਟ ਟਾਈਮਸ। ਇਹ ਮੈਨੂੰ ਬਹੁਤ ਇੱਕ ਫੈਸੀਨੇਟਿੰਗ ਗੱਲ ਲੱਗਦੀ ਹੈ। ਹੁਣ ਜਿਵੇਂ ਆਪਾਂ ਸੈਕਿੰਡ ਵਰਲਡ ਵਾਰ ਦੀ ਗੱਲ ਕਰਦੇ ਹਾਂ ਕਿ ਦੁਨੀਆ ਦੇ ਡਿਫਰੈਂਟ ਏਰੀਆਜ਼ 'ਚ ਸੈਕਿੰਡ ਵਰਲਡ ਵਾਰ ਦੀ ਰਿਐਲਿਟੀ ਕਿੰਨੇ ਹੀ ਲੋਕ ਇਹਦੇ ਨਾਲ ਇੰਪੈਕਟਡ ਸੀ, ਇੰਨੀ ਵੱਡੀ ਵਰਲਡ ਵਾਰ ਸੀ। ਹੁਣ ਜੋ ਇੰਡੀਅਨ ਰਿਐਲਿਟੀ ਹੈ ਬਹੁਤ ਡਿਫਰੈਂਟ ਰਿਐਲਿਟੀ ਹੈ, ਜੋ ਕਿ ਮੈਡੀਟਰੇਨੀਅਨ ਦੀ ਰਿਐਲਿਟੀ ਤੋਂ ਜਾਂ ਅਫਰੀਕਾ ਦੀ ਰਿਐਲਿਟੀ ਤੋਂ, ਜਾਂ ਮੈਂ ਆਪਣੇ ਜੋ ਏਰੀਆ ਪੰਜਾਬ, ਜੋ ਸਾਊਥ ਪੰਜਾਬ ਜਿੱਥੇ ਮੇਰਾ ਲੈਂਡ ਆਫ ਔਰਿਜਿਨ ਹੈ, ਉਹਨੂੰ ਮੈਂ ਸੈਂਟਰ ਰੱਖ ਕੇ ਇੱਕ ਸਟੋਰੀ ਲਿਖਣਾ ਚਾਹੁੰਦੀ ਸੀ। ਤੇ ਉਸ ਟਾਈਮ ਦੀ ਜੋ ਹਕੀਕਤ ਸੀ, ਜੋ ਲੋਕਾਂ ਦੀ ਜਦੋਜਹਿਦ ਸੀ ਡਿਊਰਿੰਗ ਦੈਟ ਵੈਰੀ ਪਿਵਟਲ ਡਿਫਿਕਲਟ ਟਾਈਮ ਇਨ ਹਿਸਟਰੀ, ਉਹਨੂੰ ਕੈਪਚਰ ਕਰਨਾ ਚਾਹੁੰਦੀ ਸੀ। ਜਦੋਂ ਪੰਜਾਬ ਦੇ ਵਿੱਚ ਹਵਾਲਾ ਆਉਂਦਾ ਕਿਸੇ ਵੀ ਪ੍ਰੇਮ ਕਹਾਣੀ ਦਾ ਜਾਂ ਇਸ ਕਿਸਮ ਦੀ ਕਿਸੇ ਪਿਥਾਸ ਨੂੰ ਦੱਸਣ ਦਾ, ਤਾਂ ਦਰਿਆਵਾਂ ਦਾ ਹਵਾਲਾ ਆਉਂਦਾ। ਜਿੰਨੇ ਵੀ ਲਵ ਲੈਜੈਂਡਸ ਹੋਏ ਆ ਦਰਿਆਵਾਂ ਦੇ ਕੰਢਿਆਂ 'ਤੇ ਹੋਏ ਆ, ਤੇ ਪਰ ਜਿਹੜੇ ਉਹ ਦਰਿਆ ਨੇ ਉਹ ਸਤਲੁਜ ਤੱਕ ਆਉਂਦੇ ਉੱਥੋਂ ਤੱਕ ਰਹਿ ਜਾਂਦੀ ਹੈ ਸਾਰੀ ਲਵ ਲੈਜੈਂਡ। ਤੇ ਪਰ ਜਿਹੜਾ ਤੁਹਾਡਾ ਹਵਾਲਾ ਉਹ ਘੱਗਰ ਦਰਿਆ ਦੇ ਨਾਲ, ਜਿਹੜੀ ਲਵ ਲੈਜੈਂਡ ਹੈ ਜਾਂ ਜਿਹੜੀ ਸਟੋਰੀ ਆ ਉਹਦੇ ਨਾਲ ਘੱਗਰ ਦਾ ਕੀ ਰਿਸ਼ਤਾ ਬਣਦਾ ਹੈ? ਹਰ ਚੀਜ਼ ਨੂੰ ਮੈਂ ਆਥੈਂਟਿਕਲੀ ਪ੍ਰੈਜ਼ੈਂਟ ਕੀਤਾ ਹੈ। ਉੱਥੇ ਜੋ ਨਦੀ ਹੈ ਉਹ ਘੱਗਰ ਨਦੀ ਹੈ ਤੇ ਲੈਸਨ ਨੋਨ ਰਿਵਰ ਹੈ। ਮੈਨੂੰ ਇਹ ਗੱਲ ਵੀ ਬਹੁਤ ਇੰਟਰਸਟਿੰਗ ਲੱਗੀ ਕਿ ਲੋਕਾਂ ਨੂੰ ਪਤਾ ਚੱਲੂਗਾ ਘੱਗਰ ਰਿਵਰ ਬਾਰੇ। ਨਦੀ ਦੇ ਜ਼ਰੀਏ ਲੋਕਾਂ ਦਾ ਪਰਸਪੈਕਟਿਵ ਹੈ, ਉਹ ਇੱਕ ਬਹੁਤ ਰਿਸਪੈਕਟ ਹੈ। ਜੇ ਨਦੀ ਦੇ ਕੰਢੇ ਟੁੱਟ ਜਾਂਦੇ ਆ ਉਹ ਆਪਣੀ ਗਲਤੀ ਆਪਣੀ ਹੈ, ਉਹ ਵੀ ਉਹ ਰਿਵਰ ਨੂੰ ਰੈਫਰ ਕਰਦੇ ਆ। ਉਹਦੇ ਇਟਸ ਅ ਸੈਕਰਡਨੈਸ ਦੈਟ ਇਜ਼ ਐਸੋਸੀਏਟਡ ਵਿਦ ਦ ਰਿਵਰ ਇਨ ਪੰਜਾਬ। ਸੇਮ ਵਿਦ ਦ ਘੱਗਰ, ਤੇ ਉਹਨੂੰ ਇੱਕ ਅਦਬ ਨਾਲ ਉਹਨੂੰ ਐਡਰੈਸ ਕੀਤਾ ਜਾਂਦਾ ਹੈ। ਉਹ ਜਿਹੜੇ ਤਿੰਨੋਂ ਬ੍ਰਦਰ ਸਿਸਟਰਸ ਹੈ, ਉਹਨਾਂ ਦੀ ਲਾਈਫ ਦੇ ਵਿੱਚ, ਉਹਨਾਂ ਦੇ ਸਬਕੌਂਸ਼ੀਅਸ ਮਾਈਂਡ ਦੇ ਵਿੱਚ ਰਿਵਰ ਬਹੁਤ ਵਾਰੀ ਮੈਨੀਫੈਸਟ ਕਰਦੀ ਹੈ ਇਨ ਡਿਫਰੈਂਟ ਵੇਜ਼। ਸੰਮੀ ਸਭ ਤੋਂ ਜ਼ਿਆਦਾ, ਤੇ ਪਰ ਜਿਹੜੇ ਦੋਨੋਂ ਬ੍ਰਦਰਸ ਹੈ ਉਹ ਵੀ ਬਾਰ-ਬਾਰ ਨਦੀ ਦਾ ਇੱਕ ਜੋ ਰੈਫਰੈਂਸ ਹੈ, ਜਿਵੇਂ ਤੁਹਾਡਾ ਮੂਡ ਹੈ ਉਹ ਨਦੀ ਦੀ ਫਲੋ ਨਾਲ ਰਿਫਲੈਕਟ ਹੁੰਦਾ ਹੈ। ਤੇ ਜਿਹੜਾ ਓਪਨਿੰਗ ਚੈਪਟਰ ਹੈ ਸੰਮੀ ਦਾ, ਉਦੋਂ ਵੀ ਨਦੀ ਦਾ ਜ਼ਿਕਰ ਹੈ। ਫਿਰ ਆਲ ਦ ਵੇ ਜਦੋਂ ਬਾਰਿਸ਼ ਆ ਜਾਂਦੀ ਹੈ, ਉਸ ਸਾਲ ਬਾਰਿਸ਼ ਲੇਟ ਆਉਂਦੀ ਹੈ, ਉਦੋਂ ਜਸਜੀਤ ਦੇ ਨੈਰੇਟਿਵ 'ਚ ਨਦੀ ਦਾ ਜ਼ਿਕਰ ਹੈ ਕਿ ਹੁਣ ਬਹੁਤ ਅੱਛੀ ਕਾਟਨ ਹਾਰਵੈਸਟ ਹੋਊਗੀ। ਉਹ ਖੁਸ਼ ਹੁੰਦਾ ਆਪਣੀ ਨਦੀ ਨੂੰ ਇਮੈਜਿਨ ਕਰਦਾ ਹੈ। ਦੂਰ ਬੈਠਾ ਪਟਿਆਲੇ 'ਚ, ਪਰ ਉਹ ਵੀ ਆਪਣੀ ਫੀਲਡਸ ਨੂੰ, ਨਦੀ ਨੂੰ ਇਮੈਜਿਨ ਕਰਦਾ ਆਪਣੇ ਮਾਈਂਡ 'ਚ। ਇਹਦੇ ਵਿੱਚ ਜਿਹੜਾ ਸੋਲਜਰ ਦਾ ਹਵਾਲਾ ਹੈ ਹਰੀ ਸਿੰਘ ਦੇ ਹਵਾਲੇ ਨਾਲ, ਪਰ ਹਰੀ ਸਿੰਘ ਤਾਂ ਇੱਕ ਕਿਰਦਾਰ ਹੈ ਤੁਹਾਡੇ ਨੋਵਲ ਦਾ ਜਿਹੜਾ ਤੁਸੀਂ ਕ੍ਰੀਏਟ ਕੀਤਾ, ਬਟ ਉਹ ਇੱਕ ਪੂਰੀ ਸੂਰੀ ਟ੍ਰੈਡੀਸ਼ਨ ਨੂੰ ਰਿਪਰੈਜ਼ੈਂਟ ਕਰ ਰਿਹਾ, ਜਿਹੜੀ ਕਿ ਫੌਜ ਦੇ ਵਿੱਚ ਲੜਨ ਦੀ ਰਹੀ ਹੈ। ਪੰਜਾਬ ਦੇ ਫੋਕ ਗੀਤਾਂ ਦੇ ਵਿੱਚ ਬਸਰੇ ਦੀ ਲਾਮ ਦਾ ਲਗਾਤਾਰ ਜ਼ਿਕਰ ਹੈ। ਤੇ ਤੁਸੀਂ ਕੀ ਸਮਝਦੇ ਹੋ ਕਿ ਉਸ ਹਵਾਲੇ ਦੇ ਨਾਲ ਜਿਹੜਾ ਹਰੀ ਸਿੰਘ ਦਾ ਕਿਰਦਾਰ ਹੈ, ਉਹ ਇੱਕ ਜਿਹੜਾ ਸੋਲਜਰ ਦਾ ਕਿਰਦਾਰ ਹੈ, ਜਿਹੜਾ ਕਿ ਆਪਣੇ ਘਰ ਤੋਂ ਦੂਰ ਬੈਠਾ ਹੈ, ਜਾਂ ਉਹਦਾ ਜਿਹੜਾ ਵਰਲਡ ਵਿਊ ਹੈ ਆਪਣੀ ਨੇਟਿਵ ਲੈਂਡ ਨੂੰ ਲੈ ਕੇ, ਤੇ ਉਹ ਜਿਹੜੀ ਸਿਚੁਏਸ਼ਨ 'ਚ ਫਸਿਆ ਹੋਇਆ ਹੈ, ਖਾਸ ਤੌਰ 'ਤੇ ਜਿਹੜੇ ਕਲੋਨੀਅਲ ਵਾਰ ਦੇ ਵਿੱਚ ਫਸੇ ਹੋਏ ਆਪਣੇ ਪੰਜਾਬੀ ਰਹੇ ਨੇ, ਕਿਉਂਕਿ ਪੰਜਾਬ ਹੈਜ਼ ਬੀਨ ਅ ਗੈਰੀਸਨ ਸਟੇਟ। ਤਾਂ ਉਸ ਦੇ ਵਿੱਚ ਤੁਹਾਨੂੰ ਕੀ ਲੱਗਦਾ ਕਿ ਹਰੀ ਸਿੰਘ ਦਾ ਜਿਹੜਾ ਕਿਰਦਾਰ ਹੈ ਉਹ ਉਸ ਸਾਰੀ ਟ੍ਰੈਡੀਸ਼ਨ ਦੇ ਹਵਾਲੇ ਨਾਲ, ਉਹ ਜਿਹੜੇ ਫੌਜੀ ਨੇ ਜਿਹੜੇ ਕਿ ਇੱਕ ਵਿਦੇਸ਼ੀ ਤਾਕਤ ਦੇ ਲਈ ਲੜੇ ਨੇ, ਉਹਨਾਂ ਦੇ ਹਵਾਲੇ ਨਾਲ ਕੀ ਕਨਵੇ ਕਰਦਾ ਜਾਂ ਕੀ ਰਿਪਰੈਜ਼ੈਂਟ ਕਰਦਾ? ਸੋ ਹੁਣ ਇਹ ਬੰਦਾ ਹੈ, ਇਹਨੇ ਇੱਕ ਵੈਸਟਰਨ ਦਾ ਮਾਈਂਡਸੈਟ ਵੀ ਐਕਵਾਇਰ ਕਰ ਲਿਆ, ਇੰਗਲਿਸ਼ ਲੈਂਗੁਏਜ, ਕੈਲੀਗ੍ਰਾਫੀ, ਪੇਂਟਿੰਗ, ਜੋ ਵੀ ਬੋਰਡਿੰਗ ਸਕੂਲ ਨੇ ਉਹਨੂੰ ਇੱਕ ਵਰਲਡ ਵਿਊ ਦਿੱਤਾ which is influenced by the western world view. He has acquired that. ਸੋ ਬ੍ਰਿਟਿਸ਼ ਨੇ ਆਪਣੇ ਤਰਫੋਂ ਤਾਂ ਆਪਣੇ ਵਫਾਦਾਰ ਬੰਦੇ ਤਿਆਰ ਕਰ ਲਏ, ਇੱਕ ਬੋਰਡਿੰਗ ਸਕੂਲ ਵੀ ਕ੍ਰੀਏਟ ਕਰਤਾ, ਫਿਰ ਉਹਨਾਂ ਨੂੰ ਰਿਕਰੂਟ ਵੀ ਕਰਕੇ ਹੁਣ ਕਮਿਸ਼ਨਡ ਆਫਿਸਰਸ ਵੀ ਬਣ ਰਹੇ ਨੇ ਇੰਡੀਅਨ ਮਿਲਟਰੀ ਅਕੈਡਮੀ 'ਚ। ਐਟ ਦੈਟ ਟਾਈਮ ਲਾਈਕ ਹਰੀ ਸਿੰਘ ਇਜ਼ ਵਨ ਆਫ ਦ ਫਿਊ ਰਿਕਰੂਟਸ ਫਰੋਮ ਦੀ Indian military academy, so he is a senior commissioned officer. ਆਪਣੇ ਵਫਾਦਾਰ ਇਹਨਾਂ ਨੇ ਤਿਆਰ ਕੀਤੇ ਸੀ, ਪਰ ਤੁਸੀਂ ਕਿਸੇ ਦੇ ਮਾਈਂਡ ਨੂੰ ਕਿੰਨਾ ਕੋਲੋਨਾਈਜ਼ ਕਰ ਸਕਦੇ ਹੋ? ਉਹ ਵੀ
time जो उन्होंने एक dilemma सी torn between that duty to the empire and this sort of rising nationalism which was also coming to impact them ਅਸੀਂ ਇਹਨਾਂ ਦੇ ਵਫਾਦਾਰ ਲੋਕ ਸੀ ਪਰ ਇਹ ਡਰਦੇ ਸੀ ਬਹੁਤ ਜ਼ਿਆਦਾ ਵੀ ਆਰਮੀ ਚ ਇੱਕ ਵਾਰ ਡੈਲਟ ਆ ਗਿਆ ਜਿਹੜਾ ਲਵ ਇਨ ਦ ਟਾਈਮ ਆਫ ਵਾਰ ਆ ਜਦੋਂ ਹੁਣ ਗਾਜ਼ਾ ਦੀ ਵਾਰ ਇੱਥੇ ਚੱਲ ਰਹੀ ਆ ਤਾਂ ਤੁਸੀਂ ਕੀ ਸਮਝਦੇ ਹੋ ਕਿ ਇਸ ਕਿਸਮ ਦੀ ਜਿਹੜੀ ਕੌਨਫਲਿਕਟ ਸਿਚੁਏਸ਼ਨਾਂ ਹੁੰਦੀਆਂ ਨੇ ਉਹਦੇ ਵਿੱਚ ਜਿਹੜਾ ਇਸ ਕਿਸਮ ਦਾ ਜਿਹੜਾ ਫੰਡਾਮੈਂਟਲ ਹਿਊਮਨ ਇਮੋਸ਼ਨ ਆ ਉਹਦੀ ਜਿਹੜੀ ਐਗਜ਼ੀਬਿਸ਼ਨ ਆ ਲਿਟਰੇਚਰ ਦੇ ਥਰੂ ਜਾਂ ਇਹਨਾਂ ਸਾਰੀਆਂ ਚੀਜ਼ਾਂ ਦੇ ਥਰੂ ਉਹ ਸਾਰੀ ਪੋਲੀਟੀਕਲ ਵਾਰਫੇਅਰ ਨੂੰ ਕਿੱਦਾਂ ਡੈਂਟ ਕਰਦੀ ਹੈ? ਹਾਂਜੀ ਉਹ ਹਿਊਮਨਾਈਜ਼ ਕਰਦੀ ਹੈ ਵਾਰ ਬਹੁਤ ਡੀਹਿਊਮਨਾਈਜ਼ਿੰਗ ਐਕਸਪੀਰੀਅੰਸ ਹੈ ਜਿਹਨੇ ਦੇਖ ਲਿਆ ਇੰਨੀ ਉੱਥੇ ਡੈਥ ਇੰਨੇ ਕਲੋਜ਼ ਕੁਆਰਟਰਸ ਤੋਂ ਹਰੀ ਸਿੰਘ ਵੀ ਇੱਕ ਲੈਟਰ 'ਚ ਕਹਿੰਦਾ ਕਿ ਇਨ ਅ ਫ੍ਰੈਕਸ਼ਨ ਆਫ ਸੈਕਿੰਡਸ ਇੱਕ ਬੰਦਾ ਖਤਮ ਹੋ ਜਾਂਦਾ ਤੁਹਾਡੇ ਨਾਲ ਲੜ ਰਿਹਾ ਸੀ ਹੁਣ ਹੈ ਨਹੀਂ ਤੋਂ ਵੱਧ ਕੋਈ ਡੀਹਿਊਮਨਾਈਜ਼ਿੰਗ ਐਕਸਪੀਰੀਅੰਸ ਨਹੀਂ ਹੈ ਜੋ ਇੰਨੀ ਮੌਤ ਤੁਹਾਡੇ ਆਸ-ਪਾਸ ਹੋ ਰਹੀ ਹੈ ਬੰਬਿੰਗ ਬਲਾਸਟ ਬੁਲੇਟਸ ਤੇ ਇਹ ਜਿਹੜਾ ਲਵ ਹੈ ਬੰਦੇ ਨੂੰ ਹਿਊਮਨਾਈਜ਼ ਕਰਦਾ ਰੀਵਾਈਟਲਾਈਜ਼ ਕਰਦਾ ਇਹੀ ਮੈਂ ਸੋਚਦੀ ਹਾਂ ਕਿ ਜਿੰਨਾ ਬਹੁਤ ਡੀਹਿਊਮਨਾਈਜ਼ਿੰਗ ਐਕਸਪੀਰੀਅੰਸ ਹੈ ਤੇ ਉਨਾ ਹੀ ਇੱਕ ਲਵ ਰੀਵਾਈਟਲਾਈਜ਼ਿੰਗ ਤੇ ਹਿਊਮਨਾਈਜ਼ਿੰਗ ਐਕਸਪੀਰੀਅੰਸ ਹੈ। ਤੋ ਬਹੁਤ ਸਾਰੇ ਲੋਕ ਕੀ ਕਹਿ ਰਹੇ ਆ ਕਿ ਕਲਚਰ ਵੰਡਿਆ ਗਿਆ ਤੇ ਉਹ ਵੰਡਿਆ ਜਾ ਰਿਹਾ ਤੇ ਤੁਸੀਂ ਕੀ ਸਮਝਦੇ ਹੋ ਇਹ ਸਾਰੇ ਦੇ ਵਿੱਚ ਜਿਹੜਾ ਤੁਹਾਡਾ ਨੋਵਲ ਆ ਜਦੋਂ ਉਹ ਕੰਪੋਜ਼ਿਟ ਕਲਚਰ ਦੀ ਗੱਲ ਕਰਦਾ ਤੇ ਜਦੋਂ ਅੱਜ ਅਸੀਂ ਇੱਕ 75 ਸਾਲਾਂ ਦਾ ਸਫ਼ਰ ਤੈਅ ਕੀਤਾ 77 ਸਾਲਾਂ ਦਾ ਸਫ਼ਰ ਤੈਅ ਕੀਤਾ ਤਾਂ ਜਿਹੜਾ ਉਹ ਤੁਹਾਡੀ ਸੈਟਿੰਗ ਹੈ ਤੇ ਜਿਹੜਾ ਹੁਣ ਦਾ ਪੰਜਾਬ ਆ ਦੋਨੇ ਸਾਈਡ ਦਾ ਉਹ ਕੰਪੋਜ਼ਿਟ ਕਲਚਰ ਅੱਜ ਕਿੱਥੇ ਖੜਾ ਹੈ? ਜੋ ਸੀ ਇੱਕ ਕੰਪੋਜ਼ਿਟ ਕਲਚਰ ਇੱਕ ਬਹੁਤ ਆਰਗੈਨਿਕ ਤਰੀਕੇ ਨਾਲ ਸੀ ਇਹ ਕੋਈ ਇਹ ਤਾਂ ਸੀ ਨਹੀਂ ਕਿ ਅਸੀਂ ਡਿਵਰਸਿਟੀ ਬਿਲਡ ਕਰਨੀ ਹੈ ਜਾਂ ਕੋਈ ਅਸੀਂ ਐਕਟੀਵਿਟੀਜ਼ ਕਰੀਏ ਇੱਕ ਬਹੁਤ ਆਰਗੈਨਿਕ ਤਰੀਕੇ ਨਾਲ ਪੀਪਲ ਰਿਸਪੈਕਟਡ ਈਚ ਅਦਰ ਫॉर ਹੂ ਦੇ वर ਉੱਥੇ ਪਿੰਡ 'ਚ ਮੰਦਿਰ ਵੀ ਹੈ ਗੁਰਦੁਆਰਾ ਵੀ ਹੈ ਮੌਸਕ ਵੀ ਹੈ ਫਿਰ ਸੂਫੀ ਸ਼ਰਾਈਨ ਵੀ ਹੈ ਸੋ ਇਟ ਵਾਸ ਅ ਵੇ ਆਫ ਲਾਈਫ ਉਦੋਂ ਇਹ ਬਹੁਤ ਆਰਗੈਨਿਕ ਚੀਜ਼ਾਂ ਸੀ ਬਾਕੀ ਟਾਈਮ ਟੂ ਟਾਈਮ ਡਿਫਰੈਂਸਿਸ ਵੀ ਹੋ ਜਾਂਦੇ ਸੀ ਉਹ ਦੱਬ ਵੀ ਜਾਂਦੇ ਸੀ ਕਿੰਨੇ ਸੈਂਚਰੀਜ਼ ਤੋਂ ਇਕੱਠੇ ਹੀ ਰਹਿ ਰਹੇ ਸੀ। ਅੱਜ ਦੀ ਵਿਚਾਰ ਚਰਚਾ ਦੇ ਵਿੱਚ ਤੁਹਾਡਾ ਸਵਾਗਤ ਹੈ। ਮੈਂ ਗੁਰਸ਼ਮਸ਼ੀਰ ਸਿੰਘ। ਅੱਜ ਆਪਾਂ ਅਦਬ ਦੇ ਹਵਾਲੇ ਨਾਲ ਪੰਜਾਬ ਦੇ ਇਤਿਹਾਸ ਨੂੰ ਮੁਖਾਤਿਬ ਹੋਵਾਂਗੇ। ਇਸ ਦਾ ਹਵਾਲਾ ਸਾਡੇ ਕੋਲ ਆਥਰ ਸਿਮਰਤਾ ਧੀਰ ਦੀ ਕਿਤਾਬ ਹੈ ਦ ਸੌਂਗ ਆਫ ਡਿਸਟੈਂਟ ਬੁਲਬੁਲਸ। ਪੰਜਾਬ ਦੇ ਵਿੱਚ ਜਦੋਂ ਤੋਂ ਪੰਜਾਬ ਦਾ ਤਸੱਵੁਰ ਸਾਡੇ ਸਾਹਮਣੇ ਆਉਂਦਾ ਤਾਂ ਜਿਹੜੀ ਸਾਖੀ ਦੀ ਪਰੰਪਰਾ ਹੈ ਜਿਹਨੂੰ ਅੰਗਰੇਜ਼ੀ ਦੇ ਵਿੱਚ ਸਟੋਰੀ ਟੈਲਿੰਗ ਕਿਹਾ ਜਾਂਦਾ ਉਹ ਕਾਫੀ ਮੁੱਢ ਤੋਂ ਹੀ ਸਾਡੇ ਨਾਲ ਚੱਲਦੀ ਹੈ। ਜੇ ਆਪਾਂ ਸਿੱਖੀ ਦਾ ਹਵਾਲਾ ਵੀ ਲਾਉਂਦੇ ਹਾਂ ਤਾਂ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਸਾਰਾ ਹਵਾਲਾ ਹੈ ਉਹ ਜਨਮ ਸਾਖੀਆਂ ਦੇ ਹਵਾਲੇ ਨਾਲ ਹੀ ਸਾਡੇ ਕੋਲ ਆਉਂਦਾ ਤੇ ਅਸੀਂ ਆਪਣੀਆਂ ਬਜ਼ੁਰਗਾਂ ਤੋਂ ਆਪਣੀਆਂ ਨਾਨੀਆਂ ਤੋਂ ਆਪਣੀਆਂ ਦਾਦੀਆਂ ਤੋਂ ਕਹਾਣੀਆਂ ਸੁਣਦੇ ਵੱਡੇ ਹੁੰਦੇ ਹਾਂ ਤੇ ਇਹੀ ਜਿਹੜੀ ਸਟੋਰੀ ਟੈਲਿੰਗ ਦੀ ਪਰੰਪਰਾ ਉਹ ਸੀਨਾ ਬਸੀਨਾ ਪੰਜਾਬ ਦੇ ਇਤਿਹਾਸ ਦਾ ਇੱਕ ਹਸਤਾਖਰ ਬਣਦੀ ਹੈ ਤੇ ਇਹੀ ਪੰਜਾਬ ਦੇ ਅਦਬ ਦਾ ਹਵਾਲਾ ਤੇ ਇਸ ਹਵਾਲੇ ਦੇ ਨਾਲ ਜਿਹੜੀ ਨੋਵਲ ਦੀ ਇੰਟਰੋਡਕਸ਼ਨ ਹੋਈ ਆ ਉਹ ਵੀ ਇਸੇ ਹੀ ਸਟੋਰੀ ਟੈਲਿੰਗ ਟ੍ਰੈਡੀਸ਼ਨ ਦੇ ਵਿੱਚ ਅਦਬ ਦੀ ਇੱਕ ਵਿਧਾ ਜਿਸ ਨੂੰ ਵੈਸਟ ਦੇ ਵਿੱਚੋਂ ਲਿਆਂਦਾ ਗਿਆ ਪਰ ਪੰਜਾਬ ਦੇ ਵਿੱਚ ਇਹ ਕਾਫੀ ਜ਼ਿਆਦਾ ਪ੍ਰਫੁੱਲਤ ਹੋਈ ਹੈ ਵਿਧਾ ਪਿਛਲੀ 19th ਸੈਂਚਰੀ ਦੇ ਜਿਹੜਾ ਦੂਸਰਾ ਦਹਾਕਾ ਹੈ 19th ਸੈਂਚਰੀ ਦਾ ਜਿਹੜਾ ਸੈਕੰਡ ਹਾਫ ਆ ਉਸ ਤੋਂ ਸ਼ੁਰੂ ਹੋਈ ਪੰਜਾਬ ਦੇ ਵਿੱਚ ਪੰਜਾਬੀ ਦੇ ਵਿੱਚ ਤੇ ਹੁਣ ਤੱਕ ਕਾਫੀ ਜ਼ਿਆਦਾ ਪ੍ਰਫੁੱਲਤ ਵਿਧਾ ਹੈਗੀ ਆ ਪੰਜਾਬੀ ਦੇ ਵਿੱਚ ਵੀ ਅੰਗਰੇਜ਼ੀ ਦੇ ਵਿੱਚ ਵੀ ਤੇ ਪੰਜਾਬ ਦੇ ਅਦਬ ਦੇ ਹਵਾਲੇ ਨਾਲ ਇਤਿਹਾਸ ਦੇ ਹਵਾਲੇ ਨਾਲ ਪੰਜਾਬੀ ਦੇ ਵਿੱਚ ਬਹੁਤ ਕਿਤਾਬਾਂ ਨੇ ਪਰ ਪੰਜਾਬ ਦੇ ਇਤਿਹਾਸ ਨੂੰ ਅਦਬੀ ਨੁਕਤੇ ਤੋਂ ਅੰਗਰੇਜ਼ੀ ਦੇ ਵਿੱਚ ਬਹੁਤ ਘੱਟ ਜਿਹੜੀ ਪੇਸ਼ਕਾਰੀ ਮਿਲੀ ਹੈ। ਟ੍ਰੇਨ ਟੂ ਪਾਕਿਸਤਾਨ ਦਾ ਸਾਨੂੰ ਪਤਾ ਖੁਸ਼ਵੰਤ ਸਿੰਘ ਦਾ ਸਿਮਰਤਾ ਧੀਰ ਉਹਨਾਂ ਦੀ ਕਿਤਾਬ ਜਿਹੜੀ ਆ ਇਤਿਹਾਸ ਦੇ ਜਿਹੜੇ ਉਹ ਪੱਖ ਨੇ ਚਾਹੇ ਉਹ ਸੈਕੰਡ ਵਰਲਡ ਵਾਰ ਦਾ ਪੱਖ ਹੈ ਜਾਂ ਤਕਸੀਮ ਦਾ ਪੱਖ ਹੈ ਜਾਂ ਮੁਲਕ ਦੀ ਆਜ਼ਾਦੀ ਦਾ ਪੱਖ ਹੈ ਤੇ ਪਰਸਨਲ ਟੁੱਟ ਭੱਜ ਦਾ ਪੱਖ ਹੈ ਉਹ ਸਾਰੇ ਨੂੰ ਇਹ ਕਿਤਾਬ ਜਿਹੜੀ ਹੈ ਸੌਂਗ ਆਫ ਡਿਸਟੈਂਟ ਬੁਲਬੁਲਸ ਇਹ ਕਿਤਾਬ ਮੇਰੇ ਹੱਥ 'ਚ ਆ। ਇਹ ਕਿਤਾਬ ਜਿਹੜੀ ਆ ਇਹ ਇਸ ਸਾਰੇ ਹਵਾਲੇ ਨੂੰ ਮੁਖਾਤਿਬ ਹੁੰਦੀ ਹੈ ਪਰ ਜਦੋਂ ਅਸੀਂ ਪੰਜਾਬ ਦੇ ਵਿੱਚ ਉਹਦੇ ਕਲਚਰ ਦੀ ਗੱਲ ਕਰਦੇ ਹਾਂ ਤਾਂ ਕਲਚਰ ਦੇ ਵਿੱਚ ਜਿਹੜਾ ਉਡੀਕ ਦਾ ਹਵਾਲਾ ਹੈ ਉਹ ਬਹੁਤ ਨੁਮਾਇਆ ਰਿਹਾ ਤੇ ਫੋਕ ਦੇ ਵਿੱਚ ਸਾਡੇ ਆਉਂਦਾ ਕਿ ਛੇਤੀ ਆਉਣ ਦਾ ਵਾਅਦਾ ਕਰਕੇ ਭੁੱਲ ਗਿਆ ਯਾਰ ਤਰੀਕਾਂ ਕੁਝ ਤਾਨੇ ਦਿੱਤੇ ਸਖੀਆਂ ਨੇ ਕੁਝ ਮਾਰੇ ਬੋਲ ਸ਼ਰੀਕਾਂ। ਇਹ ਉਸ ਲੇਡੀ ਦੀ ਉਸ ਔਰਤ ਦੀ ਮਾਨਸਿਕ ਸਥਿਤੀ ਨੂੰ ਦੱਸਦੀ ਹੈ ਜਿਹੜੇ ਕਿ ਕਿਸੇ ਆਪਣੇ ਮਾਹੀ ਦੀ ਜਾਂ ਆਪਣੇ ਬਿਲਵਡ ਦੀ ਉਡੀਕ ਦੇ ਵਿੱਚ ਹੈ ਤੇ ਕਿਸ ਤਰ੍ਹਾਂ ਉਹ ਸਮਾਜ ਦੇ ਵਿੱਚ ਸਟਰਗਲ ਕਰਦੀ ਹੈ। ਇਹਦਾ ਹਵਾਲਾ ਸਾਨੂੰ ਅਦਬੀ ਹਵਾਲੇ ਦੇ ਨਾਲ ਥਾਂ ਥਾਂ ਤੇ ਮਿਲਦਾ ਤੇ ਇਹ ਜਿਹੜੀ ਕਿਤਾਬ ਹੈ ਉਹ ਇੱਕ ਸ਼ਮੀ ਨਾਂ ਦੀ ਜਿਹੜੀ ਕਰੈਕਟਰ ਹੈ ਜਿਹੜੀ ਵੂਮਨ ਪ੍ਰੋਟੈਗਨਿਸਟ ਹੈ ਉਸ ਦੇ ਹਵਾਲੇ ਨਾਲ ਉਸ ਦਾ ਪਤੀ ਹੈ ਜਿਹੜਾ ਕਿ ਜੰਗ ਦੇ ਵਿੱਚ ਗਿਆ ਹੋਇਆ
ਉਸ ਦੇ ਹਵਾਲੇ ਨਾਲ ਕਹਾਣੀਆਂ ਪਰਸਨਲ ਰਿਲੇਸ਼ਨਸ਼ਿਪ ਦੀ, ਕਿੱਦਾਂ ਜੰਗ ਜਿਹੜੀ ਆ ਉਹ ਪਰਸਨਲ ਰਿਲੇਸ਼ਨ ਨੂੰ ਕਰਦੀ ਹੈ। ਇਹਦੇ ਵਿੱਚ ਹੋਰ ਬਹੁਤ ਸਾਰੇ ਨੁਕਤੇ ਨੇ ਜਿਹੜੇ ਇਹਨਾਂ ਨੇ ਦੱਸਣ ਦੀ ਕੋਸ਼ਿਸ਼ ਕੀਤੀ। ਆਪਾਂ ਇਹਨਾਂ ਦੇ ਹਵਾਲੇ ਤੋਂ ਸਮਝਦੇ ਹਾਂ ਜਦੋਂ ਪੰਜਾਬ ਨੂੰ ਇਹ ਪੰਜਾਬ ਦੇ ਇਤਿਹਾਸ ਨੂੰ, ਖਾਸ ਤੌਰ ਤੇ ਪੰਜਾਬ ਦੀਆਂ ਜਿਹੜੀਆਂ ਅਜਿਹੀਆਂ ਘਟਨਾਵਾਂ ਨੇ ਜਿਨ੍ਹਾਂ ਨੇ ਪੰਜਾਬ ਨੂੰ ਬੁਨਿਆਦੀ ਤੌਰ ਤੇ ਬਦਲ ਦਿੱਤਾ ਪਿਛਲੇ 20th ਸੈਂਚਰੀ ਦੇ ਵਿੱਚ, ਉਸ ਨੂੰ ਇਹ ਅਦਬ ਦੇ ਹਵਾਲੇ ਨਾਲ ਜਦੋਂ ਪੇਸ਼ ਕਰ ਰਹੇ ਆ ਅੱਜ 21ਵੀਂ ਸਦੀ ਦੇ ਤੀਜੇ ਦਹਾਕੇ ਦੇ ਵਿੱਚ, ਤਾਂ ਇਹ ਕਿੱਦਾਂ ਦੇਖਦੇ ਨੇ ਸਾਰੇ ਪ੍ਰਕਰਨ ਨੂੰ, ਅਦਬ ਦੇ ਹਵਾਲੇ ਨੂੰ ਤੇ ਇਤਿਹਾਸ ਦੇ ਹਵਾਲੇ ਨੂੰ ਤੇ ਪੰਜਾਬ ਦੇ ਹਵਾਲੇ ਨੂੰ। ਮੈਡਮ ਤੁਹਾਡਾ ਸਵਾਗਤ ਹੈ ਜੀ ਸਾਡੀ ਗੱਲਬਾਤ ਦੇ ਵਿੱਚ। ਥੈਂਕ ਯੂ ਜੀ। ਮੇਰਾ ਪਹਿਲਾ ਸਵਾਲ ਤੁਹਾਨੂੰ ਇਹੀ ਆ ਕਿ ਤੁਸੀਂ ਇਹ ਜਿਹੜੀ ਕਿਤਾਬ ਲਿਖੀ ਆ ਇੱਕ ਪੀਸ ਆਫ ਲਿਟਰੇਚਰ ਆ, ਪਰ ਇਹ ਹਿਸਟੋਰੀਕਲ ਇਵੈਂਟਸ ਦੇ ਥਰੂ ਲਿਟਰੇਚਰ ਨੂੰ ਦੱਸਦੀ ਹੈ, ਕਹਾਣੀ ਨੂੰ ਦੱਸਦੀ ਹੈ। ਤਾਂ ਤੁਸੀਂ ਕੀ ਦੇਖਦੇ ਹੋ, ਪੰਜਾਬ ਆਪਣੇ ਇਤਿਹਾਸ ਕਰਕੇ ਜਾਣਿਆ ਜਾਂਦਾ ਤੇ ਜਦੋਂ ਪੰਜਾਬ ਦਾ ਇਤਿਹਾਸ ਉਹਦੇ ਅਦਬ ਦੇ ਰਾਹੀਂ ਪੇਸ਼ ਹੁੰਦਾ ਤਾਂ ਉਹਦੇ ਵਿੱਚ ਕੀ ਨਵਾਂ ਹੁੰਦਾ, ਕੀ ਉਹਦੀ ਜ਼ਰੂਰਤ ਕਿਉਂ ਪੈਂਦੀ ਹੈ, ਸਿੱਧਾ ਇਤਿਹਾਸਕਾਰੀ ਦੇ ਥਰੂ ਅਸੀਂ ਕਿਉਂ ਨਹੀਂ ਦੱਸ ਸਕਦੇ? ਤੁਹਾਨੂੰ ਕਿਉਂ ਲੱਗਿਆ ਕਿ ਮੈਂ ਇਤਿਹਾਸ ਦੀ ਕਿਤਾਬ ਨਹੀਂ ਲਿਖਣੀ, ਮੈਂ ਇੱਕ ਲਿਟਰੇਚਰ ਦੀ ਕਿਤਾਬ ਲਿਖਣੀ ਹੈ ਜਿਸ ਤੋਂ ਮੈਂ ਇੱਕ ਇਤਿਹਾਸ ਦੱਸਣਾ? ਤਾਂ ਇਹ ਤੁਹਾਡੇ ਮਨ 'ਚ ਕਿਉਂ ਆਇਆ? ਵਾਈ ਯੂ ਆਪਟ ਦ ਪੀਸ ਆਫ ਲਿਟਰੇਚਰ ਦੈਨ ਦ ਪੀਸ ਆਫ ਹਿਸਟਰੀ? ਹਾਂਜੀ, ਸੋ ਇਹਦਾ ਜਵਾਬ ਤਾਂ ਇਹ ਹੈ ਕਿ ਆਈ ਐਮ ਅ ਸਟੂਡੈਂਟ ਇਨ ਲਿਟਰੇਚਰ ਤੇ ਉਸ ਤੋਂ ਬਾਅਦ ਮੈਂ ਇੱਕ ਸਟੋਰੀ ਟੈਲਰ ਹਾਂ ਤੇ ਹਿਸਟਰੀ ਦੀ ਵੀ ਮੈਂ ਸਟੂਡੈਂਟ ਰਹੀ ਹਾਂ। ਸੋ ਹਿਸਟੋਰੀਕਲ ਫਿਕਸ਼ਨ ਹੈ ਇੱਕ ਜਨਰਾ ਹੈ, ਮੇਰਾ ਫੇਵਰਿਟ ਜਨਰਾ ਪੜ੍ਹਨ ਲਈ ਵੀ ਲਿਖਣ ਲਈ ਵੀ। ਪਹਿਲਾ ਜਿਹੜਾ ਨਾਵਲ ਲਿਖਿਆ ਸੀ ਦ Song of Distant Bugles ਇਜ਼ ਅ ਹਿਸਟੋਰੀਕਲ ਨਾਵਲ। ਜਿਹੜਾ ਪਹਿਲਾ ਨਾਵਲ ਲਿਖਿਆ ਸੀ ਦ ਰੇਨਬੋ ਏਕਰਸ, ਉਹ ਵੀ ਇੱਕ ਹਿਸਟੋਰੀਕਲ ਨਾਵਲ ਹੈ। ਸੋ ਇਹ ਮੇਰੀ ਦਿਲਚਸਪੀ ਹੈ ਕਿ ਹਿਸਟਰੀ ਨੂੰ ਬੈਕਗਰਾਊਂਡ 'ਚ ਰੱਖ ਕੇ, ਹਿਸਟਰੀ ਨੂੰ ਮੱਦੇਨਜ਼ਰ ਰੱਖ ਕੇ ਮੈਂ ਆਮ ਬੰਦੇ ਦੀ ਸਟੋਰੀ ਦੱਸਦੀ ਹਾਂ। ਤੇ ਹਿਸਟਰੀ ਦੀ ਇੱਕ ਜੋ ਇੰਟਰਸਟਿੰਗ ਗੱਲ ਇਹ ਹੈ ਕਿ history is as varied as the people who have lived it. So ਤੁਹਾਡੀ ਹਿਸਟਰੀ ਜਿਸ ਟਾਈਮ ਤੇ ਤੁਸੀਂ ਉਸੇ ਟਾਈਮ ਪੀਰੀਅਡ 'ਚ, ਮੇਰੇ ਸਮਝ ਲਓ ਕੰਟੈਂਪਰੇਰੀ ਹੋ ਕਿਸੇ ਵੀ ਟਾਈਮ ਪੀਰੀਅਡ 'ਚ, ਤੇ ਉਸ ਟਾਈਮ 'ਚ ਤੁਹਾਡੀ ਹਿਸਟਰੀ ਡਿਫਰੈਂਟ ਹੋਗੀ, ਮੇਰੀ ਹਿਸਟਰੀ ਡਿਫਰੈਂਟ ਹੋਗੀ। ਸੋ ਇਹ ਹਿਸਟਰੀ ਹੈ, ਡਿਫਰੈਂਟ ਪੀਪਲ ਵਿਲ ਐਕਸਪੀਰੀਅੰਸ ਡਿਫਰੈਂਟ ਐਸਪੈਕਟਸ ਆਫ ਇਟ ਐਟ ਡਿਫਰੈਂਟ ਟਾਈਮਸ। ਇਹ ਮੈਨੂੰ ਬਹੁਤ ਇੱਕ ਫੈਸੀਨੇਟਿੰਗ ਗੱਲ ਲੱਗਦੀ ਹੈ ਕਿ ਹਿਸਟਰੀ, ਜਿਵੇਂ ਮੈਂ ਕਿਹਾ, ਇਹ ਇੱਕ ਸੈਂਟੈਂਸ ਹੈ, ਮੇਰੀ ਗਾਈਡਿੰਗ ਫਿਲਾਸਫੀ ਵੀ ਹੈ ਵੀ ਹਿਸਟਰੀ ਇਜ਼ ਐਜ਼ ਵੈਰੀਡ ਐਜ਼ ਦ ਪੀਪਲ ਹੂ ਹੈਵ ਲਿਵਡ ਇਟ। ਸੋ ਹੁਣ ਜਿਵੇਂ ਆਪਾਂ ਸੈਕੰਡ ਵਰਲਡ ਵਾਰ ਦੀ ਗੱਲ ਕਰਦੇ ਹਾਂ ਕਿ ਦੁਨੀਆ ਦੇ ਡਿਫਰੈਂਟ ਏਰੀਆਜ਼ 'ਚ ਸੈਕੰਡ ਵਰਲਡ ਵਾਰ ਦੀ ਰਿਐਲਿਟੀ, ਕਿੰਨੇ ਹੀ ਲੋਕ ਇਹਦੇ ਨਾਲ ਇੰਪੈਕਟਡ ਸੀ, ਇੰਨੀ ਵੱਡੀ ਵਰਲਡ ਵਾਰ ਸੀ ਇਹ। ਤੇ ਹੁਣ ਜੋ ਇੰਡੀਅਨ ਰਿਐਲਿਟੀ ਹੈ ਬਹੁਤ ਡਿਫਰੈਂਟ ਰਿਐਲਿਟੀ ਹੈ, ਜੋ ਕਿ ਮੈਡੀਟਰੇਨੀਅਨ ਦੀ ਰਿਐਲਿਟੀ ਤੋਂ ਜਾਂ ਅਫਰੀਕਾ ਦੀ ਰਿਐਲਿਟੀ ਤੋਂ ਜਾਂ ਅਮਰੀਕਾ ਦੀ ਰਿਐਲਿਟੀ ਤੋਂ, ਵਿਚ ਐਂਟਰਡ ਦ ਵਾਰ ਸੋ ਲੇਟ ਇਨ ਦ ਡੇ। ਅਮਰੀਕਾ ਐਂਟਰਡ ਵੈਰੀ ਲੇਟ ਇਨ ਦ ਡੇ। ਸੋ ਮੈਂ ਆਪਣੇ ਜੋ ਏਰੀਆ ਪੰਜਾਬ, ਜੋ ਸਾਊਥ ਪੰਜਾਬ ਜਿੱਥੇ ਮੇਰਾ ਲੈਂਡ ਆਫ ਔਰਿਜਿਨ ਹੈ, ਉਹਨੂੰ ਮੈਂ ਸੈਂਟਰਲ ਰੱਖ ਕੇ ਇੱਕ ਸਟੋਰੀ ਲਿਖਣਾ ਚਾਹੁੰਦੀ ਸੀ। ਤੇ ਉਸ ਟਾਈਮ ਦੀ ਜੋ ਹਕੀਕਤ ਸੀ, ਜੋ ਲੋਕਾਂ ਦੀ ਜਦੋਜਹਿਦ ਸੀ ਡਿਊਰਿੰਗ ਦੈਟ ਵੈਰੀ ਪਿਵਟਲ ਡਿਫਿਕਲਟ ਟਾਈਮ ਇਨ ਹਿਸਟਰੀ, ਉਹਨੂੰ ਕੈਪਚਰ ਕਰਨਾ ਚਾਹੁੰਦੀ ਸੀ ਇੰਟਰਨੈਸ਼ਨਲ ਲੈਵਲ ਤੇ। ਜਿਹੜਾ ਈਅਰ 1946 ਹੈ ਬਹੁਤ ਸਿਗਨੀਫਿਕੈਂਟ ਇੱਕ ਪਿਵਟਲ ਈਅਰ ਹੈ ਕਿ ਸੈਕੰਡ ਵਰਲਡ ਵਾਰ ਹੈਜ਼ ਕਮ ਟੂ ਐਨ ਐਂਡ। ਤੇ ਬਾਕੀ ਇੰਡੀਆ ਦੇ ਲਈ ਹੈ ਕਿ ਦ ਇੰਡੀਅਨ ਨੈਸ਼ਨਲ ਮੂਵਮੈਂਟ ਹੈਜ਼ ਰੀਚਡ ਅ ਪੀਕ। ਸੋ ਉਹਨਾਂ ਦੇ ਲਈ ਵੀ ਇੱਕ ਬਹੁਤ ਹੀ ਸਿਗਨੀਫਿਕੈਂਟ ਟਾਈਮ ਸੀ ਕਿ ਹੁਣ ਕੀ ਹੋਊਗਾ, ਕਦੋਂ ਜਾਣਗੇ ਅੰਗਰੇਜ਼, ਤੇ ਕਿੰਨੀ ਮੁਕੰਮਲ ਤੇ ਕਿੰਨੀ ਕਾਮਯਾਬ ਹੋਗੀ ਇੰਡੀਅਨ ਨੈਸ਼ਨਲ ਮੂਵਮੈਂਟ। ਸੋ ਇਹਨਾਂ ਦੇ ਵੀ ਬਿਗ ਗਲੂਮਿੰਗ ਕੁਐਸਚਨਸ ਇਹਨਾਂ ਦੇ ਫੇਸ 'ਚ ਸਟੇਅਰ ਕਰ ਰਹੇ ਸੀ। ਸੋ ਦੀਜ਼ ਆਰ ਸਮ ਥਿੰਗਸ ਟੂ ਥਿੰਕ ਅਬਾਊਟ। ਸੋ ਮੈਂ ਆਪਣੇ ਏਰੀਆ ਦੀ ਰਿਐਲਿਟੀ ਨੂੰ ਪ੍ਰੈਜ਼ੈਂਟ ਕਰਨਾ ਚਾਹੁੰਦੀ ਸੀ ਕਿ ਜੋ ਇੰਨੀ ਵੱਡੀ ਵਰਲਡ ਵਾਰ ਹੈ ਉਹਦਾ ਕੀ ਇੰਪੈਕਟ ਹੈ ਡਿਫਰੈਂਟ ਪਾਰਟਸ ਆਫ ਦ ਵਰਲਡ, ਤੇ ਆਪਣੀ ਸਟੋਰੀ ਵੀ ਪਤਾ ਚੱਲੇ ਲੋਕਾਂ ਨੂੰ। ਇੰਡੀਆ ਤੋਂ 2.5 ਮਿਲੀਅਨ ਇੰਡੀਅਨਸ ਫੌਟ ਇਨ ਦ ਸੈਕੰਡ ਵਰਲਡ ਵਾਰ, ਤੇ ਇਹ ਲੈਸਨ ਔਨ ਫੈਕਟ ਆਫ ਹਿਸਟਰੀ ਹੈ। ਤੇ ਉਹਨਾਂ ਦੇ ਵੀ ਇੱਕ ਬਹੁਤ ਆਪਣਾ ਜੋ ਪਰਸਨਲ ਡਿਲੇਮਾ ਸੀ ਸੋਲਜਰਸ ਦਾ, ਹੂ ਵਰ ਫਾਈਟਿੰਗ ਫॉर द एम्पायर, ਉਹ ਸਭ ਕੈਪਚਰ ਕੀਤਾ ਥਰੂ ਦ ਪਰਸਨੈਲਿਟੀ ਆਫ ਹਰੀ ਸਿੰਘ, ਹੂ ਇਜ਼ ਦ ਸੋਲਜਰ ਹੂ ਇਜ਼ ਫਾਈਟਿੰਗ ਔਨ ਦ ਫਰੰਟ। ਜੀ, ਜਿੱਦਾਂ ਤੁਸੀਂ ਦੱਸਿਆ ਕਿ ਤੁਸੀਂ ਉਹ ਸਾਰਾ ਤੁਹਾਡਾ ਪਰਸਨਲ ਸਟੋਰੀ ਹੈ ਜਾਂ ਜੋ ਜਿਹੜਾ ਉਹ ਉਸ ਟਾਈਮ ਦਾ ਜਿਹੜਾ ਪੋਲੀਟੀਕਲ ਲੈਂਡਸਕੇਪ ਸੀ ਉਸ ਦੇ ਵਿੱਚ ਤੁਸੀਂ ਇੱਕ ਸਟੋਰੀ ਦੱਸਣਾ ਚਾਹੁੰਦੇ ਸੀ। ਜਿਹੜਾ ਤਾਂ ਜੇ ਆਪਾਂ ਇਹਨੂੰ ਬਰੀਫਲੀ ਦੱਸਣਾ ਹੋਵੇ, ਮਤਲਬ ਕਿ ਜਿਹੜੀ ਤੁਹਾਡੀ ਸਟੋਰੀ ਆ, ਉਹ ਸਟੋਰੀ ਕੀ ਹੈ ਐਕਚੁਅਲੀ, ਤੇ ਉਹ ਹਿਊਮਨ ਜਿਹੜਾ ਇਮੋਸ਼ਨ ਆ ਜਾਂ ਹਿਊਮਨ ਜਿਹੜੇ ਅਹਿਸਾਸ ਨੇ ਉਹਦੇ ਕਿਹੜੇ ਪੱਖਾਂ ਨੂੰ ਡੀਲ ਕਰਦੀ ਹੈ? ਹਾਂਜੀ, ਸੋ ਜੋ ਮੇਰੀ ਕੋਸ਼ਿਸ਼ ਸੀ ਨਾਵਲ ਲਿਖਣ 'ਚ, ਮੇਰੀ ਕੋਸ਼ਿਸ਼ ਸੀ ਕਿ ਇੱਕ ਇੰਟਰੀਗਿੰਗ ਪਲਾਟ ਪ੍ਰੈਜ਼ੈਂਟ ਕਰੀਏ ਤੇ ਉਹਦੇ ਨਾਲ ਇੱਕ ਇੰਗੇਜਿੰਗ ਸੈਟ ਆਫ ਕੈਰੈਕਟਰਸ ਪ੍ਰੈਜ਼ੈਂਟ ਕਰੀਏ, ਜਿਹਦੇ ਨਾਲ ਕਿ ਯੂ ਨੋ ਦ ਸਟੋਰੀ ਵੁੱਡ ਬੀ ਐਨ ਇੰਟਰਸਟਿੰਗ ਰੀਡ ਫॉर ਰੀਡਰਸ। ਤੇ
ਸੋ ਇਹ ਨਾਵਲ ਦੇ ਵਿੱਚ ਬਹੁਤ ਸਾਰੇ ਕੈਰੈਕਟਰਸ ਨੇ। ਜੋ ਮੇਨ ਕੈਰੈਕਟਰ ਹੈ ਸੰਮੀ ਹੈਗੀ ਹੈ, ਜੋ ਜਿਹਦੀ ਮੈਰਿਜ ਹੋਈ ਸੀ 1939, 21 days before the Second World War sort of broke out, and then Indian forces had to go join in the war effort. ਤੇ ਉਹਦੀ ਸਟੋਰੀ ਹੈ ਜੋ ਨਾਵਲ ਹੈ, ਇਟ ਓਪਨਸ ਇਨ 1946 in January of 1946, ਬਟ ਜਦੋਂ ਇਹ ਕੰਟੀਨਿਊ ਕਰਦਾ ਨਾਵਲ ਥਰੂ August of 1946, ਉਹ back and forth narrative ਜਾਂਦਾ ਹੈ। So we have many glimpses of a young Sammi, we have glimpses of Sammi at 17 years old, so the narrative goes back and forth between 1939 1946. They फिर towards the end of the novel एक flash forward भी है into the year 1947, which was जो मैं अपनी creative liberty लिती to flash forward into 1947 for a few minutes. ਤੇ ਇਹਦੇ ਵਿੱਚ ਜੋ ਮੇਨ ਕੈਰੈਕਟਰ ਹੈ ਸੰਮੀ ਹੈ, she was 17 years old ਜਦੋਂ ਉਹਦੀ ਮੈਰਿਜ ਹੋਈ 1939 ਤੇ ਹੁਣ 1946 ਜਦੋਂ ਆਪਾਂ ਨੂੰ we are introduced to Sammi in January of 1946, so she's almost 23 years old at that point, not yet 20. ਤੇ ਉਹ ਹੁਣ ਹਸਬੈਂਡ ਲਈ ਉਹ nearly 7 years ਤੋਂ ਵੇਟ ਕਰ ਰਹੀ ਹੈ। he went to fight in the war ਤੇ 1942 ਤੋਂ ਲੈ ਕੇ 1946 ਤੱਕ she has had no communication, no letters from Hari Singh. So ਜੋ ਉਹਦਾ ਇੱਕ peculiar dilemma ਹੈ at this crossroad in life ਕਿ ਹੁਣ ਕੀ ਹੋਊਗਾ, ਕੀ ਕਰਨਾ ਹੈ, ਕਿੱਥੇ, ਕਿਉਂਕਿ ਅੱਜ ਕੱਲ੍ਹ ਦੇ ਵਾਂਗੂ ਤਾਂ ਸੀ ਨਹੀਂ ਕਿ ਲੜਕੀਆਂ ਬਹੁਤ ਪੜ੍ਹੀਆਂ ਲਿਖੀਆਂ ਨੇ ਔਰ ਸ਼ਹਿਰ ਚਲੀਆਂ ਜਾਣਗੀਆਂ ਜਾਂ ਕੋਈ ਵੀ ਜੌਬ ਕਰ ਲੈਣਗੀਆਂ। ਸੋ ਜੋ ਉਸ ਟਾਈਮ ਦਾ ਟਾਈਮ ਪੀਰੀਅਡ ਉਹਨੂੰ ਮੱਦੇ ਨਜ਼ਰ ਰੱਖ ਕੇ ਜੋ ਫਿਊ ਆਪਸ਼ਨਸ ਇੱਕ ਲੜਕੀ ਕੋਲੇ ਹੁੰਦੇ ਨੇ ਉਹਨੂੰ ਐਕਸਪਲੋਰ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਸੰਮੀ ਕੀ ਕਰੂਗੀ, ਵਿਲ ਸ਼ੀ get remarried or will she embark on a different path? ਤੇ ਕੀ ਉਹਦੇ ਹਸਬੈਂਡ ਨੂੰ ਹੋਇਆ, you know, has he died in the war, has he perished? Because 85,000 Indians died in the Second World War. A lot of them in the Southeast Asian theatre, ਜਿੱਥੇ ਸੰਮੀ ਦੇ husband Hari Singh is fighting. So that is the big question in the opening chapters, ਜਿਹਨੂੰ pose ਕੀਤਾ ਜਾਂਦਾ ਹੈ ਕਿ ਹੁਣ ਕੀ ਹੋਗਾ ਸੰਮੀ at crossroads. ਤੇ ਉਸ ਦਾ ਇਲਾਵਾ ਸੰਮੀ ਤੋਂ ਇਲਾਵਾ ਉਹਦੀ ਫੈਮਿਲੀ ਹੈ in the village of ਅਲੀਵਾਲਾ, ਉਹਦੇ ਮਦਰ ਹੈ, ਫਾਦਰ ਹੈ, 2 brothers ਨੇ ਤੇ in-laws ਵੀ ਹੈ ਜਿਹੜੇ ਥੋੜੇ ਦੂਰ ਤੇ ਇੱਕ ਪਿੰਡ 'ਚ ਰਹਿੰਦੇ ਨੇ। ਹਾਂਜੀ, so mainly Sammi is the protagonist ਤੇ ਬਾਕੀ Hari Singh is the soldier who's fighting on the front। ਤੇ ਜਿਹੜਾ ਸੰਮੀ ਦਾ eldest brother ਹੈ ਜਸਜੀਤ, ਉਹਨੂੰ ਵੀ ਬਹੁਤ ਸਪੇਸ ਦਿੱਤੀ ਗਈ ਹੈ to sort of convey to us ਕਿ political climate ਕੀ ਸੀ, ਉਹ ਸ਼ਹਿਰ 'ਚ ਰਹਿੰਦਾ ਹੈ ਤੇ ਇੱਕ ਜਿਗਿਆਸੂ ਬੰਦਾ, ਪੜ੍ਹਿਆ ਲਿਖਿਆ ਬੰਦਾ, ਉਹ ਕਿਵੇਂ ਇਸ ਟਾਈਮ ਪੀਰੀਅਡ ਨੂੰ ਸਮਝ ਰਿਹਾ ਹੈ, ਇੰਡੀਆ ਦੇ ਐਵੋਲਿਊਸ਼ਨ ਨੂੰ ਸਮਝ ਰਿਹਾ ਹੈ, ਰਾਈਜ਼ਿੰਗ ਇੰਡੀਅਨ ਨੈਸ਼ਨਲ ਮੂਵਮੈਂਟ ਤੇ ਜੋ ਕਮਿਊਨਲ ਅਨਰੈਸਟ ਹੈ ਉਸ ਟਾਈਮ ਦਾ, ਉਹਨੂੰ ਕਿਵੇਂ ਡਿਸਫਰ ਕਰ ਰਿਹਾ ਤੇ ਉਹਦੇ ਕੀ ਰਿਸਪੌਂਸਿਸ ਹੈ ਟੂ ਦ ਚੇਂਜਿੰਗ ਪੋਲੀਟੀਕਲ ਕਲਾਈਮੇਟ ਇਨ ਇੰਡੀਆ ਐਟ ਦਿਸ ਵੈਰੀ ਪਿਵਟਲ ਟਾਈਮ ਇਨ ਹਿਸਟਰੀ। ਉਹ ਸਾਰੀ ਦੀ ਕੋਸ਼ਿਸ਼ ਕੀਤੀ ਹੈ। ਹਾਂਜੀ, ਤਾਂ ਮੈਂ ਜਦੋਂ ਤੁਹਾਡਾ ਨੋਵਲ ਪੜ੍ਹ ਰਿਹਾ ਸੀ ਤੇ ਹੁਣ ਵੀ ਜਦੋਂ ਤੁਸੀਂ ਦੱਸਿਆ ਸੰਮੀ ਜਿਹੜਾ ਨਾਂ ਆ ਇਹ ਤੁਸੀਂ ਕਿਉਂ ਲਿਆ? ਕਿਉਂਕਿ ਸੰਮੀ ਤੁਹਾਨੂੰ ਪਤਾ ਹੈ ਕਿ ਫੋਕ ਡਾਂਸ ਹੈ, ਸਾਂਦਲਬਾਰ ਦੇ ਇਲਾਕੇ ਦਾ ਵੂਮਨ ਡਾਂਸ ਹੈ, ਤਾਂ ਉਹ ਤੁਸੀਂ ਉਹ ਕਿੱਥੋਂ ਇੰਸਪਾਇਰ ਹੋਏ? ਉੱਥੋਂ ਇੰਸਪਾਇਰ ਹੋਏ ਜਾਂ ਵੈਸੇ ਹੀ ਤੁਹਾਨੂੰ ਇੱਕ ਰੈਂਡਮ ਨਾਮ ਲੱਗਿਆ ਹੈ? ਨਹੀਂ, ਇਹ ਮੈਂ ਸੋਚ ਕੇ ਹੀ ਨਾਮ ਲਿੱਤਾ ਸੀ। ਜੋ ਸੰਮੀ ਦੀ ਸਟੋਰੀ ਹੈ, ਸੰਮੀ ਇੱਕ ਮਲਵਈ ਪ੍ਰਿੰਸੈਸ ਸੀ, ਸੋ ਇਹ ਆਪਣੀ ਸਟੋਰੀ ਹੈ ਮਾਲਵਾ ਏਰੀਆ 'ਚ ਸੈੱਟ ਹੈ। ਤੇ ਉਸ ਤੋਂ ਬਾਅਦ ਜੋ ਸੰਮੀ ਦਾ ਥੀਮ ਹੈ ਲੋਸ ਐਂਡ ਲੌਂਗਿੰਗ, ਉਹ ਇਹਦੇ ਵਿੱਚ ਵੀ ਐਕੋ ਕਰਦਾ ਹੈ। ਸੋ ਉਹ ਸੌਂਗ ਦਾ ਸਾਰਾ ਜ਼ਿਕਰ ਵੀ ਹੈ towards the end of the novel ਜਦੋਂ ਤੀਜ ਕਾਰਨੀਵਲ ਤੇ ਜਾਂਦੀ ਹੈ, ਸਾਰੀ ਉਹ ਸਟੋਰੀ ਵੀ ਰਿਲੇਟ ਕੀਤੀ ਹੋਈ ਹੈ ਸੰਮੀ ਪ੍ਰਿੰਸੈਸ ਦੀ ਤੇ ਸੰਮੀ ਡਾਂਸ ਬਾਰੇ ਤੇ ਰਿਵਰ ਚਨਾਬ ਬਾਰੇ, ਤੇ ਉਹ ਸਾਰਾ ਕੈਪਚਰ ਕੀਤਾ। ਸੋ ਸੰਮੀ ਮੈਂ ਸੋਚ ਕੇ ਇਹ ਨਾਮ ਲਿੱਤਾ ਸੀ। ਇੱਕ ਤਾਂ ਲੋਸ ਲੌਂਗਿੰਗ ਦਾ ਜੋ ਮੈਟਾਫੋਰ ਸੰਮੀ ਕਨਵੇ ਕਰਦੀ ਹੈ ਸੈਪਰੇਸ਼ਨ ਦਾ, ਉਹ ਸੋ ਦੈਟਸ ਵਾਈ ਆਈ ਚੋਜ਼ ਇਹ ਜਿਹੜਾ ਮਾਲਵਾ ਏਰੀਆ 'ਚ ਨੋਵਲ ਸੈੱਟ ਹੈ ਉਹ ਇੱਕ ਮਲਵਈ ਪ੍ਰਿੰਸੈਸ ਸੀ। 1000 years ਪੁਰਾਣੀ ਕਹਾਣੀ ਹੈ, ਓਵਰ 1000 years। ਹਾਂਜੀ, ਸੋ ਮੈਂ ਉਹਦੇ ਬਾਰੇ ਰਿਸਰਚ ਕਰਕੇ ਤੇ ਮੈਨੂੰ ਅੱਛਾ ਲੱਗਿਆ ਨਾਮ, ਸੋ ਆਈ ਥੌਟ ਇਟ ਵਾਸ ਬਿਫਿਟਿੰਗ ਨੋਵਲ ਦੇ ਲਈ, ਸੋ ਦੈਨ ਆਈ ਡਿਸਾਈਡਡ ਟੂ ਗੋ ਵਿਦ ਇਟ। ਸੰਮੀ ਦਾ ਸਬਲਾਈਮ ਜਾਂ ਓਨਰਡ ਕੋਈ ਬੰਦਾ ਹੋਵੇ, ਬਿਊਟੀਫੁਲ। ਇੱਕ ਦਰਸ਼ਕਾਂ ਦੀ ਜਾਣਕਾਰੀ ਦੇ ਲਈ ਦੱਸਦਾ, ਮੈਂ ਪਹਿਲਾਂ ਦੱਸਣਾ ਭੁੱਲ ਗਿਆ ਸੀ ਕਿ ਜੋ ਸਮਰਤਾ ਧੀਰ ਜੀ ਨੇ ਉਹ ਪੜ੍ਹਾਉਂਦੇ ਆ ਯੂਨੀਵਰਸਿਟੀ ਆਫ ਕੈਲੀਫੋਰਨੀਆ ਸੈਨ ਡਿਆਗੋ ਦੇ ਵਿੱਚ, ਕ੍ਰੀਏਟਿਵ ਰਾਈਟਿੰਗ ਦੇ ਵਿੱਚ ਉਹ ਪੜ੍ਹਾ ਰਹੇ ਹੈ। ਅਤੇ ਇਸ ਦੇ ਨਾਲ ਉਹਨਾਂ ਨੇ ਸਾਲ 2021 ਦੇ ਵਿੱਚ ਨਾਵਲ ਲਿਖੀ ਹੈ ਜਿਹੜੀ ਕਿ ਫਾਰਮ ਮੂਵਮੈਂਟ ਹੋਈ ਸੀ ਪੰਜਾਬ ਦੇ ਵਿੱਚ, ਦੇਸ਼ ਦੇ ਵਿੱਚ, ਜਿਹਨੂੰ ਪੰਜਾਬ ਨੇ ਲੀਡ ਕੀਤਾ, ਉਹਦੇ ਤੋਂ ਇੰਸਪਾਇਰ ਹੋ ਕੇ ਉਹਨਾਂ ਨੇ ਇਹ ਨਾਵਲ ਲਿਖੀ ਹੈ। ਤਾਂ ਆਪਾਂ ਅੱਗੇ ਚੱਲੀਏ। ਤੁਹਾਡੀ ਗੱਲ ਜਿਵੇਂ ਤੁਸੀਂ ਦੱਸ ਰਹੇ ਸੀਗੇ ਸੰਮੀ ਬਾਰੇ, ਜਦੋਂ ਪੰਜਾਬ ਦੇ ਵਿੱਚ ਹਵਾਲਾ ਆਉਂਦਾ
ਕਿਸੇ ਵੀ ਪ੍ਰੇਮ ਕਹਾਣੀ ਦਾ ਜਾਂ ਇਸ ਕਿਸਮ ਦੀ ਕਿਸੇ ਪਿਥਾਸ ਨੂੰ ਦੱਸਣ ਦਾ ਤਾਂ ਦਰਿਆਵਾਂ ਦਾ ਹਵਾਲਾ ਆਉਂਦਾ। ਜਿੰਨੇ ਵੀ ਲਵ ਲੈਜੈਂਡਸ ਹੋਏ ਆ ਦਰਿਆਵਾਂ ਦੇ ਕੰਢਿਆਂ ਤੇ ਹੋਏ ਆ, ਤੇ ਪਰ ਜਿਹੜੇ ਉਹ ਦਰਿਆ ਨੇ ਉਹ ਸਤਲੁਜ ਤੱਕ ਆਂਦੇ ਆਂਦੇ ਉੱਥੋਂ ਤੱਕ ਰਹਿ ਜਾਂਦੀ ਹੈ ਸਾਰੀ ਲਵ ਲੈਜੈਂਡ। ਤੇ ਪਰ ਜਿਹੜਾ ਤੁਹਾਡਾ ਹਵਾਲਾ ਉਹ ਘੱਗਰ ਦਰਿਆ ਦੇ ਨਾਲ ਆ, ਤੇ ਘੱਗਰ ਦੇ ਹਵਾਲੇ ਨਾਲ ਜਿਹੜੀ ਕਹਾਣੀ ਹੈ, ਇਸ ਕਹਾਣੀ ਨੂੰ ਕਹਿਣ ਦਾ ਜਿਹੜਾ ਸਬੱਬ ਹੈ ਉਹ ਤੁਹਾਡਾ ਪਰਸਨਲ ਜਰਨੀ ਹੈ, ਜਾਂ ਤੁਸੀਂ ਇਹਦੇ ਵਿੱਚ ਕੀ ਤਸੱਵੁਰ ਕਰਦੇ ਹੋ ਘੱਗਰ ਦਾ ਕੀ ਹੈ, ਜਿਹੜੀ ਲਵ ਲੈਜੈਂਡ ਹੈ ਜਾਂ ਜਿਹੜੀ ਸਟੋਰੀ ਆ ਉਹਦੇ ਨਾਲ ਘੱਗਰ ਦਾ ਕੀ ਰਿਸ਼ਤਾ ਬਣਦਾ? ਹਾਂਜੀ, ਉਹ ਰਿਵਰ ਹੈ, ਇੱਕ ਮੋਟਿਵ ਹੈ, ਤੇ ਜਿਵੇਂ ਇਹ ਇੱਕ ਅਗਰੇਰੀਅਨ ਸੁਸਾਇਟੀ ਦੀ ਕਹਾਣੀ ਹੈ। ਸੰਮੀ ਇੱਕ ਫਾਰਮਰ ਦੀ ਡਾਟਰ ਹੈ, ਤੇ ਜੋ ਆਪਣੀ ਅਗਰੇਰੀਅਨ ਸੁਸਾਇਟੀ ਹੈ ਇਹਦੇ ਵਿੱਚ ਰਿਵਰਸ ਦਾ ਇੱਕ ਬਹੁਤ ਹੀ ਸਿਗਨੀਫਿਕੈਂਟ ਰੋਲ ਹੈ। ਤੇ ਜਿਵੇਂ ਆਪਣੀਆਂ ਫੀਲਡਸ ਨੂੰ ਇਰੀਗੇਟ ਕਰਨ ਲਈ, ਹਰ ਚੀਜ਼ ਲਈ ਵਾਟਰ ਇਜ਼ ਵੈਰੀ ਸਿਗਨੀਫਿਕੈਂਟ ਐਂਡ ਸੇਕ੍ਰੇਡ। ਸੋ ਇੱਥੇ ਮੈਂ ਇੱਕ ਆਥੈਂਟਿਕ ਸਟੋਰੀ ਪੇਸ਼ ਕਰਨਾ ਚਾਹੁੰਦੀ ਸੀ। ਇਹ ਸਾਊਥ ਪੰਜਾਬ ਦੀ ਸਟੋਰੀ ਹੈ, ਤੇ ਉੱਥੇ ਦੀਆਂ ਜੋ ਰਿਐਲਿਟੀਜ਼ ਹੈ ਹਰ ਚੀਜ਼ ਨੂੰ ਮੈਂ ਆਥੈਂਟਿਕਲੀ ਪ੍ਰੈਜ਼ੈਂਟ ਕੀਤਾ। ਉੱਥੇ ਜੋ ਨਦੀ ਹੈ ਉਹ ਘੱਗਰ ਨਦੀ ਹੈ, ਤੇ ਲੈਸਨ ਨੋਨ ਰਿਵਰ ਹੈ। ਮੈਨੂੰ ਇਹ ਗੱਲ ਵੀ ਬਹੁਤ ਇੰਟਰਸਟਿੰਗ ਲੱਗੀ ਕਿ ਲੋਕਾਂ ਨੂੰ ਪਤਾ ਚੱਲੂਗਾ ਘੱਗਰ ਰਿਵਰ ਬਾਰੇ ਕਿ ਉਹ ਬਾਰਡਰ ਹੈਗੀ ਹੈ ਇਹ ਨਦੀ। ਤੇ ਸੱਚਮੁੱਚ ਜੋ ਉਹਦੀ ਨਦੀ ਦੀ ਕੰਟਰੀਬਿਊਸ਼ਨ ਆ ਉਹ ਵਾਈਟਲ ਕੰਟਰੀਬਿਊਸ਼ਨ ਹੈ ਟੂਵਰਡਸ ਇਰੀਗੇਸ਼ਨ। ਤੇ ਜਦੋਂ ਫਲੱਡਿੰਗ ਵੀ ਹੋ ਜਾਂਦੀ ਹੈ ਉਹਦਾ ਵੀ ਇੱਕ ਗੁੱਡ ਮੈਸੇਜ ਹੈ ਕਿ ਅਗਲੀ ਵਾਰੀ ਬਹੁਤ ਅੱਛੀ ਫਸਲ ਹੋਊਗੀ, ਕਿਉਂਕਿ ਉੱਥੋਂ ਸ਼ਿਵਾਲਿਕ ਹਿਲਸ ਤੋਂ ਬਹੁਤ ਜ਼ਿਆਦਾ ਅਲੂਵੀਅਲ ਡਿਪੋਜ਼ਿਟਸ ਲੈ ਕੇ ਆਉਂਦੀ ਹੈ ਨਦੀ। ਤੇ ਜਿਹੜੀ ਇਹ ਫਲੱਡਿੰਗ ਇਸ਼ੂ ਹੈ ਬਹੁਤ ਟਾਈਮ ਤੋਂ ਚੱਲ ਰਹੀ ਹੈ, ਅੱਜ ਵੀ ਇਹ ਫਲੱਡਿੰਗ ਇਸ਼ੂ ਹੈ ਘੱਗਰ ਰਿਵਰ ਦੀ। ਸੋ ਬਟ ਜੋ ਇੱਕ ਨਦੀ ਦੇ ਜ਼ਰੀਏ ਲੋਕਾਂ ਦਾ ਪਰਸਪੈਕਟਿਵ ਹੈ ਉਹ ਇੱਕ ਬਹੁਤ ਰਿਸਪੈਕਟ ਦਾ ਹੈ। ਜੇ ਨਦੀ ਦੇ ਕੰਢੇ ਟੁੱਟ ਜਾਂਦੇ ਆ ਉਹ ਆਪਣੀ ਗਲਤੀ, ਆਪਣੇ ਇੰਜੀਨੀਅਰਸ ਦੀ, ਆਪਣੇ ਕਨਾਲ ਆਫਿਸਰਸ ਦੀ, ਉਹ ਨਦੀ ਦੀ ਗਲਤੀ ਨਹੀਂ ਹੈ ਕਿ ਹੁਣ ਤੱਕ ਵੀ ਆਪਾਂ ਨਹੀਂ ਰਿਜ਼ੋਲਵ ਕਰ ਸਕੇ। ਮੈਂ ਕਿਸੇ ਪੋਲੀਟੀਕਲ ਲੀਡਰ ਨੂੰ ਰੀਸੈਂਟਲੀ ਸੁਣਿਆ ਸੀ, ਉਹ ਕਹਿ ਰਹੇ ਸੀ ਵੀ ਇਹ ਰਿਵਰ ਸੋਰੋ ਹੈ। ਸੋ ਆਈ ਜਸਟ ਹੈਡ ਦੈਟ ਰਿਵਰ ਕੋਈ ਸੋਰੋ ਦੀ ਨਹੀਂ ਹੁੰਦੀ, ਉਹ ਆਪਾਂ ਉਹਨੂੰ ਨਹੀਂ ਹੈਂਡਲ ਕਰ ਸਕੇ ਕਿ ਉਹਦੇ ਕੰਢੇ ਟੁੱਟ ਜਾਂਦੇ ਨੇ ਹਰ ਵਾਰ ਜਦੋਂ ਮੌਨਸੂਨ ਆਉਂਦਾ ਹੈ। And but ਜਿਹੜੇ that person was not from the area, but ਜਿਹੜੇ ਏਰੀਆ ਜਦੋਂ ਵੀ ਉਹ ਰਿਵਰ ਨੂੰ ਰਿਫਰ ਕਰਦੇ ਆ ਉਹਦੇ it's a sacredness that is associated with the river in Punjab, same with the ਘੱਗਰ। ਤੇ ਉਹਨੂੰ ਇੱਕ ਅਦਬ ਨਾਲ ਉਹਨੂੰ ਐਡਰੈਸ ਕੀਤਾ ਜਾਂਦਾ ਹੈ। ਉਹ ਨਦੀ ਦੇ ਕੰਢੇ ਟੁੱਟ ਗਏ, ਉਹ ਆਪਣੀ ਇੱਕ ਮੈਂ ਫੋਲਟ ਸਮਝਦੀ ਹਾਂ, ਨਦੀ ਦੀ ਨਹੀਂ ਸਮਝਦੀ ਕਿ ਆਪਾਂ ਉਹਦੇ ਇਹ ਇਸ਼ੂ ਨੂੰ ਐਡਰੈਸ ਨਹੀਂ ਕਰ ਸਕੇ। ਹਾਂਜੀ ਜੀ, ਇਹ ਨਦੀ ਜਿਵੇਂ ਇਹ ਨਾਵਲ ਦੇ ਵਿੱਚ ਇੱਕ ਕੈਰੈਕਟਰ ਹੈ ਕਿਰਪਾਲ ਜੋ ਸੰਮੀ ਦਾ ਬ੍ਰਦਰ ਹੈ, ਉਹ ਉੱਥੇ ਰਾਜਸਥਾਨ ਵੀ ਚਲਾ ਜਾਂਦਾ, ਉਹਦਾ ਫਰੈਂਡ ਵੀ ਰਾਜਸਥਾਨ 'ਚ ਫਾਰਮਿੰਗ ਕਰਦਾ ਹੈ। ਨਦੀ ਦੂਰ ਤੱਕ ਜਾਂਦੀ ਹੈ, ਹਨੂਮਾਨਗੜ੍ਹ ਜਿੱਥੇ ਪਟਨੇਰ ਫੋਰਟ ਹੈ ਉੱਥੇ ਵੀ ਘੱਗਰ ਰਿਵਰ ਫੀਲਡਸ ਨੂੰ ਇਰੀਗੇਟ ਕਰ ਰਹੀ ਹੈ। ਅੱਜ ਵੀ ਆਪਣੇ ਪੰਜਾਬੀ ਫਾਰਮਰ ਹਨੂਮਾਨਗੜ੍ਹ ਨੂੰ ਤੁਹਾਨੂੰ ਪਤਾ ਹੈ ਕਿ ਬਹੁਤ ਵੱਡਾ ਇੱਕ ਗ੍ਰੇਨ, ਫਰੂਟ, ਵੈਜੀਟੇਬਲ ਏਰੀਆ ਮੰਨਦੇ ਹਨ ਜਿੱਥੇ ਬਹੁਤ ਉਪਜ ਹੁੰਦੀ ਹੈ। ਤਾਂ ਰਾਜਸਥਾਨ ਦੇ ਵਿੱਚ ਉਹਨੂੰ ਵੀ ਘੱਗਰ ਰਿਵਰ ਇਰੀਗੇਟ ਕਰ ਰਹੀ ਹੈ। ਸੋ ਇਹ ਲੰਬੀ ਨਦੀ ਹੈ, ਹਰਿਆਣਾ, ਰਾਜਸਥਾਨ, ਪੰਜਾਬ, ਸਾਊਥ ਪੰਜਾਬ ਚੋਂ ਨਿਕਲਦੀ ਹੈ। ਸੋ ਨਦੀ ਦਾ ਇਹ ਹੈ ਕਿ ਉਹ ਜਿਹੜੇ ਤਿੰਨੋਂ ਬ੍ਰਦਰ ਸਿਸਟਰਸ ਹੈ ਉਹਨਾਂ ਦੀ ਲਾਈਫ ਦੇ ਵਿੱਚ, ਉਹਨਾਂ ਦੇ ਸਬਕੌਂਸ਼ੀਅਸ ਮਾਈਂਡ ਦੇ ਵਿੱਚ ਰਿਵਰ ਬਹੁਤ ਵਾਰੀ ਮੈਨੀਫੈਸਟ ਕਰਦੀ ਹੈ ਇਨ ਡਿਫਰੈਂਟ ਵੇਜ਼। ਸੰਮੀ ਸਭ ਤੋਂ ਜ਼ਿਆਦਾ, ਤੇ ਬਟ ਜਿਹੜੇ ਦੋਨੋਂ ਬ੍ਰਦਰਸ ਆ ਉਹ ਵੀ ਬਾਰ-ਬਾਰ ਨਦੀ ਦਾ ਇੱਕ ਜੋ ਰੈਫਰੈਂਸ ਹੈ, ਜਿਵੇਂ ਤੁਹਾਡਾ ਮੂਡ ਹੈ ਉਹ ਨਦੀ ਦੀ ਫਲੋ ਨਾਲ ਰਿਫਲੈਕਟ ਹੁੰਦਾ ਹੈ ਤੇ ਉਹਦੇ ਵਿੱਚ ਮੈਨੀਫੈਸਟ ਹੁੰਦਾ ਹੈ। ਇਹ ਜਿਹੜੀ ਰਿਵਰ ਹੈ ਇਜ਼ ਅ ਰੈਕਰੈਂਟ ਮੋਟਿਵ ਥਰੂ ਦੀ ਐਂਡ ਆਫ ਦ ਨਾਵਲ। ਤੇ ਜਿਹੜਾ ਓਪਨਿੰਗ ਚੈਪਟਰ ਹੈ ਸੰਮੀ ਦਾ, ਉਦੋਂ ਵੀ ਨਦੀ ਦਾ ਜ਼ਿਕਰ ਹੈ। ਫਿਰ ਆਲ ਦ ਵੇ ਜਦੋਂ ਬਾਰਿਸ਼ ਆ ਜਾਂਦੀ ਹੈ, ਉਸ ਸਾਲ ਬਾਰਿਸ਼ ਲੇਟ ਆਉਂਦੀ ਹੈ, ਉਦੋਂ ਜਸਜੀਤ ਦੇ ਨੈਰੇਟਿਵ 'ਚ ਨਦੀ ਦਾ ਜ਼ਿਕਰ ਹੈ ਕਿ ਹੁਣ ਬਹੁਤ ਅੱਛੀ ਕਾਟਨ ਹਾਰਵੈਸਟ ਹੋਊਗੀ। ਉਹ ਖੁਸ਼ ਹੁੰਦਾ ਆਪਣੀ ਨਦੀ ਨੂੰ ਇਮੈਜਿਨ ਕਰਦਾ ਹੈ, ਦੂਰ ਬੈਠਾ ਪਟਿਆਲੇ 'ਚ, ਬਟ ਉਹ ਵੀ ਆਪਣੀ ਫੀਲਡਸ ਨੂੰ, ਨਦੀ ਨੂੰ ਇਮੈਜਿਨ ਕਰਦਾ ਆਪਣੇ ਮਾਈਂਡ। ਸੋ ਮੇਨਲੀ ਤਾਂ ਇਹੀ ਮੈਸੇਜ ਹੈ ਕਿ ਇੱਕ ਅਗਰੇਰੀਅਨ ਸੁਸਾਇਟੀ ਲਈ ਰਿਵਰ ਸੇਕਰੇਡ ਹੈ, ਬਹੁਤ ਇੰਪੋਰਟੈਂਟ ਹੈ। ਤੇ ਉਹ ਬੱਚੇ ਦੇ ਹੈਵ ਗਰੋਨ ਅਪ ਅਰਾਊਂਡ ਦ ਰਿਵਰ ਬੈਂਕ। ਤੇ ਇਹ ਹੁਣ ਇੱਕ ਪੀਰੀਨੀਅਲ ਰਿਵਰ ਤਾਂ ਹੈ ਨਹੀਂ, ਇੰਟਰਮਿਟੈਂਟ ਰਿਵਰ ਹੈ। ਤੇ ਜਦੋਂ ਕਈ ਵਾਰ ਬਹੁਤ ਸੁੱਕ ਵੀ ਜਾਂਦੀ ਹੈ, ਖਾਸ ਕਰ ਜੇ ਬਾਰਿਸ਼ ਜਦੋਂ ਲੇਟ ਹੋ ਜਾਂਦੀ ਹੈ, ਦੈਟ ਪਰਟੀਕੂਲਰ ਸਮਰ ਇਨ 1946 ਜਦੋਂ ਰੇਨ ਕਾਫੀ ਡਿਲੇ ਹੋ ਜਾਂਦੀ ਹੈ, ਤਾਂ ਉਦੋਂ ਬਰਡਸ ਵੀ ਨਹੀਂ ਆ ਉੱਥੇ ਨਦੀ ਦੇ ਕੰਢੇ ਤੇ, ਬਹੁਤ ਮਤਲਬ ਸ਼ਰਿੰਕ ਹੋ ਗਈ ਹੈ ਰਿਵਰ। ਤੇ ਫਿਰ ਉਸ ਤੋਂ ਬਾਅਦ ਬਾਰਿਸ਼ ਆ ਜਾਂਦੀ ਹੈ। ਸੋ ਰੀਅਲੀ ਰੇਨ, ਰਿਵਰ ਤੋਂ ਜੋ ਆਪਣੀ ਨੈਚੁਰਲ ਬੋਡੀਜ਼, এনवायरमेंट ਉਹਨੂੰ ਸੈਲੀਬ੍ਰੇਟ ਕੀਤਾ ਹੈ ਨਾਵਲ ਦੇ ਵਿੱਚ। ਤੇ one thing is connected to another, trees and the ecosystem and the rivers and the rain, crops, harvest, ਇਹ ਸਾਰਾ ਚੀਜ਼ਾਂ ਦਾ ਬਹੁਤ ਜ਼ਿਕਰ ਹੈ ਨਾਵਲ ਦੇ ਵਿੱਚ। ਖਾਸ ਕਰ ਸੀਜ਼ਨਸ ਤੋਂ ਸ਼ੁਰੂ ਹੁੰਦੇ ਆਪਾਂ, ਵਿੰਟਰ ਤੋਂ ਸ਼ੁਰੂ ਹੁੰਦੇ ਫਿਰ
ਤੁਸੀਂ এনवायरमेंटल ਹਾਂਜੀ ਫਿਰ ਤਾਂ remote ਤੁਸੀਂ ਕੀ ਰਿਸ਼ਤਾ ਮਿੱਥਦੇ ਹੋ? ਜੇ ਮੈਂ ਇੱਕ ਤਾਂ ਇਹ ਪੱਖ ਆ ਗਿਆ ਗ੍ਰੈਗਰੀਨ ਵਾਲਾ, ਪਰ ਜੇ ਆਪਾਂ ਲਿਟਰੇਚਰ ਦੇ ਹਵਾਲੇ ਨਾਲ ਹੀ ਗੱਲ ਕਰੀਏ, ਜੋ ਦਰਿਆਵਾਂ ਦਾ ਹਵਾਲਾ ਰਿਹਾ, ਤਾਂ ਜਿਹੜੇ 5 ਦਰਿਆ ਨੇ ਸਾਡੇ ਪੰਜਾਬ ਦੇ, ਉਹਦੇ ਨਾਲ ਤੁਸੀਂ ਕੀ ਦੇਖਦੇ ਹੋ? ਘੱਗਰ ਦਾ ਕੀ ਰਿਸ਼ਤਾ ਬਣਦਾ? ਤੁਹਾਡੀ ਕਹਾਣੀ ਦਾ ਜਿਹੜਾ ਸੰਮੀ ਦੀ ਜਿਹੜੀ ਕਹਾਣੀ ਹੈ, ਉਹਦਾ ਜਿਹੜੀਆਂ ਉਦੋਂ ਦੀਆਂ ਲਵ ਲੈਜੈਂਡਸ ਨੇ ਜਿਹੜੀਆਂ 5 ਦਰਿਆਵਾਂ ਤੇ ਹੋਈਆਂ ਨੇ, ਉਹਨਾਂ ਨਾਲ ਕੀ ਰਿਸ਼ਤਾ ਬਣਦਾ? ਹਾਂਜੀ ਇੱਕ ਲਵ ਸਟੋਰੀ ਹੈ, ਇਹਦੇ ਚ ਵੀ ਉਹ ਲੜਕੀ ਵੇਟ ਕਰ ਰਹੀ ਹੈ। ਨੋਵਲ ਦੇ ਸ਼ੁਰੂ ਚ ਜੋ ਐਪੀਗ੍ਰਾਫ ਲਿਖਤਾ ਹੈ ਉਹ ਹੀਰ ਬਾਰਿਸ਼ਾਹ ਤੋਂ ਲਿਖਤਾ ਹੈ, ਉੱਥੇ ਵੀ ਸੇਕਰਡ ਰਿਵਰ ਦਾ ਜ਼ਿਕਰ ਹੈ। ਉਹ ਜਿਹੜੀਆਂ ਲਾਈਨਸ ਲਿਖਤੀਆਂ ਨੇ ਉਹ ਮੈਂ ਖੁਦ ਟ੍ਰਾਂਸਲੇਟ ਕੀਤੀਆਂ ਨੇ ਇਨਟੂ ਇੰਗਲਿਸ਼, ਤੇ ਫਰਮ ਬਾਰਿਸ਼ਾਹ's ਹੀਰ। ਸੋ ਜੋ ਰਿਵਰ ਹੈ, ਜਿਵੇਂ ਮੈਂ ਕਹਿ ਰਿਹਾ, ਇਹਨੂੰ ਇੱਕ ਸੇਕਰਡ ਕਿਹਾ ਜਾਂਦਾ ਹੈ ਕਿ ਇਹ ਜਿਹੜੀਆਂ ਖਵਾਜਾ ਮੰਨਿਆ ਜਾਂਦਾ। ਹਾਂਜੀ 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 ਜੀ। sitting on the haloed river bank, meaning we ਜਿਹੜਾ ਬਹੁਤ sacred water ਹੈ, ਇੱਥੇ ਮੈਂ ਬੈਠ ਕੇ pledge ਕਰਦੀ ਹਾਂ। So similarly ਜੋ ਸੰਮੀ ਹੈ, ਉਹ ਜਦੋਂ not just ਸੰਮੀ, ਜਿਹੜੇ ਦੋਨੋਂ ਉਹਦੇ siblings ਨੇ boys, ਉਹ ਵੀ ਜਦੋਂ ਵੀ river ਦੀ reference ਹੁੰਦੀ ਹੈ is with respect, is a mark of respect, with sacredness। ਤੇ ਉਹਨਾਂ ਦੇ moods, ਉਹਨਾਂ ਦੇ ਜੋ feelings, temperaments ਇੱਕ particular time ਤੇ ਨੇ, ਉਹ river ਦੇ through manifest ਹੁੰਦੇ ਨੇ। ਜਿਵੇਂ ਸੰਮੀ ਦੀ ਟਾਈਡ ਅਪ ਹੈ, ਹੁਣ ਲੋ ਹੈ, ਉਹਦੇ ਮਨ ਦੇ ਵਿੱਚ ਉਹ ਚਾਹੇ ਕਿ ਹਰ ਪਲ ਉਹ ਨਦੀ ਨੂੰ ਦੇਖ ਨਹੀਂ ਸਕਦੀ, ਨੇੜੇ ਹੀ ਹੈ, ਪਰ ਉਹਦੇ ਮਨ ਦੇ ਵਿੱਚ ਰਿਵਰ ਇਜ਼ ਐਜ਼ ਇਟਸ ਰਨਿੰਗ ਥਰੂ ਹਰ ਸਬਕੌਂਸ਼ੀਅਸ ਮਾਈਂਡ। ਤੇ ਰਿਵਰ ਦੀ ਇਹਦੇ ਚ ਸਿਗਨੀਫੀਕੈਂਸ ਇਹ ਹੈ ਕਿ ਬੱਚੇ ਨੇ ਜਿਹੜੇ ਦੇ ਹੈਵ ਗਰੋਨ ਅਪ ਇਨ ਐਨ ਐਗਰੇਰੀਅਨ ਸੈਟਅਪ, ਤੇ ਇਹਨਾਂ ਨੂੰ ਪਤਾ ਹੈ ਪਾਣੀ ਦੀ ਕਦਰ ਹੈ ਇਹਨਾਂ ਨੂੰ, ਤੇ ਇਹਨਾਂ ਨੂੰ ਇਹ ਵੀ ਪਤਾ ਹੈ ਕਿ ਕਿਵੇਂ ਉਹਨਾਂ ਦੀ ਆਪਣੀ ਫੈਮਿਲੀ ਸਸਟੇਨਡ ਬਾਈ ਦ ਰਿਵਰ। ਸੋ ਰਿਵਰ ਉਹਨਾਂ ਦੇ ਨੈਰੇਟਿਵ ਚ, ਚਾਹੇ ਕਿ ਕਿਰਪਾਲ ਹੈ, ਚਾਹੇ ਜਸਜੀਤ ਹੈ, ਚਾਹੇ ਸੰਮੀ, ਬਾਰ-ਬਾਰ ਨਦੀ ਦਾ ਜ਼ਿਕਰ ਹੁੰਦਾ ਹੈ। ਤੇ ਇਹ ਵੀ ਇੱਕ ਹਕੀਕਤ ਦੇ ਏਰੀਆ ਦੀ, ਜੋ ਪੀਪਲ ਹੂ ਨੋ ਦੈਟ ਏਰੀਆ। ਸੋ ਜਦੋਂ ਇਹ ਨੋਵਲ ਹੈਜ਼ ਬੀਨ ਸੈਟ ਇਨ ਦੀ 1946, ਉਦੋਂ all of this area was part of the ਪਟਿਆਲਾ ਰਿਆਸਤ, ਬਹੁਤ ਵੱਡੀ ਸੀ। ਸੋ ਹਾਲਾਂਕਿ ਉਹ ਸੰਗਰੂਰ ਦੇ ਨੇੜੇ ਸੀ, ਪਰ ਇਹ they were part of the ਪਟਿਆਲਾ ਰਿਆਸਤ। ਹਾਂਜੀ, all of villages that novel। ਤੇ ਹੁਣ ਦੀ ਅੱਜ ਦੀ ਤਰੀਕ ਚ ਵੀ ਮੈਂ ਤੁਹਾਨੂੰ ਦੱਸਦੀ ਹਾਂ ਕਿ ਜਿਹੜੇ ਸੰਗਰੂਰ ਦੇ ਲੋਕ ਹੈ, ਉਹ ਜਿਹਨਾਂ ਦੀ ਜੋ ਸਟਾਈਲ ਹੈ ਬੋਲਣ ਦਾ, ਜੇ ਕਿਵੇਂ ਆਪਾਂ ਕਿਸੇ ਨੂੰ ਪੁੱਛੀਏ ਕਿ ਕੋਈ ਕਿੱਥੇ ਚਲਾ ਗਿਆ ਜਾਂ ਕੋਈ ਚਲੇ ਗਏ, they will always say oh ਭੱਗ ਗਏ, like they are ਹਾਂਜੀ। so ਇਹ ਵੀ ਮੈਨੂੰ ਕਈ ਲੋਕਾਂ ਨੇ ਕਿਹਾ, because people don't know about the river ਘੱਗਰ, they will always say ਹਾਂ ਭੱਗ ਗਏ ਕੀ ਕਹਿੰਦੇ ਹੋ, ਉੱਥੇ ਕਿਹੜਾ ਤੁਹਾਡੇ ਸਤਲੁਜ ਦਰਿਆ ਵਗਦਾ ਹੈ। so this is a reality, I always say ਕਿ ਹਾਂਜੀ ਸਤਲੁਜ ਦਰਿਆ ਤਾਂ ਨਹੀਂ ਵਗਦਾ, but we have a river and it is fundamentally important to the farmland over there, ਕਿਉਂਕਿ ਉੱਥੇ ਟਿੱਬੇ ਸੀ ਬਹੁਤ ਜ਼ਿਆਦਾ for the longest time, ਤੇ river ਨੇ ਬਹੁਤ ਕੁਝ possible ਕਰਤਾ। ਸਾਰਾ ਉਹ ਜਿਹੜੇ ਸੈਂਡੀ ਡੂਨ ਸੀਗੇ, ਸਾਰਿਆਂ ਨੂੰ ਕਨਵਰਟ ਕਰਤਾ ਫਾਰਮਲੈਂਡਸ, ਤੇ ਬਹੁਤ ਰਿਵਰ ਦੀ ਕੰਟਰੀਬਿਊਸ਼ਨ ਹੈ। ਇੱਕ ਅੱਛੀ ਇੱਕ ਲੋਕਾਂ ਦੇ ਮਾਈਂਡ ਦੇ ਵਿੱਚ ਇੱਕ ਬਿਊਟੀਫੁਲ ਸੈਂਟੀਮੈਂਟ ਇਵੋਕ ਕਰਦੀ ਹੈ। ਤੁਸੀਂ, ਮੇਰਾ ਅਗਲਾ ਸਵਾਲ ਉਹੀ ਸੀ, ਤੁਸੀਂ ਟਿੱਬਿਆਂ ਦਾ ਜ਼ਿਕਰ ਕੀਤਾ ਕਿ ਤੁਸੀਂ ਸਾਊਥ ਪੰਜਾਬ ਦੀ ਗੱਲ ਕਰ ਰਹੇ, ਮੈਂ ਸਾਊਥ ਮਾਲਵੇ ਤੱਕ ਵੀ ਜੇ ਆਪਾਂ ਜਾਂਦੇ ਹਾਂ ਤਾਂ ਟਿੱਬੇ ਬਹੁਤ ਵੱਡਾ ਜ਼ਿਕਰ ਹੈ, ਬੈਰਨ ਲੈਂਡ ਹੈ। ਤਾਂ ਅਸੀਂ ਦੇਖਦੇ ਹਾਂ ਕਿ ਹੁਣ ਸਾਡੇ ਹੁਣ ਦੇ ਜ਼ਮਾਨੇ ਦੇ, ਮਤਲਬ ਕਿ ਇੱਕ ਆਰਟਿਸਟ ਹੋਏ ਨੇ ਸਿੱਧੂ ਮੂਸੇਵਾਲਾ, ਉਹਨੇ ਵੀ ਆਪਣੀਆਂ ਗੀਤਾਂ ਦੇ ਵਿੱਚ ਲਿਖਿਆ ਕਿ ਟਿੱਬਿਆਂ ਦਾ ਪੁੱਤ, ਤੇ ਦੂਸਰਾ ਉਹਨੇ ਲਿਖਿਆ ਕਿ ਸਾਡੇ ਮਿਰਜੇ ਰਾਂਝੇ ਜੰਮਦੇ ਨਹੀਂ, ਸਾਡੇ ਲਾਣੇ ਜੌਣੇ ਸੁੱਚਿਆਂ ਦੇ। ਮੇਰਾ ਸਵਾਲ ਇਹ ਹੈ ਕਿ ਜਦੋਂ ਇਸ ਕਿਸਮ ਦੀ ਲੈਂਡ ਹੁੰਦੀ ਹੈ ਤਾਂ ਤੁਹਾਨੂੰ ਲੱਗਦਾ ਕਿ ਕਿਤੇ ਨਾ ਕਿਤੇ ਉਹ ਜਿਹੜੀਆਂ ਲਵ ਲੈਜੈਂਡਸ ਨੇ, ਜਿੰਨੀਆਂ ਜ਼ਿਆਦਾ ਪ੍ਰੈਵਲੈਂਟ ਰਹੀਆਂ ਨੇ ਵੈਸਟ ਪੰਜਾਬ ਦੇ ਲਿਟਰੇਚਰ 'ਚ, ਇੱਥੇ ਜਦੋਂ ਤੁਸੀਂ ਜੌਣੇ ਮੋੜ ਦੀ ਕਹਾਣੀ ਸੁਣਦੇ ਹੋ, ਤੁਸੀਂ ਸੁਣਦੇ ਹੋ ਸੁੱਚੇ ਸੂਰਮੇ ਦੀ ਕਹਾਣੀ, ਤਾਂ ਉਹ ਇੱਕ ਪੱਖ ਹੈਗਾ ਕਿ ਜਿਹਦੇ ਵਿੱਚ ਵਾਰੀਅਰ ਟ੍ਰੈਡੀਸ਼ਨ ਨੂੰ ਵੱਧ ਸੈਲੀਬ੍ਰੇਟ ਕੀਤਾ ਗਿਆ ਦੈਨ ਦਿਸ ਲਵ ਟ੍ਰੈਡੀਸ਼ਨ ਐਂਡ ਆਲ, ਜਿਹੜੀਆਂ ਕਿ ਸਾਡੇ ਨਾਇਕ ਨੇ, ਕਈ ਤਰ੍ਹਾਂ ਦੇ ਨਾਇਕ ਨੇ ਸੱਭਿਆਚਾਰ ਦੇ ਵਿੱਚ। ਤਾਂ ਇਸ ਖਿੱਤੇ ਦੇ ਵਿੱਚ ਜਿਹੜੀ ਵਾਰੀਅਰ ਟ੍ਰੈਡੀਸ਼ਨ ਹੈ ਉਹ ਜ਼ਿਆਦਾ ਪ੍ਰੈਵਲੈਂਟ ਰਹੀ ਹੈ। ਹਾਂਜੀ, ਜੋ ਲਵ ਸਟੋਰੀਜ਼ ਹੈ, ਮੈਂ ਹੁਣ ਉਹ ਵਾਰੀਅਰ ਟ੍ਰੈਡੀਸ਼ਨ ਤੇ ਵੀ ਮੈਂ ਆਉਂਗੀ। ਜਿਹੜੇ ਇਹ ਇੱਕ ਬੰਦੇ ਨੂੰ ਇਹਨਾਂ ਨੇ ਬਹੁਤ ਰੈਜ਼ਿਲੀਐਂਟ ਬਣਾਇਆ ਹੈ। ਇਹ ਇੱਕ ਰੈਜ਼ਿਲੀਐਂਸ ਹੈ। ਦੇਖੋ, ਇਹ ਬੰਦੇ ਉੱਥੋਂ ਫਿਰ ਬਾਰਡਰ ਕ੍ਰਾਸ ਕਰਕੇ ਥੋੜੀ ਅੱਗੇ ਬਠਿੰਡੇ ਤੋਂ ਉਧਰ ਰਾਜਸਥਾਨ ਵੀ ਗਏ, ਉੱਥੇ ਵੀ ਕੋਈ ਆਇਆ ਤਾਂ ਸੀ ਨਹੀਂ, ਉੱਥੇ ਬਹੁਤ ਬੜਾ ਟਫ ਲਾਈਫ ਸੀ। ਹਾਂਜੀ, ਜਿਹੜੀ ਉਹ ਲੈਂਦੇ ਸੀ। ਇਹ ਸਟੋਰੀ ਦੇ ਵਿੱਚ ਜੋ ਸੰਮੀ ਦਾ ਬ੍ਰਦਰ, ਸੈਕੰਡ ਬ੍ਰਦਰ ਹੈ ਉਹਦਾ, ਐਲਡਰ ਬ੍ਰਦਰ ਕਿਰਪਾਲ, ਉਹ ਵੀ ਜਾਂਦਾ, ਉਹ ਕਹਿੰਦਾ ਮੈਂ ਰਾਜਸਥਾਨ ਜਾਊਂਗਾ। ਉਹਦੇ ਫਾਦਰ ਵੀ ਕਹਿੰਦੇ ਵੀ ਉੱਥੇ ਕੀ ਪਿਆ ਹੈ, ਹਨਾ, ਤੇ ਵੀ ਉੱਥੇ ਕੌਣ ਕੋਈ ਜਿਹੜਾ ਗਿਆ ਉਹ ਵੀ ਪੁੱਛਦਾ ਰਿਹਾ ਵੀ ਤੁਸੀਂ ਕਿੱਥੇ ਜਾਓਗੇ।
ਸੋ ਉਹ ਵੀ ਇੱਕ ਚੈਲੰਜ ਲੈਂਦਾ, ਉਹ ਕਹਿੰਦਾ ਨਹੀਂ ਹੁਣ ਗੰਗ ਕਨਾਲ ਹੋ ਗਿਆ, ਮੈਂ ਜਾਊਂਗਾ ਉੱਥੇ ਸਭ ਕੁਝ ਉਗਦਾ ਜੋ ਪੰਜਾਬ ਚ ਉਗਦਾ ਉੱਥੇ ਵੀ ਉਗਦਾ। ਸੋ ਹੀ ਗੋਜ਼ ਓਵਰ ਦੇयर। ਉਹਦਾ ਫਰੈਂਡ ਉਸ ਤੋਂ ਪਹਿਲਾਂ ਹਨੂਮਾਨਗੜ੍ਹ ਗਿਆ। ਸੋ ਇਟਸ ਐਸ ਥੋ ਦੇ ਵਰ ਫੋਲੋਇੰਗ ਦ ਟ੍ਰੇਲ ਆਫ ਦ ਰਿਵਰ। ਤੇ ਹਨੂਮਾਨਗੜ੍ਹ ਚ ਵੀ ਮੈਂ ਤੁਹਾਨੂੰ ਜਿਵੇਂ ਦੱਸਿਆ ਘੱਗਰ ਰਿਵਰ ਹੈ, ਇਹਨੂੰ ਪਹਿਲਾਂ ਸਰਸਵਤੀ ਵੀ ਕਈ ਕਹਿੰਦੇ ਸੀ, ਰੈਫਰ ਕਰਦੇ ਸੀ ਘੱਗਰ ਰਿਵਰ ਨੂੰ। ਹਾਂਜੀ, ਸੋ ਇਹ ਹੁਣ ਜਿਵੇਂ ਰਾਜਸਥਾਨ ਚ ਜੇ ਕਾਮਨ ਫੋਕਲੋਰ ਆ ਉਸ ਏਰੀਆ ਚ ਕਹਿੰਦੇ ਸੀ ਵੀ ਸਰਸਵਤੀ ਸੀ ਇੱਥੇ, ਉਹ ਸੁੱਕ ਗਈ ਹੈ ਨਾ, ਉਹ ਇਟ ਹੈਜ਼ ਯੈਸ, ਡਰਾਈਡ। ਉਹ ਦੈਟ ਮਿਥੋਲੋਜੀਕਲ ਐਂਗਲ। ਹਾਂਜੀ। ਤੇ ਪਰ ਜੀ ਹਨੂਮਾਨ 에ਅਰਪੋਰਟ ਹੈ ਉੱਥੇ ਹਲੇ ਵੀ ਘੱਗਰ ਹੈ ਬਹੁਤ, ਉਹ ਫੀਲਡਸ ਨੂੰ ਇਰੀਗੇਟ ਕਰਦੀ ਹੈ, ਉਹਨੇ ਬਹੁਤ ਕੰਟਰੀਬਿਊਟ ਕੀਤਾ ਹੈ ਹਨੂਮਾਨਗੜ੍ਹ ਦੀ ਇਕਨੋਮੀ ਨੂੰ। ਸੋ ਇਹ ਲਵ ਸਟੋਰੀ ਦੀ ਹੁਣ ਮੈਂ ਤੁਹਾਨੂੰ ਗੱਲ ਦੱਸਦੀ ਹਾਂ, ਜਿਹੜਾ ਹੀਰ ਵਾਰਿਸ ਸ਼ਾਹ ਦਾ ਮੈਂ ਐਪੀਗ੍ਰਾਫ ਚੂਜ਼ ਕੀਤਾ, ਇਹ ਵੀ ਸਾਡੇ ਏਰੀਆ 'ਚ ਬਹੁਤ ਗਾਈ ਜਾਂਦੀ ਸੀ, ਇੱਕ ਬਹੁਤ ਇੱਕ ਰਿਵੀਅਰਡ ਟੈਕਸਟ ਸੀ। ਹੁਣ ਹੀਰ ਦੀ ਗੱਲ ਇਹ ਹੈ ਕਿ ਜਦੋਂ ਕੈਟਲ ਬਿਮਾਰ ਹੋ ਜਾਂਦੀ ਸੀ ਨਾ, ਪਸ਼ੂ ਆਪਣੇ ਘਰ 'ਚ, ਜੀ 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 ਜੀ, ਬਿਲਕੁਲ। ਸਾਡਿਆਂ ਨੂੰ ਬੁਲਾਉਂਦੇ ਸੀ ਗਾਈ ਜਾਵੇ, ਉਹਨਾਂ ਸੇਕ੍ਰੇਡ ਸਪੇਸ ਦਿੱਤਾ ਗਿਆ, ਇੱਕ ਲਵ ਲੈਜੈਂਡ ਤੋਂ ਉੱਪਰ ਉੱਠ ਕੇ ਇੱਕ ਪਲੇਸ ਆਫ ਸੇਕ੍ਰੇਡਨੈਸ ਉਹਨੇ ਅਸਿਊਮ ਕੀਤੀ। ਹੁਣ ਸਾਡੇ ਘਰ ਯੂ نو ਵੀ ਕੈਟਲ ਬਿਮਾਰ ਹੈ ਤਾਂ ਉਹਨਾਂ ਨੂੰ, ਸੋ ਬਾਕੀ ਜਿਹੜੇ ਲੜਕੇ ਸੀ ਉਹਨਾਂ ਨੂੰ ਵੀ ਪਤਾ ਸੀ ਕਿ ਹੀਰ ਗਾਣੀ ਕੋਈ ਆਸਾਨ ਗੱਲ ਨਹੀਂ, ਯੂ ਹੈਵ ਟੂ ਬੀ ਲਾਈਕ ਅ ਸਟਰੋਂਗ ਪਰਸਨ। ਸੋ ਇਹ ਆਮ ਬੰਦਾ, ਕੋਈ ਬਿਮਾਰ ਬੰਦਾ ਜਾਂ ਕੋਈ ਕਮਜ਼ੋਰ ਬੰਦਾ ਉਹ ਗਾ ਵੀ ਨਹੀਂ ਸਕਦਾ ਸੀ ਹੀਰ। ਇਟ ਵਾਸ ਆਲਵੇਜ਼ a boy who was singing in that high pitched tone. ਸੋ ਇਹ ਲਵ ਲੈਜੈਂਡਸ ਨੂੰ ਇੱਕ ਸੇਕ੍ਰੇਡ ਸਪੇਸ ਦਿੱਤਾ ਗਿਆ ਸਾਊਥ ਪੰਜਾਬ। ਸੋ ਉਸ ਤੋਂ ਜੁਦਾ ਨਹੀਂ ਸੀ ਕਲਚਰ। ਹਾਂਜੀ, ਉਹ ਉਸ ਤੋਂ ਕਾਫੀ। ਸੋ ਇਹ ਐਪੀਗ੍ਰਾਫੀ ਮੈਂ ਤਾਂ ਹੀ ਚੂਜ਼ ਕੀਤਾ ਕਿ ਕੈਟਲ ਬਿਮਾਰ ਹੋਣ ਤੋਂ ਲੈ ਕੇ ਜਦੋਂ ਬॉयਜ਼ ਦੀ ਗੈਦਰਿੰਗ ਹੁੰਦੀ ਸੀ ਤੇ ਜਿਹੜਾ ਸਟਰੋਂਗੈਸਟ ਬॉय ਸੀ, ਜਿਵੇਂ ਆਪਾਂ ਬੋਡੀ ਬਿਲਡਰ ਕਹਿ ਦਿੰਦੇ ਹਾਂ ਅੱਜ ਕੱਲ ਦਾ, ਉਹਨੂੰ ਕਿਹਾ everybody could not be in really good health and robust person to be able to sing ਹੀਰ। ਤੇ ਗਾਈ ਜਾਂਦੀ ਸੀ, ਕਦੇ ਕੋਈ ਗੈਸਟ ਆ ਜਾਂਦੇ ਸੀ ਤਾਂ ਵੀ ਹੀਰ ਦੇ ਪੰਨੇ ਪੜੇ। ਤੁਸੀਂ ਕਹਿ ਰਹੇ ਹੋ ਕਿ ਵੀ ਜਿਹੜੀ ਬੈਰਨ ਲੈਂਡ, ਡਿਸਪਾਈਟ ਬੀਇੰਗ ਅ ਬੈਰਨ ਲੈਂਡ, the concept of the love legends and tradition of the love legends was very much in existence. ਹਾਂਜੀ, ਰੂਰਲ ਸਾਈਕੀ ਦੇ ਵਿੱਚ ਇਹਦੀ ਬਹੁਤ ਇੱਕ ਸੇਕ੍ਰੇਡ ਹੈ, ਇੱਕ ਲਵ ਸਟੋਰੀ ਤੋਂ ਉੱਪਰ ਉੱਠ ਕੇ ਇੱਕ ਸੇਕ੍ਰੇਡ ਟੈਕਸਟ ਹੈ ਕਿ ਆਪਾਂ ਏਰੀਅਨ ਹਾਊਸ ਹੋਲਡ ਹੈ, ਉਹਦੇ ਵਿੱਚ ਜਿਹੜੇ ਡੰਗਰ ਨੇ, ਕੈਟਲ ਹੈ, ਉਹਦੀ ਇੱਕ ਬਹੁਤ ਸਿਗਨੀਫਿਕੈਂਸ ਹੈ, ਬਹੁਤ ਇੰਪੋਰਟੈਂਟ ਫੈਮਿਲੀ ਮੈਂਬਰਸ ਹੁੰਦੇ ਨੇ। ਉਹ ਜਦੋਂ ਬਿਮਾਰ ਹੋ ਜਾਂਦੇ ਸੀ ਸੱਚਮੁੱਚ ਢਾਡੀਆਂ ਨੂੰ ਬੁਲਾਇਆ ਜਾਂਦਾ ਸੀ ਕਿ ਤੁਸੀਂ ਹੀਰ ਗਾਓ ਫਿਰ ਠੀਕ ਹੋ ਜਾਣਗੇ। ਸੋ ਉਹਨਾਂ ਨੂੰ ਇੰਨੀ ਥਾਂ ਦਿੱਤੀ ਗਈ ਹੈ। ਇਹ ਜਿਹੜੇ ਵਾਰੀਅਰ ਟ੍ਰੈਡੀਸ਼ਨ ਹੈ, ਹੁਣ sort of connecting it to the theme of the story, ਕਿ ਬਹੁਤ ਲੋਕ ਗਏ ਸੀ। ਆਪਾਂ ਸਟੋਰੀ ਦੇ ਵਿੱਚ ਵੀ ਦੇਖਦੇ ਹਾਂ ਕਿ ਹਰੀ ਸਿੰਘ ਤੋਂ ਪਹਿਲਾਂ, ਹਰੀ ਸਿੰਘ who goes to fight in the Second World War, ਉਸ ਤੋਂ ਪਹਿਲਾਂ ਉਹਦੇ ਫਾਦਰ ਗਏ ਸੀ to fight in the First World War, he was fighting in Europe, in Belgium, ਤੇ ਉਸ ਤੋਂ ਬਾਅਦ ਹੁਣ ਹਰੀ ਸਿੰਘ is fighting in the Southeast Asian theatre। ਸੋ ਇੱਥੋਂ ਬਹੁਤ ਲੋਕ ਰਿਕਰੂਟ ਹੋ ਕੇ they have been serving in both the wars, ਉਸ ਤੋਂ ਬਾਅਦ ਵੀ in the Indian Army in independent India। ਸੋ ਵਾਰੀਅਰ ਟ੍ਰੈਡੀਸ਼ਨ, ਇਹ ਜਿਵੇਂ ਤੁਸੀਂ ਮੈਂਸ਼ਨ ਕੀਤਾ, ਹਾਂਜੀ, ਇਹ ਇੱਕ ਸਿਗਨੀਫਿਕੈਂਟ ਟ੍ਰੈਡੀਸ਼ਨ ਹੈ। ਇਹਨੂੰ ਇੱਕ ਆਨਰੇਬਲ ਗੱਲ ਮੰਨੀ ਜਾਂਦੀ ਸੀ ਵੀ ਉਹਦੇ ਲਈ ਵੀ ਤੁਹਾਨੂੰ ਤਕੜੇ ਹੋਣਾ ਪੈਂਦਾ ਸੀ ਟੂ ਬੀ ਪਿਕਡ ਅਪ ਆਰਮੀ। ਹੋਰ ਦੇਖਦੇ ਸੀ ਦੇ ਹੈਡ ਟੂ ਬੀ ਰੋਬਸਟ ਫਾਰਮ ਬॉयਜ਼, ਹਰ ਇੱਕ ਨੂੰ ਉਹ ਰਿਕਰੂਟ ਵੀ ਨਹੀਂ ਕਰ ਲੈਂਦੇ ਸੀ। ਹਾਂਜੀ, ਸੋ ਇਹ ਠੀਕ ਹੈ ਟ੍ਰੈਡੀਸ਼ਨ ਸੀ ਐਂਡ ਇਟ ਵਾਸ ਅ ਟ੍ਰੈਡੀਸ਼ਨ ਦੈਟ ਦੇ ਵਰ ਪ੍ਰਾਊਡ ਆਫ। ਹਾਂਜੀ। ਤੋ ਜਿਵੇਂ ਤੁਸੀਂ, ਜੇ ਆਪਾਂ ਸ਼ੰਮੀ ਦੇ ਕਰੈਕਟਰ ਦੇ ਹਵਾਲੇ ਨਾਲ ਜਦੋਂ ਸੱਭਿਆਚਾਰ ਦੇ ਵਿੱਚ ਔਰਤ ਦੀ ਹਾਜ਼ਰੀ ਦੀ ਗੱਲ ਕਰਦੇ ਹਾਂ, ਜਾਂ ਉਹਦੀ ਜਿਹੜੀ ਸੈਪਰੇਸ਼ਨ ਦੀ ਜਿਹੜੀ ਉਹਦੀ ਦੁੱਖ ਆ, ਜਾਂ ਉਹਦੀ ਜਿਹੜੀ ਵਰਡ ਵਿਊ ਆ, ਮਤਲਬ ਕਿ ਜਿਹੜੀ ਕੋਈ ਇੱਕ ਪੋਲੀਟੀਕਲ ਵਾਰ ਇਜ਼ ਅ ਪੋਲੀਟੀਕਲ ਇੰਟਰਵੈਂਸ਼ਨ ਇਨ ਅ ਪਰਸਨਲ ਰਿਲੇਸ਼ਨਸ਼ਿਪ, ਤਾਂ ਉਹਦੇ ਵਿੱਚ ਤੁਸੀਂ ਕੀ ਦੇਖਦੇ ਹੋ ਕਿ ਉਹ ਸ਼ੰਮੀ ਜਿਹੜੀ ਸੈਟਿੰਗ ਦੇ ਵਿੱਚ ਬੈਠੀ ਹੈ, ਜਿਹਦੇ ਵਿੱਚ ਔਰਤ ਦਾ ਇੱਕ ਹਵਾਲਾ, ਜਿਹਦੇ ਵਿੱਚ ਉਡੀਕ ਦਾ ਹਵਾਲਾ, ਜਿਹਦੇ ਵਿੱਚ ਜੁਦਾਈ ਦਾ ਹਵਾਲਾ, ਤਾਂ ਉਹਦੇ ਵਿੱਚ ਉਹ ਕੀ ਕਨਵੇ ਕਰ ਰਹੀ ਹੈ ਸ਼ੰਮੀ ਜਿਹੜੀ ਆ, ਉਹ ਓਵਰਆਲ ਜਿਹੜੀ ਵੂਮਨ ਆ, ਉਹਦੀ ਜਿਹੜੀ ਉੱਥੇ ਸਿਚੁਏਸ਼ਨ ਆ ਉਸ ਏਰੀਏ ਦੀ, ਜਾਂ ਉਸ ਮਾਲਵੇ ਦਾ, ਉਸ ਖਿੱਤੇ ਦੇ ਵਿੱਚ ਜਿਹੜੀ ਵੂਮਨ ਦੀ ਪੋਜੀਸ਼ਨਿੰਗ ਆ, ਉਹ ਸ਼ੰਮੀ ਦੇ ਥਰੂ ਕਿੱਦਾਂ ਰਿਫਲੈਕਟ ਹੁੰਦੀ ਹੈ? ਹਾਂਜੀ, ਉਹ ਹੁਣ ਇਹ ਹੈ ਕਿ ਲਿਮਿਟਡ ਚੋਇਸਿਸ ਸੀ ਔਰਤਾਂ ਨੂੰ। ਹੁਣ ਆਪਾਂ ਦੇਖਦੇ ਹਾਂ ਇੱਕ ਹੋਰ ਕੈਰੈਕਟਰ ਹੈ ਨੋਵਲ ਦੇ ਵਿੱਚ, ਪ੍ਰੀਤੋ, ਉਹਦੇ ਹਸਬੈਂਡ ਹੋ ਜਾਂਦੀ ਹੈ। ਸੋ ਕੀ ਉਹਦੇ ਕੋਲ ਚੋਇਸ ਹੈ? ਸ਼ੀ ਜਸਟ ਹੈਡ ਟੂ ਮੂਵ ਔਨ। ਉਹਦੀ ਮੈਰਿਜ ਹੋ ਜਾਂਦੀ ਹੈ ਟੂ ਐਨ 올ਡਰ ਮੈਨ ਹੂ ਹੈਜ਼ ਅ ਚਾਈਲਡ। ਤੇ ਹੁਣ ਇਹ ਜਿਵੇਂ ਸੰਮੀ ਹੈ, ਇਹ ਸ਼ੀ ਇਜ਼ ਐਟ ਕ੍ਰਾਸ ਰੋਡਸ। ਇਹਨੂੰ ਹਲੇ ਹੈ ਜੀ ਕੋਈ ਕਨਫਰਮਿੰਗ ਲੈਟਰ ਨਹੀਂ ਆਈ ਕਿ ਯੂ نو ਯੋਰ ਹਸਬੈਂਡ, ਤੇ ਉਹ ਉਸ ਤੋਂ ਉਹ ਇੱਕ ਹੁਣ ਹੋਪ ਹੈ, ਜਿਵੇਂ ਹੋਪ ਅਗੇਂਸਟ ਹੋਪ। It's been a long time. 1942 was the last time ਕਿ ਉਹਨੇ ਆਪਣੇ ਹਸਬੈਂਡ ਤੋਂ ਉਹਨੂੰ ਲੈਟਰ ਮਿਲੀ ਸੀ। ਫਿਰ all the way 1946 ਦੇ ਮਿਡਲ ਤੱਕ ਉਹਨੂੰ ਕੋਈ ਖਬਰ ਨਹੀਂ ਹੈ। ਬਟ ਹੁਣ ਇੱਕ ਹੋਪ ਹੈ, ਹੋਪ ਲੈ ਕੇ ਬੈਠੀ ਹੈ। ਤੇ ਹੁਣ ਇਹਨੂੰ ਆਪਾਂ ਜਦੋਂ ਇੱਕ ਕੈਰੈਕਟਰ ਨੂੰ ਸਮਝਦੇ ਹਾਂ,
ਆਪਾਂ ਉਹਨੂੰ ਟਾਈਮ ਪੀਰੀਅਡ ਦੇ ਵਿੱਚ ਸਿਚੁਏਟ ਕਰਕੇ ਸਮਝਦੇ ਹਾਂ। ਹੁਣ ਇੱਕ ਅੱਜ ਕੱਲ ਦੇ ਮਾਡਰਨ ਗਰਲਸ ਵਾਂਗੂ ਤਾਂ ਹੈ ਨਹੀਂ ਕਿ ਬਹੁਤ ਆਪਸ਼ਨਸ ਹੈ। ਉਹ ਸ਼ੀ ਗਾਟ ਮੈਰੀਡ ਐਟ 17, ਉਹਦਾ ਕੋਈ ਇੰਨਾ ਐਕਸਪੋਜ਼ਰ ਦੁਨੀਆ ਨਾਲ ਨਹੀਂ, ਲੋਕਾਂ ਨਾਲ ਨਹੀਂ, ਤੇ ਉਹ ਸ਼ੀ ਹੈਜ਼ ਫਾਲਨ ਇਨ ਲਵ ਵਿਚ ਵਾਸ ਕੁਆਇਟ ਐਕਸਪੈਕਟਡ। ਤੇ ਹੁਣ ਉਹ ਆਪਣੇ ਪੇਰੈਂਟਸ ਨੂੰ, ਫੈਮਿਲੀ ਨੂੰ ਬਾਰ-ਬਾਰ ਕਹਿੰਦੀ ਹੈ ਕਿ ਨਹੀਂ, ਆਈ ਕੈਨ ਨਾਟ, ਆਈ ਮੇਡ ਅ ਕਮਿਟਮੈਂਟ, ਦਿਸ ਇਜ਼ ਵਾਟ ਆਈ ਐਮ ਗੋਇੰਗ ਟੂ ਫੋਲੋ ਥਰੂ। ਸੋ ਬਾਰ-ਬਾਰ ਕਹਿੰਦੀ ਹੈ। ਉਹ ਵੀ ਜੇ ਉਹਨਾਂ ਦੇ ਪੱਖ ਤੋਂ ਦੇਖੋ, ਫੈਮਿਲੀ ਦੇ ਪੱਖ ਤੋਂ, ਉਹ ਵੀ ਸੋਚ ਰਹੇ ਨੇ ਕਿ ਹੁਣ ਇਹਨੂੰ ਰੀਹੈਬਿਲਿਟੇਟ ਕਰਨਾ ਹੈ, ਕਿਵੇਂ ਕਰਨਾ ਹੈ। ਜੋ ਇੱਕ ਬਹੁਤ ਸਿੰਪਥਾਈਜ਼ਿੰਗ ਬ੍ਰਦਰ ਹੈ ਜਸਜੀਤ, ਉਹ ਵੀ ਸੋਚ ਰਿਹਾ ਕਿ ਇੱਕ ਰਿਕੋਰਸ ਹੋਣਾ ਚਾਹੀਦਾ ਹੈ। ਕੋਈ ਖਬਰ ਆ ਗਈ ਤਾਂ ਦੇयर ਸ਼ੁੱਡ ਬੀ ਅ ਸੈਕੰਡ ਰਿਕੋਰਸ। ਉਹ ਵੀ ਆਪਣੇ ਬੈਕ ਆਫ ਹਿਸ ਮਾਈਂਡ ਹੀ ਸੇਇੰਗ ਦੈਟ। ਜੋ ਇੱਕ ਪੜ੍ਹਿਆ ਲਿਖਿਆ ਬੰਦਾ ਪ੍ਰੋਫੈਸਰ ਸ਼ੌਕਤ ਰਹਿਮਾਨ, ਉਹ ਵੀ ਕਹਿੰਦਾ ਵੀ ਇੱਕ ਸਿੰਗਲ ਲੜਕੀ ਦੀ ਜ਼ਿੰਦਗੀ ਇੰਡੀਆ 1946 ਇਹ ਕੋਈ ਆਸਾਨ ਜ਼ਿੰਦਗੀ ਨਹੀਂ ਹੈ। ਸੋ ਸਾਰੇ ਉਹ ਦੇ ਵਾਂਟ ਦ ਬੈਸਟ ਫॉर ਹਰ। ਸੋ ਸੰਮੀ ਦਾ ਇਹ ਹੈ ਕਿ ਜੋ ਉਹਨੇ ਇੱਕ ਰਿਜ਼ੋਲਵ ਕਰ ਲਿਆ ਕਿ ਨਹੀਂ, ਆਈ ਵਿਲ ਨਾਟ ਚੂਜ਼ ਦ ਪੈਥ ਆਫ ਰੀਮੈਰਿਜ। ਉਹ ਵੇਟ ਕਰਨਾ ਚਾਹੁੰਦੀ ਹੈ ਤੇ ਉਹਦੀ ਰੈਜ਼ਿਲੀਅੰਸ ਹੈ, ਉਹ ਲੈਂਡ ਦੀ ਰੈਜ਼ਿਲੀਅੰਸ ਨੂੰ ਵੀ ਰੈਪਰੈਜ਼ੈਂਟ ਕਰਦੀ ਹੈ, ਆਪਣੇ ਪੂਰੇ ਪੰਜਾਬ ਦੀ ਧਰਤੀ ਦੀ ਰੈਜ਼ਿਲੀਅੰਸ ਨੂੰ ਰੈਪਰੈਜ਼ੈਂਟ ਕਰਦੀ ਹੈ ਕਿ ਕਿੰਨੇ ਇਨਵੇਡਰਸ, ਕਿੰਨੇ ਕੌਂਕਰਰਸ ਆਏ, ਕਿਵੇਂ ਆਪਣੇ ਲੋਕਾਂ ਨੇ, ਆਵਾਮ ਨੇ ਕਿੰਨੇ ਬਰੇਵਲੀ ਉਹਨਾਂ ਨੂੰ ਫੇਸ ਕੀਤਾ। ਤੇ ਇੱਕ ਜੋ ਇੰਟਰਸਟਿੰਗ ਗੱਲ ਹੈ ਕਿ ਜਿਹੜੇ ਲੀਡਰ ਸੀ ਆਪਣੇ, ਕਈ ਵਾਰ ਉਹ ਜਾ ਕੇ ਇਨਵੇਡਰਸ ਨਾਲ ਰਲ ਗਏ, ਪਰ ਜਿਹੜੇ ਆਪਣੇ ਬੰਦੇ ਸੀ, ਆਵਾਮ, ਉਹ ਕਿੰਨੀ ਸੱਚੀ ਸੁੱਚੀ ਸੀ। ਉਹ ਸੰਮੀ 'ਚ ਵੀ ਉਹ ਗੱਲਾਂ ਨੇ ਕਿ ਉਹ ਜਦੋਂ ਕੋਈ ਇਨਵੇਡਰ ਆਉਂਦੇ ਸੀ, ਜੋ ਕੁਝ ਵੀ ਉਹਨਾਂ ਦੇ ਘਰ 'ਚ ਹੁੰਦਾ ਸੀ, ਕੋਈ ਡੰਡੇ, ਸੋਟੀਆਂ, ਜੋ ਕੁਝ ਵੀ, ਉਹ ਲੈ ਕੇ ਖੜੇ ਹੋ ਜਾਂਦੇ ਸੀ ਟੂ ਡਿਫੈਂਡ देयर लैंड। ਸੋ ਸੇਮ ਵੇ ਸੰਮੀ ਆ, ਉਹਦੇ 'ਚ ਇੱਕ ਰਿਜ਼ਿਸਟੈਂਸ, ਇਜ਼ ਨੋਟ ਗਿਵਿੰਗ ਇਨ। ਜੀ ਜੀ ਜੀ। corrupted by society that says ਕਿ ਤੁਸੀਂ ਆਪਣੀ ਸੇਫਟੀ ਦੇਖੋ। ਉਹ ਬਸ ਇਹ ਕੀਤੀ ਹੈ, she wants to stay true to that। ਸੰਮੀ ਦਾ ਮੈਸੇਜ ਹੈ ਕਿ ਜੋ ਤੁਹਾਡਾ ਬਿਲੀਫ ਸਿਸਟਮ ਹੈ ਉਹਨੂੰ ਆਨਰ ਕਰੋ। ਇਹ ਨਹੀਂ ਕਿ ਅੱਜ ਇੱਥੇ ਕੱਲ ਉੱਥੇ, ਬ੍ਰਦਰ ਨੇ ਕਹਿਤਾ, ਫਾਦਰ ਨੇ ਕਹਿਤਾ, ਮਦਰ ਨੇ ਕਹਿਤਾ। ਉਹ ਆਪਣਾ ਡਿਸੀਜਨ ਜੋ ਉਹਨੇ ਲਿੱਤਾ, ਉਹਦੇ ਨਾਲ she stays true all the way to the end। ਤਾਂ ਤੁਸੀਂ ਕੀ ਸਮਝਦੇ ਹੋ ਕਿ ਜਿੱਦਾਂ ਆਪਣੇ ਪੰਜਾਬੀ ਸੱਭਿਆਚਾਰ ਦੇ ਹਵਾਲੇ ਨਾਲ ਆਪਾਂ ਦੇਖਦੇ ਹਾਂ, ਜਦੋਂ ਔਰਤ ਦਾ ਇੱਕ ਪੇਸ਼ਕਾਰੀ ਹੁੰਦੀ ਹੈ ਤਾਂ ਉਹਨੂੰ ਇੱਕ ਫੇਥਫੁਲਨੈਸ ਦੇ ਐਂਗਲ ਤੋਂ ਨਹੀਂ ਦਿਖਾਇਆ ਜਾਂਦਾ। ਦਿਖਾਇਆ ਜਾਂਦਾ ਹੈ ਕਿ ਉਹ ਬੜੀ ਛੇਤੀ ਆਪਣੀ ਫੇਥਫੁਲਨੈਸ ਛੱਡ ਦਿੰਦੀ ਹੈ, ਬਟ ਸ਼ਮੀ ਹੈਜ਼ ਪੋਰਟਰੇਡ ਅਦਰਵਾਈਜ਼ ਨਾ। तो जो एपिक हीरोइन है अपनी पंजाब की, in that great जो सम्मी है वो बहुत resilient brave है, अपने जो उन्हें pledge ਕੀਤਾ ਹੈ ਉਹ ਉਹਨੂੰ honor ਕਰਦੀ ਹੈ all the way to the end। ਹਾਂਜੀ ਜੀ। ਤੇ ਜਿਸ ਤਰ੍ਹਾਂ ਇਹਦੇ ਵਿੱਚ ਜਿਹੜਾ ਸੋਲਜਰ ਦਾ ਹਵਾਲਾ ਹੈ ਹਰੀ ਸਿੰਘ ਦੇ ਹਵਾਲੇ ਨਾਲ, ਪਰ ਹਰੀ ਸਿੰਘ ਤਾਂ ਇੱਕ ਕਿਰਦਾਰ ਹੈ ਤੁਹਾਡੇ ਨੋਵਲ ਦਾ ਜਿਹੜਾ ਤੁਸੀਂ ਕ੍ਰੀਏਟ ਕੀਤਾ, ਬਟ ਉਹ ਇੱਕ ਪੂਰੀ ਸੂਰੀ ਟ੍ਰੈਡੀਸ਼ਨ ਨੂੰ ਰਿਪਰੈਜ਼ੈਂਟ ਕਰ ਰਿਹਾ, ਜਿਹੜੀ ਕਿ ਫੌਜ ਦੇ ਵਿੱਚ ਲੜਨ ਦੀ ਰਹੀ ਹੈ। ਪੰਜਾਬ ਦੇ ਫੋਕ ਗੀਤਾਂ ਦੇ ਵਿੱਚ ਬਸਰੇ ਦੀ ਲਾਮ ਦਾ ਲਗਾਤਾਰ ਜ਼ਿਕਰ ਹੈ। ਤੇ ਤੁਸੀਂ ਕੀ ਸਮਝਦੇ ਹੋ ਕਿ ਉਸ ਹਵਾਲੇ ਦੇ ਨਾਲ ਜਿਹੜਾ ਹਰੀ ਸਿੰਘ ਦਾ ਕਿਰਦਾਰ ਹੈ, ਉਹ ਇੱਕ ਜਿਹੜਾ ਸੋਲਜਰ ਦਾ ਕਿਰਦਾਰ ਹੈ, ਜਿਹੜਾ ਕਿ ਆਪਣੇ ਘਰ ਤੋਂ ਦੂਰ ਬੈਠਾ, ਜਾਂ ਉਹਦਾ ਜਿਹੜਾ ਵਰਲਡ ਵਿਊ ਹੈ ਆਪਣੀ ਨੇਟਿਵ ਲੈਂਡ ਨੂੰ ਲੈ ਕੇ, ਤੇ ਉਹ ਜਿਹੜੀ ਸਿਚੁਏਸ਼ਨ 'ਚ ਫਸਿਆ ਹੋਇਆ ਹੈ, ਖਾਸ ਤੌਰ 'ਤੇ ਜਿਹੜੇ ਕਲੋਨੀਅਲ ਵਾਰ ਦੇ ਵਿੱਚ ਫਸੇ ਹੋਏ ਆਪਣੇ ਪੰਜਾਬੀ ਰਹੇ ਨੇ, ਕਿਉਂਕਿ ਪੰਜਾਬ ਹੈਜ਼ ਬੀਨ ਅ ਗੈਰੀਸਨ ਸਟੇਟ। ਤਾਂ ਉਸ ਦੇ ਵਿੱਚ ਤੁਹਾਨੂੰ ਕੀ ਲੱਗਦਾ ਕਿ ਹਰੀ ਸਿੰਘ ਦਾ ਜਿਹੜਾ ਕਿਰਦਾਰ ਹੈ, ਉਹ ਉਸ ਸਾਰੀ ਟ੍ਰੈਡੀਸ਼ਨ ਦੇ ਹਵਾਲੇ ਨਾਲ, ਉਹ ਜਿਹੜੇ ਫੌਜੀ ਨੇ ਜਿਹੜੇ ਕਿ ਇੱਕ ਵਿਦੇਸ਼ੀ ਤਾਕਤ ਦੇ ਲਈ ਲੜੇ ਨੇ, ਉਹਨਾਂ ਦੇ ਹਵਾਲੇ ਨਾਲ ਕੀ ਕਨਵੇ ਕਰਦਾ ਜਾਂ ਕੀ ਰਿਪਰੈਜ਼ੈਂਟ ਕਰਦਾ? ਹਾਂਜੀ, ਸੋ ਇਹ ਇੱਕ ਬਹੁਤ ਇੰਟਰਸਟਿੰਗ ਕੁਐਸਚਨ ਹੈ ਗੁਰਸ਼ਮਸ਼ੀਰ। ਇਹ ਜੋ ਸੋਲਜਰ ਸੀ, ਉਹਦੀ ਇੱਕ ਬਹੁਤ ਯੂਨੀਕ ਇੰਟਰਸਟਿੰਗ ਪ੍ਰੀਡਿਕਮੈਂਟ ਸੀ। ਹੁਣ ਹਰੀ ਸਿੰਘ ਦੀ ਫੈਮਿਲੀ ਆਪਾਂ ਨੋਵਲ 'ਚ ਆਪਾਂ ਨੂੰ ਪਤਾ ਚੱਲਦਾ ਦੇ ਹੈਵ ਸਰਵਡ ਇਨ ਦ ਬ੍ਰਿਟਿਸ਼ ਇੰਡੀਅਨ ਆਰਮੀ ਫॉर ਅ ਫਿਊ ਜਨਰੇਸ਼ਨਸ। ਉਹਦੇ ਫਾਦਰ ਦਾ ਵੀ ਪੂਰਾ ਜ਼ਿਕਰ ਕੀਤਾ ਗਿਆ ਫਰਸਟ ਵਰਲਡ ਵਾਰ ਦੇ ਵਿੱਚ, ਉਹ ਲੜਨ ਗਏ ਸੀ, ਹੀ ਵਾਸ ਇਨ ਯੂਰਪ। ਤੇ ਉਹ ਆਪਣੇ ਫਾਦਰ ਤੇ ਆਪਣੇ ਐਂਸੈਸਟਰਸ ਦੀ ਸਰਵਿਸ ਦੇ ਬਦੌਲਤ ਉਹਨੂੰ ਕਈ ਚਾਂਸਸ ਮਿਲੇ ਨੇ ਜੋ ਕਿ ਇੱਕ ਰੈਗੂਲਰ ਬੰਦੇ ਨੂੰ ਨਹੀਂ ਮਿਲੇ। ਉਹਨੂੰ ਇਹ ਚਾਂਸ ਮਿਲਿਆ ਕਿ ਉਹ ਕਿੰਗ ਜਾਰਜਸ ਮਿਲਟਰੀ ਹਾਈ ਸਕੂਲ 'ਚ ਪੜ੍ਹਿਆ, ਜਿੱਥੇ ਕਿ ਆਰਮੀ ਪਰਸਨਲ ਦੇ ਬੱਚੇ ਬॉयਜ਼ ਪੜ੍ਹਦੇ ਸੀ। ਇਟ ਵਾਸ ਅ ਐਲੀਟ ਬੋਰਡਿੰਗ ਸਕੂਲ ਆਫ ਦ ਟਾਈਮ। ਉੱਥੇ ਹੁਣ ਉਹ ਪੜ੍ਹਿਆ, ਉਸ ਤੋਂ ਬਾਅਦ ਉਹਨੂੰ ਚਾਂਸ ਮਿਲਦਾ ਕਿ ਜਿਹੜਾ ਨਿਊਲੀ ਓਪਨਡ ਇੰਡੀਅਨ ਮਿਲਟਰੀ ਅਕੈਡਮੀ ਆ, ਉੱਥੋਂ ਦੇ ਫਿਊ ਗ੍ਰੈਜੂਏਟਸ, ਜੋ ਹੀ ਇਜ਼ ਆਲਸੋ ਵਨ ਆਫ ਦ ਗ੍ਰੈਜੂਏਟਸ ਫਰਮ ਦ ਨਿਊਲੀ ਓਪਨਡ ਇੰਡੀਅਨ ਮਿਲਟਰੀ ਅਕੈਡਮੀ ਇਨ ਦੇਹਰਾਦੂਨ। ਸੋ ਹੁਣ ਇਹ ਬੰਦਾ ਹੈ, ਇਹਨੇ ਇੱਕ ਵੈਸਟਰਨ ਦਾ ਮਾਈਂਡਸੈਟ ਵੀ ਐਕਵਾਇਰ ਕਰ ਲਿਆ, ਇੰਗਲਿਸ਼ ਲੈਂਗੁਏਜ, ਕੈਲੀਗ੍ਰਾਫੀ, ਪੇਂਟਿੰਗ, ਜੋ ਵੀ ਬੋਰਡਿੰਗ ਸਕੂਲ ਨੇ ਉਹਨੂੰ ਇੱਕ ਵਰਲਡ ਵਿਊ ਦਿੱਤਾ, ਵਿਚ ਇਜ਼ ਇਨਫਲੂਐਂਸਡ ਬਾय ਦ ਵੈਸਟਰਨ ਵਰਲਡ ਵਿਊ। ਹੀ ਹੈਜ਼ ਐਕਵਾਇਰਡ दैट। ਸੋ ਬ੍ਰਿਟਿਸ਼ ਨੇ ਆਪਣੇ ਤਰਫੋਂ ਤਾਂ ਆਪਣੇ ਵਫਾਦਾਰ ਬੰਦੇ ਤਿਆਰ ਕਰ ਲਏ, ਇੱਕ ਬੋਰਡਿੰਗ ਸਕੂਲ ਵੀ ਕ੍ਰੀਏਟ ਕਰਤਾ, ਫਿਰ ਉਹਨਾਂ ਨੂੰ ਰਿਕਰੂਟ ਵੀ ਕਰਕੇ ਹੁਣ ਕਮਿਸ਼ਨਡ ਆਫਿਸਰਸ ਵੀ ਬਣ ਰਹੇ ਨੇ ਇੰਡੀਅਨ ਮਿਲਟਰੀ ਅਕੈਡਮੀ 'ਚ। ਐਟ ਦੈਟ ਟਾਈਮ ਲਾਈਕ ਹਰੀ ਸਿੰਘ ਇਜ਼ ਵਨ ਆਫ ਦ ਫਿਊ ਰਿਕਰੂਟਸ ਫਰਮ ਦੀ Indian military academy, so he's a senior commissioned officer।
ਬਟ ਹੁਣ ਇਹ ਗੱਲ ਹੈ ਕਿ ਬ੍ਰਿਟਿਸ਼ ਜੋ ਇੱਕ ਕੋਲੋਨਾਈਜ਼ਰ ਹੈ ਕਿੱਥੇ ਤੱਕ ਬੰਦੇ ਨੂੰ ਕੋਲੋਨਾਈਜ਼ ਕਰ ਸਕਦਾ, ਉਹਨਾਂ ਦੇ ਮਾਈਂਡ ਨੂੰ ਕੋਲੋਨਾਈਜ਼ ਕਰ ਸਕਦਾ ਹੈ ਕਿ ਉਹਨਾਂ ਦੇ ਥਿੰਕਿੰਗ ਪ੍ਰੋਸੈਸ ਨੂੰ ਕੋਲੋਨਾਈਜ਼ ਕਰ ਸਕਦਾ ਹੈ। ਸੋ ਆਪਣੀ ਤਰਫ ਤੋਂ ਤਾਂ ਉਹਨਾਂ ਨੇ ਇੱਕ ਵਫਾਦਾਰ ਫੈਮਿਲੀ ਤੇ ਬੰਦਾ ਕ੍ਰੀਏਟ ਕਰਤਾ ਟੂ ਸਰਵ ਇਨ ਦ ਬ੍ਰਿਟਿਸ਼ ਇੰਡੀਅਨ ਆਰਮੀ, ਤੇ ਉਹ ਕੁਝ ਹੱਦ ਤੱਕ ਉਹ ਤੇ ਹੋਰ ਲੋਕ ਕਰ ਵੀ ਰਹੇ ਨੇ, ਇੱਕ ਸੈਂਸ ਆਫ ਡਿਊਟੀ ਨਾਲ ਲੜ ਰਹੇ ਨੇ। ਬਟ ਉਹ ਹੁਣ ਇਹ ਹੈ ਕਿ ਜਿਹੜਾ ਬੰਦਾ ਪੜ੍ਹ ਲਿਖ ਗਿਆ, ਇੱਕ ਉਹਦਾ ਵਰਲਡ ਵੀ ਉਹਨੇ ਅਕਵਾਇਰ ਕਰ ਲਿਆ, ਹੀ ਇਜ਼ ਨਾਟ ਓਬਲੀਵੀਅਸ ਟੂ ਦ ਸਟਰਗਲਸ ਆਫ ਦ ਨੇਸ਼ਨ। ਉਹਨੂੰ ਇਹ ਪਤਾ ਹੈ ਕਿ ਦੇਸ਼ ਜਦੋਜਹਿਦ ਹੈ, ਪੂਰੀ ਇੰਡੀਅਨ ਨੈਸ਼ਨਲ ਮੂਵਮੈਂਟ ਬਿਲਕੁਲ ਟੌਪ ਤੇ ਪੀਕ ਤੇ ਪਹੁੰਚੀ ਹੋਈ ਹੈ। ਉਹ ਗੱਲਾਂ ਤੋਂ ਉਹ ਇਹ ਤਾਂ ਹੈ ਨਹੀਂ ਕਿ ਬੇਵਾਕਿਫ ਹੈ, ਉਹਨੂੰ ਸਭ ਪਤਾ ਹੈ ਕਿ ਕੀ ਹੋ ਰਿਹਾ। ਹੀ ਇਜ਼ ਨਾਟ ਓਬਲੀਵੀਅਸ ਟੂ ਦ ਸਟਰਗਲਸ ਆਫ ਦ ਨੇਸ਼ਨ। ਸੋ ਇਹ ਗੱਲ ਬ੍ਰਿਟਿਸ਼ ਨੂੰ ਵੀ ਪਤਾ ਸੀ ਵੀ ਇਹਨਾਂ ਨੂੰ ਕੋਲੋਨਾਈਜ਼ ਕਰ ਲਾਂਗੇ, ਇਹਨਾਂ ਨੂੰ ਓਪਰਚੁਨਿਟੀਜ਼ ਦੇ ਦਾਂਗੇ, ਇਹਨਾਂ ਨੂੰ ਪਰਕਸ ਦੇ ਦਾਂਗੇ, ਸੈਲਰੀਜ਼ ਦੇ ਦਾਂਗੇ, ਬੈਨੀਫਿਟਸ ਦੇ ਦਾਂਗੇ, ਪਰ ਕਿਸੇ ਦੇ ਮਾਈਂਡ ਨੂੰ ਤੁਸੀਂ ਕੋਲੋਨਾਈਜ਼ ਫੁੱਲੀ ਨਹੀਂ ਕਰ ਸਕਦੇ। ਸੋ ਉਹਦੇ ਚ ਵੀ ਇੱਕ ਇੰਸਟੈਂਸ ਹੈ ਕਿ ਹਰੀ ਸਿੰਘ ਵੀ ਕਹਿੰਦਾ ਆਪਣੇ ਕਮਾਂਡਿੰਗ ਆਫੀਸਰ ਨੂੰ ਕਿ ਪਹਿਲਾਂ ਤੁਹਾਡੇ ਲਈ ਲੜੇ ਫਰਸਟ ਵਰਲਡ ਵਾਰ ਚ ਕਿੰਨੇ ਲੋਕ ਫੌਤ ਹੋ ਗਏ, 1.5 ਮਿਲੀਅਨ ਇੰਡੀਅਨਸ ਫੌਟ ਇਨ ਦ ਫਰਸਟ ਵਰਲਡ ਵਾਰ, ਕੋਈ 75,000 ਦੇ ਕਰੀਬ ਫੌਤ ਹੋ ਗਏ, ਹੋਰ ਬਾਕੀ ਕੈਜੁਅਲਟੀਜ਼ ਹੋਰ ਵੀ ਸੀ। ਤੇ ਫਿਰ ਸੈਕੰਡ ਵਰਲਡ ਵਾਰ 2.5 ਮਿਲੀਅਨ ਇੰਡੀਅਨਸ ਫੌਟ ਇਨ ਦ ਵੇਰੀਅਸ ਥੀਏਟਰਸ ਆਫ ਦ ਵਾਰ, ਉਹਦੇ ਵਿੱਚ 85,000 ਫੌਤ ਹੋ ਗਏ। ਸੋ ਉਹ ਕਹਿੰਦਾ ਵੀ ਇਹਦੇ ਬਦਲੇ ਚ ਕੀ ਸਾਨੂੰ ਆਜ਼ਾਦੀ ਮਿਲੂਗੀ। ਸੋ ਹੀ ਹੈਜ਼ ਅ ਕਲੀਅਰ ਸੈਂਸ ਆਫ ਨੇਸ਼ਨ। ਤੇ ਉਹਦਾ ਫਿਰ ਆਫਿਸਰ ਵੀ ਕਹਿੰਦਾ ਕਿ ਹਾਂ ਇਸ ਤੋਂ ਬਾਅਦ ਤੁਹਾਨੂੰ ਡੈਫੀਨਿਟਲੀ, ਪਰ ਇਹ ਵੀ ਹੁਣ ਆਪਾਂ ਨੂੰ ਪਤਾ ਦਾ ਪੁਆਇੰਟ ਇਨ ਟਾਈਮ ਵੀ ਕਿੰਨਾ ਕੁ ਹਕੀਕਤ ਹੈ, ਕਿਉਂਕਿ ਵਨ ਤੋਂ ਬਾਅਦ ਕਹਿ ਰਹੇ ਸੀ ਉਹ ਕਿ ਹੁਣ ਤੁਹਾਨੂੰ ਡੋਮੀਨੀਅਨ ਸਟੇਟਸ ਦਿੱਤਾ ਜਾਊਗਾ, ਉਹ ਕੁਝ ਨਹੀਂ ਹੋਇਆ। ਫਿਰ ਸੈਕੰਡ ਵਰਲਡ ਵਾਰ ਕਿੰਨੇ ਡੈਕੇਡਸ ਤੋਂ ਬਾਅਦ ਹੋਈ, 1939 ਚ ਦ ਸੈਕੰਡ ਆਊਟ। ਫਿਰ ਇਹਨਾਂ ਨੇ ਕਿ ਹੁਣ ਸਾਡੇ ਉਹਨਾਂ ਨੂੰ ਸਪੋਰਟ ਚਾਹੀਦੀ ਸੀ ਇੰਡੀਅਨ ਯੂਨਿਟ ਤੋਂ, ਤਾਂ ਉਦੋਂ ਇਹ ਕਹਿਣ ਲੱਗੇ ਕਿ ਅਸੀਂ ਇੰਡੀਅਨਾਈਜ਼ ਕਰਤੀ ਆ ਆਰਮੀ, ਸਾਰਾ ਸੈਟਅਪ ਇੰਡੀਆ 'ਚ ਬਹੁਤ ਇੰਡੀਅਨਾਈਜ਼ ਕਰਤਾ ਹੈ, ਹੁਣ ਅਸੀਂ ਤੁਹਾਨੂੰ ਫਰੀडम ਲਈ ਪ੍ਰਿਪੇਅਰ ਕਰ ਰਹੇ ਹਾਂ। ਇਹ ਦੱਸਿਆ ਜਾਂਦਾ ਸੀ ਸਭ ਨੂੰ ਕਿ ਹੁਣ ਤੁਹਾਨੂੰ ਅਸੀਂ ਜ਼ਿਆਦਾ ਤੋਂ ਜ਼ਿਆਦਾ ਤੁਹਾਨੂੰ ਫਰੀडम ਲਈ ਤਿਆਰ ਕਰ ਰਹੇ ਹਾਂ, ਬਹੁਤ ਸਭ ਕੁਝ ਇੰਡੀਅਨਾਈਜ਼ ਕਰਤਾ ਹੈ। ਸੋ ਉਹ ਵੀ ਇੱਕ ਕੁਐਸਚਨ ਮਾਰਕ ਸੀ ਕਿ ਪਹਿਲਾਂ ਕਿਹੜੇ ਇਹਨਾਂ ਨੇ ਆਪਣੇ ਵਾਅਦੇ ਪੂਰੇ ਕੀਤੇ ਸੀ ਜਿਹੜੇ ਹੁਣ ਕਰਨਗੇ, ਪਰ ਆਪਣੇ ਸੋਲਜਰ ਲੜ ਰਹੇ ਸੀ। ਬਟ ਉਹ ਐਟ ਦ ਸੇਮ ਟਾਈਮ ਜਿਵੇਂ ਮੈਂ ਤੁਹਾਨੂੰ ਕਿਹਾ ਕਿ ਆਪਣੇ ਵਫਾਦਾਰ ਇਹਨਾਂ ਨੇ ਤਿਆਰ ਕੀਤੇ ਸੀ, ਪਰ ਤੁਸੀਂ ਕਿਸੇ ਦੇ ਮਾਈਂਡ ਨੂੰ ਕਿੰਨਾ ਕੁ ਕੋਲੋਨਾਈਜ਼ ਕਰ ਸਕਦੇ। ਉਹ ਵੀ ਟਾਈਮ ਜੋ ਉਹਨਾਂ ਦਾ ਇੱਕ ਡਿਲੇਮਾ ਸੀ, torn between that duty to the empire and this sort of rising nationalism which was also coming to impact them। ਤੇ ਹੁਣ ਆਪਾਂ ਇੱਕ ਹਿਸਟਰੀ 'ਚ ਵੀ ਦੇਖੀਏ ਜੀ, ਰਿਵੋਲਟ ਆਫ 1857 ਸੀ, ਉਹ ਵੀ ਇੱਕ ਉਦੋਂ ਵੀ ਇਹਨਾਂ ਦੇ ਜਿਹੜੇ ਸਭ ਤੋਂ ਸੀ ਉਹਨਾਂ ਨੇ ਸ਼ੁਰੂ ਕੀਤੀ ਸੀ ਇਹ। ਤੇ ਇਹਨਾਂ ਨੂੰ ਹਮੇਸ਼ਾ ਖਤਰਾ ਰਹਿੰਦਾ ਸੀ ਵੀ ਆਰਮੀ ਜੇ ਇੱਕ ਵਾਰ ਛੁੱਟ ਗਈ ਸਾਡੀ ਸਭ ਕੁਝ ਹੀ ਛੁੱਟ ਗਿਆ। ਫਿਰ ਉਹ ਹੋਇਆ ਵੀ ਸੈਕੰਡ ਵਰਲਡ ਵਾਰ 'ਚ ਵੀ ਨੋਬਾਦੀ ਆਏ ਨੇ ਜੀ। ਸੋ ਇਹਨਾਂ ਨੂੰ ਇਹਨਾਂ ਤੋਂ ਖਤਰਾ ਵੀ ਰਹਿੰਦਾ ਸੀ, ਇਹਨਾਂ ਦੇ ਵਫਾਦਾਰ ਲੋਕ ਸੀ ਇਹ, ਪਰ ਇਹ ਡਰਦੇ ਸੀ ਬਹੁਤ ਜ਼ਿਆਦਾ ਵੀ ਆਰਮੀ 'ਚ ਇੱਕ ਵਾਰ ਡੈਂਟ ਆ ਗਿਆ ਤਾਂ ਬਿਲਕੁਲ ਹੀ ਕੁਝ ਖਤਮ ਹੋ ਜਾਏਗਾ। ਅਪਾਰਟ ਫਰਮ ਦਿਸ ਪੋਲੀਟੀਕਲ ਐਂਗਲ ਜਾਂ ਜਿਹੜਾ ਇਹ ਮਤਲਬ ਕਿ ਉਹਦੀ ਜਿਹੜੀ ਪਰਸਨਲ ਟੁੱਟ ਭੱਜ ਹੈ ਇਮੋਸ਼ਨਲ, ਉਹ ਕਿੱਦਾਂ ਪੋਰਟਰੇ ਉਹ ਜਿਹੜੇ ਹਰੀ ਸਿੰਘ ਦੇ ਲੈਟਰਸ ਆ ਉਹ ਸਾਰੀਆਂ ਹੀ ਦੇ ਆਰ ਸਟੀਪਡ ਇਨ ਨੋਸਟੈਲਜੀਆ। ਜਦੋਂ ਆਪਾਂ ਪੜ੍ਹੀਏ ਤੇ ਉਹ ਵੀ ਉਹਦੇ ਜੋ ਲੈਟਰਸ ਨੇ ਦੇ ਸਰਵ ਐਜ਼ ਨੈਰੇਟਿਵਸ ਐਂਡ ਦੇ ਮਾਈਂਡਸੈਟ। ਉਹਦੇ ਨੈਰੇਟਿਵ ਨਦੀ ਦਾ ਜ਼ਿਕਰ ਹੈ, ਖੇਤਾਂ ਦਾ, ਫਸਲਾਂ ਦਾ, ਫੈਮਿਲੀ ਸੈਟਅਪ ਦਾ, ਬਾਰ-ਬਾਰ ਉਹ ਜ਼ਿਕਰ ਕਰਦਾ ਹੈ। ਸੋ ਇੱਕ ਇਹ ਦਿਖਾਇਆ ਕਿ ਯੂ ਨੋ ਕੰਮ ਦੇ ਪਿੱਛੇ, ਨੌਕਰੀ ਦੇ ਪਿੱਛੇ ਲੋਕ ਕਿਤੇ ਕਿਤੇ ਦੂਰ ਦੂਰ ਜਾ ਕੇ ਲੜ ਰਹੇ ਨੇ, ਹਨਾ। ਪਰ ਉਹ ਜਿਵੇਂ ਉਹਨਾਂ ਦਾ ਇੱਕ ਇਮੋਸ਼ਨਲ ਐਸਪੈਕਟ ਸੋਲਜਰ ਦਾ ਆਫਨ ਨਿਗਲੈਕਟਡ ਹੈ, ਉਹ ਆਪਾਂ ਨੂੰ ਇਹਦੇ ਹਰੀ ਸਿੰਘ ਦੇ ਲੈਟਰਸ ਤੋਂ ਪਤਾ ਚੱਲਦਾ ਹੈ। ਜਿਹੜੀ ਫਾਈਨਲ I think that says many things ਕਿ ਕਿੰਨਾ ਕੁਝ ਪਰਸਨਲ ਲੈਵਲ ਤੇ ਕਿੰਨੇ ਸਾਲ ਤੁਹਾਡੀ ਜ਼ਿੰਦਗੀ ਦੇ। ਹਾਂਜੀ, ਇਨ ਦਿਸ ਕੇਸ ਆਪਾਂ ਜਦੋਂ ਆਪਾਂ ਕੱਲ ਤੁਸੀਂ ਲੈਟਰਸ ਦੀ ਕਰਤੀ, ਮੇਰਾ ਅਗਲਾ ਸਵਾਲ ਤੁਹਾਨੂੰ ਇਹੀ ਸੀ ਵੈਸੇ ਜਿਹੜੇ ਮੇਰੀ ਫਰੇਮਵਰਕ ਦੇ ਵਿੱਚ, ਕਿ ਦੇਖਦੇ ਹਾਂ ਵੀ ਆਪਾਂ ਲਵ ਲੈਜੈਂਡ ਦੇ ਵਿੱਚ ਕਦੇ ਵੀ ਮਤਲਬ ਕਿ ਕਿਸੇ ਵੀ ਰਿਲੇਸ਼ਨਸ਼ਿਪ 'ਚ ਖਤਾਂ ਦਾ ਬੜਾ ਹਵਾਲਾ ਹੈ। ਮਤਲਬ ਕਿ ਉਹ ਵੀ ਕੁਲਦੀਪ ਮਾਣਕ ਦਾ ਵੀ ਹੈ ਗਾਣਾ ਕਿ ਉਹ ਚਿੱਠੀਆਂ ਸਾਹਿਬਾਂ ਜੱਟੀ ਨੇ ਲਿਖ ਮਿਰਜੇ ਵੱਲ ਪਾਈਆਂ, ਜਾਂ ਆਪਾਂ ਲਿਖਦੇ ਹਾਂ ਕਿ ਹੈ ਨਾ ਵੀ ਜਿਹੜਾ ਮੁਹੰਮਦ ਰਫੀ ਦਾ ਵੀ ਹੈ ਲਿਖੇ ਜੋ ਖੱਤੋਂ ਮੇ ਜੋ ਮੇਰੀ ਯਾਦ ਮੇ। ਤਾਂ ਉਹ ਜਿਹੜਾ ਸਾਰਾ ਪੱਖ ਆ ਹਰੀ ਸਿੰਘ ਦੇ ਲੈਟਰਸ ਦੇ ਥਰੂ, ਕਿਉਂਕਿ ਮੈਂ ਉਹ ਜਦੋਂ ਪੜ੍ਹ ਰਿਹਾ ਸੀ ਤਾਂ ਮੈਂ ਦੇਖਿਆ ਕਿ ਉਹ ਲਾਈਕ ਅਪਾਰਟ ਫਰੋਮ ਦਿਸ ਦੈਟ ਇਜ਼ ਵੈਰੀ ਇਮੋਟਿਵ ਪੀਸ, ਜਿਹਦੇ ਵਿੱਚ ਇੰਟੈਂਸਿਟੀ ਆਫ ਇਮੋਸ਼ਨ ਆ ਅਤੇ ਜਿਹੜੀ ਉਹਦੀ ਫੀਲਿੰਗ ਆ, ਉਹਦੇ ਥਰੂ ਤੁਸੀਂ ਕੀ ਕਨਵੇ ਕਰਨਾ ਚਾਹਿਆ ਉਸ ਇੰਟੈਂਸਿਟੀ ਦੇ ਥਰੂ, ਜਿੱਦਾਂ ਉਹ ਡਿਪਿਕਟ ਕਰਦਾ ਸਾਰੀਆਂ ਚੀਜ਼ਾਂ ਨੂੰ। ਅਤੇ ਫਿਰ ਜਿੱਦਾਂ ਸ਼ਮੀ ਜਿਹੜੀ ਆ ਉਹਦੇ ਕਹਿਣ 'ਤੇ ਜਦੋਂ ਘਰ ਦੇ ਵਿੱਚ ਕਲੇਸ਼ ਹੁੰਦਾ ਤਾਂ ਉਹ ਕਹਿੰਦੇ ਆ ਵੀ ਇਹਦੇ ਇੱਕ ਖੱਤ ਨੂੰ ਸਾੜ ਦਿਓ ਜਾਂ ਪਰੇ ਰੱਖ ਦਿਓ, ਉਹਨੂੰ ਕਿੱਦਾਂ ਸਾਂਭ ਕੇ ਰੱਖਦੀ ਹੈ। ਅਤੇ
ਜਿਹੜਾ ਸਾਰਾ ਪੱਖ ਹੈ ਉਹਨੂੰ ਤੁਸੀਂ ਦੱਸੋ, ਤੇ ਅਸੀਂ ਚਾਹਾਂਗੇ ਕਿ ਕੋਈ ਟੈਕਸਟ ਜਿਹੜਾ ਤੁਹਾਨੂੰ ਚੰਗਾ ਲੱਗਦਾ ਉਸ ਲੈਟਰਸ ਚੋਂ ਉਹ ਤੁਸੀਂ ਪੜ੍ਹ ਕੇ ਵੀ ਦੱਸੋ। ਹਾਂਜੀ ਜ਼ਰੂਰ। ਤੇ ਉਹ ਹੁਣ ਗੁਰਸ਼ਮਸ਼ੀ ਮੇਰਾ ਇਹ ਸੀ ਕਿ ਉਹਦੇ ਚ ਦੋ ਤਿੰਨ ਗੱਲਾਂ ਬਿਊਟੀਫੁਲੀ ਕਨਵੇ ਹੁੰਦੀਆਂ ਨੇ ਲੈਟਰ 'ਚ। ਇੱਕ ਤਾਂ ਜੋ ਇੱਕ ਸੋਲਜਰ ਦੀ ਜਦੋਜਹਿਦ ਹੈ, ਉਹ ਸਾਰਾ ਐਵਰੀਡੇ ਲਾਈਫ ਇੱਕ ਸੋਲਜਰ ਦੇ ਸਟਰਗਲਸ ਹੈ, ਤੇ ਉਹ ਕੋਈ ਇਹੋ ਜਿਹੀ ਤਾਂ ਹੈ ਨਹੀਂ ਵੀ ਉਹ ਬਹੁਤ ਆਰਾਮ ਦੀ ਜ਼ਿੰਦਗੀ ਹੈ, ਬਹੁਤ ਡਿਫਿਕਲਟ ਲਾਈਫ ਹੈ, ਤੇ ਉਹ ਕਿਵੇਂ ਉਹਨੂੰ ਸਾਰਾ ਟਾਈਮ ਉਹ ਬੇਸਿਕ ਚੀਜ਼ਾਂ ਵੀ ਡਿਸਕ੍ਰਾਈਬ ਕਰਦਾ ਹੈ ਕਿ ਕਿਵੇਂ ਗਨ ਪਾਊਡਰ ਦੀ ਵੀ ਸਮੈਲ ਹੈ ਤੇ ਵਾਈਲਡ ਰੋਜ਼ਸ ਨਾਲ ਉਹਦੀ ਸਮੈਲ ਨੂੰ ਕੰਪੇਅਰ ਕਰਦਾ ਹੈ। ਸੋ ਦਿਸ ਇਜ਼ ਅ ਸੈਂਸਿਟਿਵ ਮੈਨ, ਐਂਡ ਸੰਮੀ ਨਾਲ ਉਹਦਾ ਜੋ ਡੀਪ ਪਰਸਨਲ ਕਨੈਕਟ ਹੈ, ਬੀਇੰਗ ਯੂ نو ਹਰ ਹਸਬੈਂਡ, ਦੇ ਹੈਵ ਬੀਨ ਮੈਰੀਡ ਫॉर 21 ਡੇਜ਼, ਉਹ ਸਾਰਾ ਉਹਦੇ 'ਚ ਕਨਵੇ ਹੁੰਦਾ ਹੈ। ਬਾਕੀ ਜੋ ਸੈਕਿੰਡ ਇੰਪੋਰਟੈਂਟ ਚੀਜ਼ ਲੈਟਰਸ ਕਰਦੀਆਂ ਨੇ, ਉਹ ਆਪਾਂ ਨੂੰ ਸਾਰਾ ਸਾਊਥ ਈਸਟ ਏਸ਼ੀਅਨ ਥੀਏਟਰ ਦਾ ਗਲਿੰਪਸ ਦਿੰਦੀਆਂ ਨੇ ਕਿ ਕੀ ਐਕਸ਼ਨ ਹੋ ਰਿਹਾ ਸੀ ਸਾਊਥ ਈਸਟ ਏਸ਼ੀਅਨ ਥੀਏਟਰ 'ਚ। ਸੋ ਹੀ ਫੌਟ ਇਨ ਦ ਮਲਾਇਨ ਕੈਂਪੇਨ, ਹਰੀ ਸਿੰਘ, ਉਹ ਆਪਾਂ ਸਾਰੇ ਦੇਖਦੇ ਹਾਂ। ਫਿਰ ਦ ਪਿਵਟਲ ਬੈਟਲ ਆਫ ਸਿੰਗਾਪੋਰ, ਉਹ ਇੱਕ ਤਾਂ ਸਾਊਥ ਈਸਟ ਏਸ਼ੀਅਨ ਥੀਏਟਰ ਦੀ ਪੂਰੀ ਪਿਕਚਰ ਉੱਭਰ ਕੇ ਅੱਗੇ ਆਉਂਦੀ ਹੈ। ਤੇ ਉਸ ਤੋਂ ਬਾਅਦ ਦੂਸਰੀ ਗੱਲ ਇਹ ਹੈ ਕਿ ਜੋ ਇਮੋਸ਼ਨਲ ਕਨੈਕਟ ਹੈ ਸੰਮੀ ਤੇ ਹਰੀ ਸਿੰਘ ਦਾ, ਉਹ ਲੈਟਰਸ ਦੇ ਥਰੂ ਕਨਵੇ ਹੁੰਦਾ ਹੈ ਕਿ ਇੱਕ ਹੁਣ ਇੱਕ ਲੜਕੀ ਬੈਠੀ ਹੈ, ਇੰਨੇ ਸਾਲ ਤੋਂ ਬੈਠੀ ਹੈ, 7 years ਤੋਂ ਬੈਠੀ ਹੈ, ਉਹਨੂੰ ਵੀ ਕੁਝ ਨਜ਼ਰ ਆ ਰਿਹਾ ਜਿਹੜੀ ਉਹ ਬੈਠੀ ਹੈ। ਉਹ ਯੂ نو ਸ਼ੀ ਹੈਜ਼ ਆਬਵੀਅਸਲੀ ਦਿਸ ਡੀਪ ਪਰਸਨਲ ਇਮੋਸ਼ਨਲ ਕਨੈਕਟ, ਤੇ ਉਧਰੋਂ ਲੈਟਰਸ ਟੂ ਬੀ ਸੀ ਦ ਹਰੀ ਸਿੰਘ ਆਲਸੋ ਇਕੁਅਲੀ ਕਮਿਟਡ ਟੂ ਹਰ ਇਮੋਸ਼ਨਲੀ। ਸੋ ਇੱਕ ਉਹ ਲਵ ਐਸਪੈਕਟ ਲੈਟਰ 'ਚ ਕਨਵੇ ਹੁੰਦਾ ਹੈ। ਤੇ ਜੋ ਥਰਡ ਥਿੰਗ ਹੈ, ਇੱਕ ਸੋਲਜਰ ਦੀ ਸੈਂਸਿਟਿਵਿਟੀ ਜੋ ਕਿ ਆਫਨ ਨਿਗਲੈਕਟਡ ਹੈ ਕਿ ਉਹ ਲੜ ਰਿਹਾ ਜੀ, ਉਹਨੇ ਖਤਮ ਕਰਤੇ, ਬਟ ਹਰੀ ਸਿੰਘ ਦੱਸਦਾ ਹੈ ਜੋ ਇਨਐਵਿਟੇਬਿਲਿਟੀ ਹੈ, ਕਿੰਨੀ ਜਲਦੀ ਲਾਈਫ ਖਤਮ ਹੋ ਸਕਦੀ ਹੈ। ਦਿਸ ਇਜ਼ ਅ ਸੈਂਸਿਟਿਵ ਮੈਨ ਹੂ ਇਜ਼ ਵਾਚਿੰਗ ਐਵਰੀਥਿੰਗ। ਸੋ ਇਹ ਦੋ ਤਿੰਨ ਚੀਜ਼ਾਂ ਲੈਟਰਸ ਕੈਪਚਰ ਕਰ ਲੈਂਦੀਆਂ ਨੇ। ਇੱਕ ਤਾਂ ਸਾਰਾ ਐਕਸ਼ਨ ਸਾਊਥ ਈਸਟ ਏਸ਼ੀਅਨ ਥੀਏਟਰ ਦਾ, ਬਾਕੀ ਜੋ ਉਹਨਾਂ ਦੀ ਬੌਂਡਿੰਗ ਹੈ, ਇਮੋਸ਼ਨਲ ਬੌਂਡਿੰਗ, ਤੇ ਥਰਡ ਜੋ ਹਰੀ ਸਿੰਘ ਦੀ ਸੈਂਸਿਟਿਵਿਟੀ ਟੂਵਰਡਸ ਲਾਈਫ ਐਂਡ ਹਾਊ time and time again he says that love is the most significant thing. ਇਹ ਨਹੀਂ ਹੈ ਕਿ ਤੁਹਾਡੀ ਲਾਈਫ 'ਚ ਕੀ ਅਚੀਵਮੈਂਟ ਹੈ, ਕਿੰਨੇ ਪੈਸੇ ਕਮਾ ਲਏ। ਸੋ ਇਹ ਵੀ ਉਹ ਕਹਿੰਦਾ ਕਿ ਇਹ ਨਾ ਸੋਚਿਓ ਕਿ ਕੋਈ ਬੰਦਾ ਮੌਤ ਦੇ ਬਹੁਤ ਨਜ਼ਦੀਕ ਹੈ ਤਾਂ ਇਹ ਸਾਰੀਆਂ ਗੱਲਾਂ ਕਰ ਰਿਹਾ, ਬਟ ਹੀ ਸੈਡ ਆਈ ਹੈਵ ਰਿਫਲੈਕਟਡ ਅਬਾਊਟ all of this. ਸੋ ਮੈਂ ਤੁਹਾਨੂੰ ਇੱਕ ਜਿਹੜੀ ਸੈਕਿੰਡ ਟੂ ਲਾਸਟ ਜਿਹੜੀ ਹਰੀ ਸਿੰਘ ਦੀ ਲੈਟਰ ਹੈ ਉਹ ਪੜ੍ਹਦੀ ਹਾਂ। My dearest Sammi, it is with a heavy heart that I share that Malaya has been attacked and taken over by the Japanese. Malaya's beautiful port of Penang, once the pride of the British Empire, sits ravaged, having been transformed into a hellhole. Its Chinese inhabitants ruthlessly massacred, the women forced into prostitution. Bent on unleashing annihilation, the Japanese have attacked the United States of America as well. In so doing, they have woken up a sleeping giant. America, which had thus far stayed away from the war, has responded to Japanese aggression with vengeance. Having aligned itself with the Allies, it has now plunged intensely into the war. It feels surreal to have made it to Singapore with my battalion after a hurried defensive retreat down Malaya's coast, and to have amalgamated here with the 11th Indian Infantry Division. Flanked by 60 small islets, the diamond-shaped island of Singapore is one of the most formidable ports in Asia, owing to its geostrategic location between China and India, making it vital to the Allies. During the First World War, except for some incidents of civil strife, Singapore remained untouched by the turmoil. After the war, the British set up a large naval base in Singapore, which is referred to as the Floating Dock, British Prime Minister Winston Churchill hailing it as the Gibraltar of the East. With the war advancing perilously, Britain is positioning its defenses in Singapore to combat Japan. Sadly, though, with the home fleet stationed in Britain, there is no naval fleet to protect Singapore, leaving it for the British Army to defend the island in case of an attack from the water. I haven't a doubt that Singapore will be the next target of the Japanese troops. I'm certain, however, that with foresight, strategy, and planning, they can be defeated. Having shared all of this with you, I don't want you to worry about me. Instead, I hope that you will look forward to the day when this terrible war is over and you and I will be together again.
I even dreamt the other day that I was back home in Kishanpur, walking along the fields to go to the river bank. But abruptly changing path, I began walking towards the rosewood grove instead. Squirrels running along my feet, butterflies flying overhead. On reaching the grove, I looked about the place over and again, impatiently seeking someone, restlessness rising in me, leading me to wake up breathless. It took me no guessing as to who I was looking for in the grove. You. Yes, I was seeking you, to see you, to hold you close under the rosewoods, sunlight peeking through their thick branches, ecstatic ਜੀ bulbuls looking upon us from their quiet nooks, waiting to break into song. How I would want that dream to turn into reality, for my arms to find you, for the bulbuls to spin our tale of togetherness into a song. Yours, ਬਿਊਟੀਫੁਲ Hans. ਜੀ ਬਿਊਟੀਫੁਲ। ਤਾਂ ਜਿੱਦਾਂ ਇਸ ਲੈਟਰ ਦੇ ਵਿੱਚ ਉਹਨੇ ਦੱਸਿਆ ਕਿ ਲਾਸਟ ਲੈਗ ਆਫ ਦ ਲੈਟਰ ਵਾਜ਼ ਕੁਆਇਟ ਇਮੋਸ਼ਨਲ ਐਂਡ ਪਰਸਨਲ। ਤਾਂ ਤੁਸੀਂ ਕੀ ਦੇਖਦੇ ਹੋ? ਮੈਨੂੰ ਯਾਦ ਆ ਰਿਹਾ ਸੀਗਾ ਕਿ ਉਹ ਮਾਰਕਸ ਦਾ ਇੱਕ ਹੈਗਾ ਕਿ ਲਵ ਇਨ ਦ ਟਾਈਮ ਆਫ ਕੋਲਰਾ। ਤੋ ਇਹਦੇ ਵਿੱਚ ਜਿਹੜਾ ਲਵ ਇਨ ਦ ਟਾਈਮ ਆਫ ਵਾਰ ਆ, ਜਦੋਂ ਹੁਣ ਗਾਜ਼ਾ ਦੀ ਵਾਰ ਇੱਥੇ ਚੱਲ ਰਹੀ ਆ, ਤਾਂ ਤੁਸੀਂ ਕੀ ਸਮਝਦੇ ਹੋ ਕਿ ਇਸ ਕਿਸਮ ਦੀ ਜਿਹੜੀ ਕੌਨਫਲਿਕਟ ਸਿਚੁਏਸ਼ਨਾਂ ਹੁੰਦੀਆਂ ਨੇ, ਉਹਦੇ ਵਿੱਚ ਜਿਹੜਾ ਇਸ ਕਿਸਮ ਦਾ ਜਿਹੜਾ ਫੰਡਾਮੈਂਟਲ ਹਿਊਮਨ ਇਮੋਸ਼ਨ ਆ, ਉਹਦੀ ਜਿਹੜੀ ਐਗਜ਼ੀਬਿਸ਼ਨ ਆ ਲਿਟਰੇਚਰ ਦੇ ਥਰੂ ਜਾਂ ਇਹਨਾਂ ਸਾਰੀਆਂ ਚੀਜ਼ਾਂ ਦੇ ਥਰੂ, ਉਹ ਸਾਰੀ ਪੋਲੀਟੀਕਲ ਵਾਰਫੇਅਰ ਨੂੰ ਕਿੱਦਾਂ ਡੈਂਟ ਕਰਦੀ ਹੈ? ਹਾਂਜੀ, ਉਹ ਹਿਊਮਨਾਈਜ਼ ਕਰਦੀ ਹੈ। ਵਾਰ ਬਹੁਤ ਡੀਹਿਊਮਨਾਈਜ਼ਿੰਗ ਐਕਸਪੀਰੀਅੰਸ ਹੈ। ਜਿਹਨੇ ਦੇਖ ਲਿਆ ਇੰਨੀ ਉੱਥੇ ਡੈਥ ਇੰਨੇ ਕਲੋਜ਼ ਕੁਆਰਟਰਸ ਤੋਂ। ਹਰੀ ਸਿੰਘ ਵੀ ਇੱਕ ਲੈਟਰ 'ਚ ਕਹਿੰਦਾ ਕਿ ਇਨ ਅ ਫਰੈਕਸ਼ਨ ਆਫ ਸੈਕਿੰਡਸ ਇੱਕ ਬੰਦਾ ਖਤਮ ਹੋ ਜਾਂਦਾ, ਤੁਹਾਡੇ ਨਾਲ ਲੜ ਰਿਹਾ ਸੀ ਹੁਣ ਹੈ ਨਹੀਂ। ਸੋ ਇੱਕ ਬਹੁਤ ਹੀ ਵੱਧ ਕੋਈ ਡੀਹਿਊਮਨਾਈਜ਼ਿੰਗ ਐਕਸਪੀਰੀਅੰਸ ਨਹੀਂ ਹੈ ਜੋ ਇੰਨੀ ਮੌਤ ਤੁਹਾਡੇ ਆਸ-ਪਾਸ ਹੋ ਰਹੀ ਹੈ, ਬੋਮਬਿੰਗ, ਬਲਾਸਟ, ਬੁਲੇਟਸ। ਤੇ ਇਹ ਜਿਹੜਾ ਲਵ ਹੈ ਬੰਦੇ ਨੂੰ ਹਿਊਮਨਾਈਜ਼ ਕਰਦਾ ਹੈ, ਰੀਵਾਈਟਲਾਈਜ਼ ਕਰਦਾ ਹੈ। ਸੋ ਇਹ ਜਿਹੜੀਆਂ ਸਟੋਰੀਜ਼ ਨੇ ਵਾਰ ਦੇ ਬੈਕਗਰਾਊਂਡ ਦੇ ਅਗੇਂਸਟ ਜੋ ਲਵ ਸਟੋਰੀਜ਼ ਪੈਨ ਆਊਟ ਕਰਦੀਆਂ ਨੇ, ਇਹ ਸਾਰਿਆਂ 'ਚ ਇੱਕ ਕਾਮਨ ਚੀਜ਼ ਹੈ। ਹੁਣ ਮੈਂ ਤੁਹਾਨੂੰ ਫੈਬਰਰੀ ਦੀ ਗੱਲ ਦੱਸਦੀ ਹਾਂ ਕਿ ਮੈਨੂੰ ਕਿਸੇ ਨੇ ਬੁੱਕ ਕਲੱਬ 'ਤੇ ਇਨਵਾਈਟ ਕੀਤਾ ਸੀ। ਸੋ ਮੈਂ ਓਬਵੀਅਸਲੀ ਜਿਵੇਂ ਅੱਜ ਆਪਾਂ ਨੇ ਇੱਕ ਲੈਟਰ ਪੜ੍ਹੀ, ਮੈਂ ਨੈਰੋ ਕੀਤੇ ਸੀ ਸਮ ਪੈਸੇਜਿਸ ਕਿ ਜੋ ਲਵ ਦੇ ਬਾਰੇ ਗੱਲ ਕਰਦੇ ਨੇ। ਸੋ ਰਸਤੇ ਜਦੋਂ ਮੈਂ ਜਾ ਰਹੀ ਸੀ ਤਾਂ ਰੇਡੀਓ 'ਤੇ ਉੱਥੇ ਆਇਆ ਕਿ ਜਿਹੜੇ ਯੂਕਰੇਨ 'ਚ ਸੋਲਜਰ ਲੜ ਰਹੇ ਨੇ, ਉਹਨਾਂ ਨੂੰ ਉਹਨਾਂ ਦੀਆਂ ਵਾਈਫਸ, ਗਰਲਫਰੈਂਡਸ, ਉਹ ਜਾ ਕੇ ਵੈਲੈਂਟਾਈਨਸ ਡੇ 'ਤੇ ਵੀ ਉੱਥੇ ਬਾਰਡਰ 'ਤੇ ਜਾ ਕੇ ਉਹਨਾਂ ਨੂੰ। ਹਾਂਜੀ, ਸੋ ਇਹ ਜੋ ਹੈ ਇੱਕ ਕੋ ਐਗਜ਼ਿਸਟੈਂਸ ਹੈ। ਬਟ ਇਹੀ ਮੈਂ ਸੋਚਦੀ ਹਾਂ ਕਿ ਜਿੰਨਾ ਵਾਰ ਡੀਹਿਊਮਨਾਈਜ਼ਿੰਗ ਐਕਸਪੀਰੀਅੰਸ ਹੈ ਤੇ ਉਨਾ ਹੀ ਇੱਕ ਲਵ ਰੀਵਾਈਟਲਾਈਜ਼ਿੰਗ ਤੇ ਹਿਊਮਨਾਈਜ਼ਿੰਗ ਐਕਸਪੀਰੀਅੰਸ ਹੈ, ਜੋ ਕਿ ਆਪਾਂ ਜੋ ਬੇਸ ਹਿਊਮਨ ਇਮੋਸ਼ਨ ਹੈ, ਇੱਕ ਪ੍ਰਾਈਮਲ ਹਿਊਮਨ ਇਮੋਸ਼ਨ ਹੈ, ਆਪਣੀ ਐਗਜ਼ਿਸਟੈਂਸ ਲਈ ਬਹੁਤ ਸਿਗਨੀਫਿਕੈਂਟ ਹੈ ਲਵ। ਜੀ ਤਾਂ ਜਿਹਦੇ ਵਿੱਚ ਇਹਦੇ ਵਿੱਚ ਉਹ ਜਿਹੜੀ ਵਾਰ ਸਿਚੁਏਸ਼ਨ ਦੀ ਗੱਲ ਵੀ ਕਰ ਰਿਹਾ ਕਿ ਕਿੱਥੇ ਕੀ ਹੋ ਰਿਹਾ, ਤਾਂ ਇੱਕ ਉਹ ਪੋਲੀਟੀਕਲ ਅਵੇਕਨਡ ਵੀ ਹੈਗਾ ਐਜ਼ ਅ ਬੀਇੰਗ, ਐਜ਼ ਐਨ ਇੰਡੀਵਿਜੂਅਲ। ਤਾਂ ਜਿਹੜੇ ਸਾਡੇ ਸੋਲਜਰਸ ਨੇ, ਮਤਲਬ ਕਿ ਜਦੋਂ ਉਹ ਇੱਦਾਂ ਇੱਕ ਕਲੋਨੀਅਲ ਫੋਰਸ ਦੇ ਲਈ ਜਦੋਂ ਵਾਰ ਫਰੰਟ 'ਤੇ ਲੜਨ ਜਾਂਦੇ ਆ, ਇੱਕ ਤਾਂ ਚਲੋ ਲੜਦੇ ਆ, ਬਟ ਉਹਦੇ ਜਿਹੜੇ ਬਾਏ ਪ੍ਰੋਡਕਟਸ ਨੇ, ਤਾਂ ਤੁਸੀਂ ਕੀ ਦੇਖਦੇ ਹੋ ਜਿਹੜਾ ਵਰਲਡ ਵਾਈਡ ਸਾਡਾ ਐਕਸਪੋਜ਼ਰ ਹੋਇਆ ਸਾਡੇ ਸੋਲਜਰਸ ਦੇ ਥਰੂ, ਜਾਂ ਜਦੋਂ ਉਹ ਵਾਪਸ ਪਿੰਡਾਂ 'ਚ ਆਏ, ਜਾਂ ਕੁਛ ਉੱਥੇ ਵੀ ਹਿਜਰਤ ਜਿਹੜੀ ਹੋਈ ਹੈ, ਹੁਣ ਮਾਈਗ੍ਰੇਸ਼ਨ ਹੈ, ਉਹ ਸਟਾਰਟ ਤਾਂ ਉੱਥੋਂ ਹੀ ਹੋਈ ਹੈ। ਤਾਂ ਤੁਸੀਂ ਕੀ ਸਮਝਦੇ ਹੋ ਕਿ ਉਹ ਜਿਹੜਾ ਸਾਰਾ ਐਕਸਪੋਜ਼ਰ ਸੀ ਵਰਲਡ ਦੇ ਨਾਲ ਉਸ ਸੋਲਜਰ ਦਾ, ਉਹਨੇ ਜਿਹੜਾ ਪੰਜਾਬ ਦਾ ਵਿਲੇਜ ਆ ਉਸ ਦੇ ਵਿੱਚ ਕੀ ਚੇਂਜਸ ਕੀਤੀਆਂ, ਜਾਂ ਉਹਨਾਂ ਦੇ ਉਸ ਵਰਲਡ ਵਿਊ ਨੇ ਕਮਿਊਨਿਟੀ ਐਟ ਲਾਰਜ ਨੂੰ ਕਿੱਦਾਂ ਇੰਪੈਕਟ ਕੀਤਾ? ਹਾਂਜੀ, ਸੋ ਜਿਵੇਂ ਇਹ ਜੋ ਇੱਕ ਸੋਲਜਰ ਸੀ, ਓਬਵੀਅਸਲੀ ਸੈਲਰੀ ਤਾਂ ਮਿਲਦੀ ਹੈ, ਉਹ ਤਾਂ ਉਹਨਾਂ ਦਾ ਹੈ ਹੀ, ਇੱਕ ਜੌਬ ਕਰਦੇ ਸੀ ਉਹ ਗਵਰਨਮੈਂਟ ਦੀ। ਸੋ ਉਹ ਤਾਂ ਇੱਕ ਇਨਸੈਂਟਿਵ ਸੀ, ਬੈਨੀਫਿਟ ਸੀ, ਪੈਨਸ਼ਨ ਸੀ, ਕਈ ਵਾਰ ਲੈਂਡ ਬੈਨੀਫਿਟਸ ਵੀ ਮਿਲਦੇ ਸੀ ਰਿਟਾਇਰਡ ਸੋਲਜਰਸ ਨੂੰ ਜਦੋਂ ਵਾਪਸ ਆ ਜਾਂਦੇ ਸੀ ਉਹ। ਸੋ ਇਹ ਤਾਂ ਸੀ ਇੱਕ ਐਸਪੈਕਟ ਕਿ people were drawn to this for that reason, for the salary, for the benefits. ਬਾਕੀ ਜੋ ਇੱਕ cosmopolitan world view ਉਹ acquire ਕਰਦੇ ਸੀ, ਕਿੰਨੇ ਸਾਰੀ ਡਿਵਰਸਿਟੀ ਆਫ ਲੋਕਾਂ ਨਾਲ ਮਿਲਦੇ ਸੀ, ਇੱਕ ਸੈਂਸ ਆਫ ਇਨਕਲੂਜਨ, ਐਕੁਇਟੀ ਉਹਨਾਂ ਦੇ ਵਿੱਚ ਜ਼ਾਹਿਰ ਹੁੰਦੀ ਸੀ। ਸੋ ਉਹ ਜਿਹੜਾ ਇੱਕ ਕਾਸਮੋਪੋਲੀਟਨ ਇਨਕਲੂਸਿਵ ਮਾਈਂਡਸੈਟ ਲੈ ਕੇ ਵਾਪਸ ਪਿੰਡ 'ਚ ਆਉਂਦੇ ਸੀ, ਉੱਥੇ ਸਭ ਕੋਈ ਉਹਨਾਂ ਦੇ ਵਰਲਡ ਵਿਊ ਤੋਂ ਬੈਨੀਫਿਟ ਕਰਦਾ ਸੀ, ਨਾ ਕਿ ਉਹਨਾਂ ਦੀ ਇਮੀਡੀਏਟ ਫੈਮਿਲੀ ਜਾਂ ਕਲੈਨ, ਪਰ ਸਾਰਾ ਪਿੰਡ ਬੈਨੀਫਿਟ ਕਰਦਾ ਸੀ। ਜਿਹੜੇ ਹੁਣ ਜੋ ਆਪਣੇ
ਸੋਲਜਰ ਸੀ, ਜਦੋਂ ਟਿਪਕਲੀ ਵਾਪਸ ਆਉਂਦੇ ਸੀ, ਐ ਨਹੀਂ ਸੀ ਕਿ ਉਹ ਆਰਾਮ ਫਰਮਾਨ ਲੱਗ ਜਾਂਦੇ ਸੀ ਜਾਂ ਘਰੇ ਬੈਠੇ ਰਹਿੰਦੇ ਸੀ, ਕੋਈ ਨਾ ਕੋਈ ਮਤਲਬ ਪ੍ਰੋਜੈਕਟ ਕਰਦੇ ਸੀ, ਜਾਂ ਤਾਂ ਕੋਈ ਸੈਨੀਟੇਸ਼ਨ ਪ੍ਰੋਜੈਕਟ, ਜਾਂ ਕੋਈ ਬੱਚਿਆਂ ਨੂੰ ਮੋਟੀਵੇਟ ਕਰਨਾ, ਜਾਂ ਯੰਗ ਬॉयਜ਼ ਨੂੰ ਕਹਿਣਾ ਵੀ ਤੁਸੀਂ ਫਿਟ ਰਹੋ, ਉਹ ਮੈਨੂੰ ਪਤਾ ਕਿ ਦੱਸਦੇ ਹੁੰਦੇ ਸੀ ਕਿ ਟੋਕੇ ਦੀ ਮਸ਼ੀਨ ਨੂੰ ਚਲਾਓ ਤਾਂ ਕਿ ਤੁਹਾਡੇ ਮੈਜਰਮੈਂਟਸ ਠੀਕ ਆਉਣ, ਜਦੋਂ ਚੈਸਟ ਮੈਜਰਮੈਂਟਸ ਹੋਣਗੇ, ਰਿਕਰੂਟਮੈਂਟ ਹੋਊਗੀ। ਤੇ ਜੇ ਕੋਈ ਖਾਲੀ ਸ਼ਾਮਲਾਟ ਦੀ ਜ਼ਮੀਨ ਪਈ ਹੁੰਦੀ ਸੀ, ਉੱਥੇ ਫੀਲਡਸ ਬਣਾਉਂਦੇ ਸੀ, ਉਹਨਾਂ ਨੂੰ ਹਾਕੀ ਖੇਡਣਾ ਸਿਖਾਉਂਦੇ ਸੀ, ਛੋਟੇ ਬੱਚਿਆਂ ਨੂੰ ਇੰਸਪਾਇਰ ਕਰਦੇ ਸੀ ਕਿ ਤੁਸੀਂ ਪੜ੍ਹੋ, ਕੋਈ ਲਾਇਬ੍ਰੇਰੀ ਸੈਟਅਪ ਕਰਦੇ ਸੀ, ਕੋਈ ਨਾ ਕੋਈ ਪ੍ਰੋਜੈਕਟ ਕਰਦੇ ਸੀ ਜਦੋਂ ਉਹ ਆਉਂਦੇ ਸੀ। ਸੋ ਉਹ ਇੱਕ ਉਹਨਾਂ ਦੀ ਸੈਂਸ ਸੀ ਕਿ ਵਿਲੇਜ ਨੂੰ ਅਪਲਿਫਟ ਕਰੀਏ, ਇਹਨਾਂ ਨੂੰ ਵੀ ਦੱਸੀਏ ਕਿ ਕੀ ਹੋ ਰਿਹਾ ਹੈ। ਖਾਸ ਕਰ ਜਿਵੇਂ ਮੈਡੀਕਲ ਫੈਸਿਲਿਟੀਜ਼ ਬਾਰੇ ਦੱਸਣਾ ਕਿ ਤੁਹਾਡੇ ਨੇੜੇ ਕਿਹੜੀ ਗਵਰਨਮੈਂਟ ਦੀ ਫੈਸਿਲਿਟੀ ਹੈ, ਡਿਲੇ ਨਾ ਕਰੋ, ਜੇ ਕਦੇ ਕੋਈ ਹੈਲਥ ਇੰਪੈਡੀਮੈਂਟ ਆ ਗਿਆ ਵੇਟ ਨਾ ਕਰੋ ਕਿ ਥਿੰਗਸ ਗੋ ਆਊਟ ਆਫ ਹੈਂਡ, ਫਟਾਫਟ ਜਾ ਕੇ ਮੈਡੀਕਲ ਹੈਲਪ ਸੀਕ ਕਰੋ। ਸੋ ਹਾਂਜੀ, they contributed in a significant manner in the improvement ਜਾਂ improvement of the community। ਹਾਂਜੀ, ਦੱਸਦੇ ਸੀ ਕਿਉਂਕਿ ਉਹ ਡਿਫਰੈਂਟ ਥਾਵਾਂ ਤੇ ਰਹਿ ਕੇ ਆਏ ਸੀ, ਉਹ ਫਾਰਮਿੰਗ ਪ੍ਰੈਕਟਿਸਿਸ ਵੀ ਦੱਸਦੇ ਸੀ ਕਿ ਕਿਵੇਂ ਕਿੰਨੇ ਫਰਕ ਤੇ ਕ੍ਰੌਪਸ ਨੂੰ ਜਦੋਂ ਆਪਾਂ ਸੋਇੰਗ ਕਰਦੇ ਹਾਂ ਉਦੋਂ ਲਗਾਓ ਤਾਂ ਕਿ ਤੁਹਾਡੀ ਹਾਰਵੈਸਟ ਅੱਛੀ ਹੋਵੇ। ਸੋ ਇਹ ਹਰ ਤਰ੍ਹਾਂ ਦੀਆਂ ਗੱਲਾਂ ਸੀ ਉਹਨਾਂ ਦੇ ਥਰੂ ਪਿੰਡ ਜੀ। ਤਾਂ ਇਸ ਦੇ ਵਿੱਚ ਜਿਹੜਾ ਪਾਰਟੀਸ਼ਨ ਦਾ ਹਵਾਲਾ ਵੀ ਹੈ, ਮਤਲਬ ਕਿ ਜਿਹੜੀ ਉਹਦੀ ਸੈਟਿੰਗ ਆ, ਜਿਹੜਾ ਉਹ ਪੀਰੀਅਡ ਆ, ਉਹ ਪਾਰਟੀਸ਼ਨ ਦਾ ਪੀਰੀਅਡ ਵੀ ਹੈਗਾ। ਹਾਲਾਂਕਿ ਇੱਥੋਂ ਜਿਹੜੀ ਫੈਮਿਲੀ ਆ, ਉਹ ਸਿੱਖ ਫੈਮਿਲੀ ਆ, ਉਹਨੂੰ ਤਾਂ ਹਿਜਰਤ ਕਰਨੀ ਨਹੀਂ ਪੈ ਰਹੀ, ਬਟ ਉਹ ਜਿਹੜਾ ਜਸਜੀਤ ਦਾ ਫਰੈਂਡ ਆ ਜ਼ੁਲਫੀ, ਹੈ ਨਾ, ਉਹਦੇ ਹਵਾਲੇ ਦੇ ਨਾਲ ਹੀ ਵੀ ਬੜੀ ਪ੍ਰੀਵੈਲਿੰਗ ਉਹਨਾਂ ਦੀ ਫਰੈਂਡਸ਼ਿਪ ਆ। ਤੇ ਜਿਵੇਂ ਸ਼ਾਹ ਮੁਹੰਮਦ ਕਹਿੰਦਾ ਕਿ ਵੀ ਰਾਜ਼ੀ ਬਹੁਤ ਰਹਿੰਦੇ ਮੁਸਲਮਾਨ ਹਿੰਦੂ, ਸ਼ਾਹ ਮੁਹੰਮਦਾ ਵਿੱਚ ਪੰਜਾਬ ਦੇ ਜੀ ਕਦੇ ਤੀਸਰੀ ਜ਼ਾਤ ਆਈ। ਤਾਂ ਤੁਸੀਂ ਕੀ ਸਮਝਦੇ ਹੋ, ਜਿਹੜਾ ਉਹ ਕੰਪੋਜ਼ਿਟ ਕਲਚਰ ਦੀ ਗੱਲ ਹਰ ਵਾਰੀ ਹੁੰਦੀ ਹੈ ਕਿ ਸ਼ੇਅਰਡ ਕਲਚਰ ਹੁੰਦਾ, ਬਹੁਤ ਸਾਰੇ ਲੋਕ ਇਹ ਕਹਿੰਦੇ ਆ, ਇਤਿਹਾਸਕਾਰ ਵੀ ਜਿਹੜੇ ਅਡਰਮੈਂਟਸਾਈਜ਼ ਕਰਦੇ ਨੇ ਕਿ ਕਲਚਰ ਜੀ ਕਦੇ ਵੰਡਿਆ ਨਹੀਂ ਜਾ ਸਕਦਾ, ਤੇ ਬਟ ਸਾਡੇ ਸਾਹਮਣੇ ਪੋਲੀਟੀਕਲ ਰਿਐਲਿਟੀਜ਼ ਨੇ ਕਿ ਜਿਹਦੇ ਵਿੱਚ ਅਸੀਂ ਦੇਖਿਆ ਕਿ ਕਲਚਰ ਵਿਜ਼ੀਬਲੀ ਵੰਡਿਆ ਗਿਆ, ਕਿ ਪੰਜਾਬੀ ਜਿਹੜੀ ਜ਼ੁਬਾਨ ਆ ਵੈਸਟ ਪੰਜਾਬ ਦੇ ਵਿੱਚ, ਉਹਦੀ ਜਿਹੜੀ ਹਾਲਤ ਹੈ ਉਹ ਆਪਾਂ ਦੇਖ ਸਕਦੇ ਹਾਂ। ਜਦੋਂ ਸ਼ਿਵ ਕੁਮਾਰ ਦੀ ਮੌਤ ਹੁੰਦੀ ਹੈ 1973 ਦੇ ਵਿੱਚ, ਤਾਂ ਸ਼ਿਵ ਕੁਮਾਰ ਉਦੋਂ ਤੱਕ ਵੈਸਟ ਪੰਜਾਬ ਦੇ ਵਿੱਚ ਛਪਿਆ ਨਹੀਂ ਸੀ, ਉਸ ਤੋਂ ਬਾਅਦ ਛਪਿਆ। ਤਾਂ ਬਹੁਤ ਸਾਰੇ ਲੋਕ ਇਹ ਕਹਿ ਰਹੇ ਆ ਕਿ ਕਲਚਰ ਵੰਡਿਆ ਗਿਆ ਤੇ ਉਹ ਵੰਡਿਆ ਜਾ ਰਿਹਾ। ਤੇ ਤੁਸੀਂ ਕੀ ਸਮਝਦੇ ਹੋ, ਇਹ ਸਾਰੇ ਦੇ ਵਿੱਚ ਜਿਹੜਾ ਤੁਹਾਡਾ ਨੋਵਲ ਆ, ਜਦੋਂ ਉਹ ਕੰਪੋਜ਼ਿਟ ਕਲਚਰ ਦੀ ਗੱਲ ਕਰਦਾ, ਤੇ ਜਦੋਂ ਅੱਜ ਅਸੀਂ ਇੱਕ 75 ਸਾਲਾਂ ਦਾ ਸਫ਼ਰ ਤੈਅ ਕੀਤਾ, 77 ਸਾਲਾਂ ਦਾ ਸਫ਼ਰ ਤੈਅ ਕੀਤਾ, ਤਾਂ ਜਿਹੜਾ ਉਹ ਤੁਹਾਡੀ ਸੈਟਿੰਗ ਹੈ ਤੇ ਜਿਹੜਾ ਹੁਣ ਦਾ ਪੰਜਾਬ ਆ, ਦੋਨੇ ਸਾਈਡ ਦਾ, ਉਹ ਕੰਪੋਜ਼ਿਟ ਕਲਚਰ ਅੱਜ ਕਿੱਥੇ ਖੜਾ ਹੈ? ਹਾਂਜੀ, ਇੱਕ ਉਹਨੂੰ ਬਹੁਤ ਵੱਡਾ ਚੈਲੰਜ ਪੋਜ਼ ਕੀਤਾ ਜਾ ਰਿਹਾ ਹੈ ਨਾ। ਤੇ ਜਿਵੇਂ ਮੈਂ ਹਮੇਸ਼ਾ ਹੀ ਕਹਿੰਦੀ ਹੁੰਦੀ ਹਾਂ ਕਿ ਜੋ ਆਵਾਮ ਹੈ ਉਹ ਇੱਕ ਹੈਲਪਲੈਸ ਵਿਕਟਮ ਬਣ ਜਾਂਦਾ ਹੈ ਸਰਕਾਰਾਂ ਦੇ ਹੱਥਾਂ ਦੇ ਵਿੱਚ। ਉਹ ਜਦੋਂ 1947 ਦੀ ਗੱਲ ਕਰੀਏ ਇਨ ਦ ਕੰਟੈਕਸਟ ਆਫ ਦ ਨੋਵਲ, ਉਦੋਂ ਵੀ ਇਹ ਪੀਸਫੁਲੀ ਰਹਿ ਰਹੇ ਸੀ ਆਪਣੇ ਪਿੰਡਾਂ 'ਚ ਲੋਕ, ਮੁਸਲਿਮ ਵੀ ਸੀ, ਸ਼ੁਰੂ ਤੋਂ ਹੀ ਰਹਿ ਰਹੇ ਸੀ ਉਹ ਪਿੰਡਾਂ 'ਚ। ਇਹ ਪਿੰਡ ਪਰਟੀਕੁਲਰ ਜੋ ਅਲੀਵਾਲਾ ਦੀ ਗੱਲ ਕਰੀਏ ਤਾਂ ਇਹਦਾ ਤਾਂ ਫਾਊਂਡਰ ਵੀ ਇੱਕ ਮੁਸਲਿਮ ਫਾਰਮਰ ਸੀ। ਹਾਂਜੀ, ਸੋ ਜਦੋਂ ਸਿੱਖ ਫਾਰਮਰਸ ਆਉਂਦੇ ਨੇ, ਕੋਈ ਉੱਥੋਂ ਸਾਊਥ ਤੋਂ ਆਉਂਦੇ ਨੇ, ਉਹਨਾਂ ਨੂੰ ਵੀ ਉਹ ਵੈਲਕਮ ਕਰਦਾ, ਉਹਨਾਂ ਨੂੰ ਹੈਲਪ ਵੀ ਕਰਦਾ ਟੂ ਸੋਰਟ ਆਫ ਕਾਈਂਡ ਆਫ ਸਟਾਰਟ ਫਾਰਮਿੰਗ ਐਂਡ ਟੂ ਸੈਟ ਅਪ ਹੋਮਸ। ਸੋ ਇਹ ਜੋ ਸੀ ਇੱਕ ਕੰਪੋਜ਼ਿਟ ਕਲਚਰ ਇੱਕ ਬਹੁਤ ਆਰਗੈਨਿਕ ਤਰੀਕੇ ਨਾਲ ਸੀ। ਇਹ ਕੋਈ ਇਹ ਤਾਂ ਸੀ ਨਹੀਂ ਕਿ ਅਸੀਂ ਡਿਵਰਸਿਟੀ ਬਿਲਡ ਕਰਨੀ ਹੈ ਜਾਂ ਕੋਈ ਅਸੀਂ ਐਕਟੀਵਿਟੀਜ਼ ਕਰੀਏ ਕਿ ਵੀ ਸੋਰਟ ਆਫ ਫੋਸਟਰ ਟੋਲਰੈਂਸ ਐਂਡ ਅਪਰੀਸੀਏਸ਼ਨ ਫॉर ਕਲਚਰ। ਇੱਕ ਬਹੁਤ ਆਰਗੈਨਿਕ ਤਰੀਕੇ ਨਾਲ ਸੀ, ਇੱਕ ਬਹੁਤ ਨੈਚੁਰਲ ਰਿਸਪੈਕਟ ਸੀ। ਤੇ ਜਿਵੇਂ ਨੋਵਲ ਦੇ ਵਿੱਚ ਦੱਸਿਆ ਜਾਂਦਾ ਕਿ ਉਹ ਜਦੋਂ ਅਲੀ ਹੁਜਵੈਰੀ ਜੋ ਸੂਫੀ ਸੇਂਟ ਹੈ, ਪੈਟਰਨ ਸੂਫੀ ਸੇਂਟ ਆਫ ਦ ਵਿਲੇਜ, ਉਹਨਾਂ ਦੀ ਜਦੋਂ ਐਨਵਰਸਰੀ ਹੁੰਦੀ ਉਹ ਸਾਰੇ ਆ ਕੇ 3 ਦਿਨ ਰਿਜੋਇਸ ਕਰਦੇ ਨੇ, ਖਾਣਾ ਵੀ ਬਣਦਾ ਹੈ, ਡਾਂਸਿੰਗ ਸਿੰਗਿੰਗ ਹੁੰਦੀ ਹੈ ਉਹ ਟੂਰ ਤੇ। ਸੋ ਇੱਕ ਬਹੁਤ ਆਰਗੈਨਿਕ ਤਰੀਕੇ ਨਾਲ ਪੀਪਲ ਰਿਸਪੈਕਟਡ ਈਚ ਅਦਰ ਫॉर ਹੂ ਦੇ वर। ਉੱਥੇ ਪਿੰਡ 'ਚ ਮੰਦਿਰ ਵੀ ਹੈ, ਗੁਰਦੁਆਰਾ ਵੀ ਹੈ, ਮੌਸਕ ਵੀ ਹੈ, ਫਿਰ ਸੂਫੀ ਸ਼ਰਾਈਨ ਵੀ ਹੈ। ਸੋ ਇਟ ਵਾਜ਼ ਅ ਵੇ ਆਫ ਲਾਈਫ, ਇਟ ਵਾਜ਼ਨਟ ਟੌਟ ਟੂ ਕਲਾਸਰੂਮ 'ਚ ਬੈਠ ਕੇ ਆਪਾਂ ਲੈਸਨਸ ਤਾਂ ਦੇ ਨਹੀਂ ਰਹੇ ਸੀ ਔਨ ਡਿਵਰਸਿਟੀ, ਐਕੁਇਟੀ, ਇਨਕਲੂਜਨ, ਜੋ ਕਿ ਅੱਜ ਕੱਲ੍ਹ ਉਦੋਂ ਇਹ ਬਹੁਤ ਆਰਗੈਨਿਕ ਚੀਜ਼ਾਂ ਸੀ। ਬਾਕੀ ਟਾਈਮ ਟੂ ਟਾਈਮ ਡਿਫਰੈਂਸਿਸ ਵੀ ਹੋ ਜਾਂਦੇ ਸੀ, ਉਹ ਦਬ ਵੀ ਜਾਂਦੇ ਸੀ। ਕਿੰਨੇ ਸੈਂਚਰੀਜ਼ ਤੋਂ ਇਕੱਠੇ ਹੀ ਰਹਿ ਰਹੇ ਸੀ ਤੇ ਉਹ ਦਬ ਜਾਂਦੇ ਸੀ, ਕਦੇ ਹੋ ਜਾਂਦੀ ਸੀ ਕੋਈ ਆਲਟਰਕੇਸ਼ਨ ਵਿਦ ਟਾਈਮ ਦੇ ਵੁੱਡ ਮੂਵ ਪਾਸਟ ਇਟ। ਤੇ ਜਦੋਂ ਇਹ ਬ੍ਰਿਟਿਸ਼ ਆਏ, ਇਹਨਾਂ ਨੇ ਇਹਨੂੰ ਜ਼ਿਆਦਾ ਪਰਪੈਚੁਏਟ ਕਰਕੇ ਫਿਰ ਕਿੱਥੇ ਤੱਕ ਗੱਲ ਪਹੁੰਚ ਗਈ, ਇੱਕ ਅਲੱਗ ਨੇਸ਼ਨ ਬਣ ਗਿਆ। ਸੋ ਹੁਣ ਜਿਹੜੇ ਉਸ ਟਾਈਮ ਦੀਆਂ ਡਿਵਿਸਿਵ ਫੋਰਸਿਸ ਸੀ ਉਹ ਹਰ ਟਾਈਮ ਦੇ ਵਿੱਚ ਮੈਨੀਫੈਸਟ ਕਰਦੀਆਂ ਨੇ। ਹੁਣ ਇਹ
as citizens, what is our critical thinking ability? How do we perceive things? Can we think for ourselves, or we let other people take decisions for us, or prejudice our mind? These are some things to think about. कि ਜਿਹੜਾ ਇੱਕ educated mind ਹੋਊਗਾ ਜਿਹਦੇ 'ਚ ਇੱਕ ability ਹੈ to decipher right from wrong, ਔਰ ਇੱਕ critical thinking ability ਹੈ assess ਕਰਨ ਦੀ ਕਿ ਕੌਣ ਇਸ ਤੋਂ benefit ਕਰ ਰਿਹਾ ਹੈ, ਇਹ ਜਿਹਾ propaganda ਕਰਕੇ, ਇਹ ਜਿਹੇ divisive forces introduce ਕਰਕੇ ਕਿਹਨੂੰ benefit ਹੋਊਗਾ, ਇਹ ਕੋਈ questions ਨੇ ਆਪਾਂ ਨੂੰ ਪੁੱਛਣੇ ਚਾਹੀਦੇ ਨੇ. So I think again the emphasis as an academic, ਮੈਂ ਤਾਂ ਇਹ ਕਹੂੰਗੀ ਕਿ ਪੜ੍ਹਨ ਲਿਖਣ ਤੇ critical thinking ability, problem solving ability ਇਹ ਹਰ ਬੰਦੇ 'ਚ ਜਦੋਂ ਹੋ ਜੂਗੀ ਆਪਾਂ ਆਪਣੇ leaders ਵੀ wisely choose ਕਰਾਂਗੇ. ਵਾਈਜ਼ ਲੀਡਰਸ ਨਾਲ ਆਪਣੇ ਸਭ ਦੇ ਤਹਿਤ ਅੱਛਾ ਡਿਸੀਜਨ ਸਭ ਨੂੰ ਬੈਨੀਫਿਟ ਕਰੂਗਾ. ਤੇ ਹੁਣ ਅੱਜ ਕੱਲ੍ਹ ਦੇ ਟਾਈਮ ਸ਼ੁੱਡ ਬੀ ਰੀਅਲੀ ਔਨ ਪ੍ਰੋਗਰੈਸ਼ਨ ਇਨ ਸਾਇੰਸ ਐਂਡ ਡਿਵੈਲਪਮੈਂਟ. ਇਹ ਜਿਵੇਂ ਕਮਿਊਨਲ ਬੇਸਿਸ ਤੇ ਜੋ ਡਿਵਿਸਿਵ ਗੱਲਾਂ ਨੇ, ਆਈ ਡੋਨਟ ਨੋ, ਵੈਰੀ ਮਿਡੀਵਲ ਥਿੰਕਿੰਗ. ਜੀ, ਤਾਂ ਜਿੱਦਾਂ ਤੁਸੀਂ ਇਸ ਮਤਲਬ ਕਿ ਨੋਵਲ ਦੇ ਵਿੱਚ ਵੀ ਇੱਕ ਫੈਮਿਲੀ ਹੈ ਜਿਹੜੀ ਐਗਰੀਕਲਚਰਿਸਟ ਹੈ, ਜ਼ਿਆਦਾਤਰ ਕਰੈਕਟਰ ਉਸੇ ਹੀ ਐਗਰੀਰੀਅਨ ਇਕੋਨਮੀ ਨੂੰ ਰਿਪਰੈਜ਼ੈਂਟ ਕਰ ਰਹੇ ਆ, ਫੈਮਿਲੀ ਵੀ ਕਰ ਰਹੀ ਆ. ਫਿਰ ਤੁਸੀਂ ਕਿਹਾ ਕਿ ਜਿਹੜੀ ਤੁਸੀਂ ਨੋਵਲ ਲਿਖੀ ਆ ਉਹ ਵੀ ਫਾਰਮ ਪ੍ਰੋਟੈਸਟ ਜਿਹੜੀ ਇੰਡੀਆ ਦੇ ਵਿੱਚ ਚੱਲੀ ਸੀ ਉਹਦੇ ਤੋਂ ਇੰਸਪਾਇਰ ਹੋ ਕੇ ਲਿਖੀ ਆ. ਤੇ ਤੁਸੀਂ ਕੀ ਦੇਖਦੇ ਹੋ ਜਦੋਂ ਇੰਡਸਟਰੀਅਲ ਰੈਵੋਲੂਸ਼ਨ ਯੂਰਪ ਦੇ ਵਿੱਚ ਆਈ ਸੀ ਤਾਂ ਇਹ ਕਿਹਾ ਗਿਆ ਸੀਗਾ ਕਿ ਜਿਹੜੀ ਫਾਰਮਿੰਗ ਕਮਿਊਨਿਟੀ ਆ ਇਹ ਹੁਣ ਸਪੈਂਟ ਫੋਰਸ ਆ, ਇਹਨੇ ਨਹੀਂ ਬਚਣਾ ਹੈਗਾ. ਤੇ ਯੂਰਪ ਦੇ ਵਿੱਚ ਜਾਂ ਵੈਸਟਰਨ ਵਰਲਡ ਦੇ ਵਿੱਚ ਜਿਸ ਢੰਗ ਦੇ ਨਾਲ ਅੱਜ ਖੇਤੀ ਖੜੀ ਆ ਉਹ ਕਾਫੀ ਦਿਖਦਾ ਵੀ ਹੈ. ਪਰ ਫਿਰ ਵੀ ਇਹ ਸਾਡੇ ਇਸ ਖਿੱਤੇ ਦੇ ਵਿੱਚ ਖਾਸ ਤੌਰ 'ਤੇ ਪੂਰੇ ਵਰਲਡ ਓਵਰ ਵੀ ਵੈਸੇ ਕਿ ਹਜੇ ਵੀ ਫਾਰਮਿੰਗ ਆਪਣੇ ਐਜ਼ ਅ ਪੀਜ਼ੈਂਟਰੀ ਐਜ਼ ਅ ਕਲਾਸ ਕਿ ਇੱਕ ਫਾਈਟ ਕਰ ਰਹੀ ਆ ਆਪਣੀ ਐਗਜ਼ਿਸਟੈਂਸ ਦੇ ਲਈ. ਤੇ ਉਹਦੇ 'ਤੇ ਬਹੁਤ ਸਾਰੇ ਬਲੇਮ ਵੀ ਨੇ, ਪੈਟਰਾਰਕੀਕਲ ਹੈ, ਫਿਊਡਲ ਆ, ਤੇ ਪਰ ਉਹਦੀਆਂ ਬੜੀਆਂ ਰੈਜ਼ੀਲੀਅੰਸ ਦੀ ਫਾਈਟਿੰਗ ਵੀ ਆ, ਉਹਦੇ ਕੋਲ ਸੋਲਜਰ ਵੀ ਆ, ਦਲੇਰੀ ਵੀ ਆ, ਸੈਕਰੀਫਾਈਸ ਵੀ ਆ, ਦਿਲ ਵੀ ਆ. ਤਾਂ ਤੁਸੀਂ ਉਹਦੀ ਜਿਹੜੀ ਇੱਕ ਐਜ਼ ਅ ਕਲਾਸ, ਪੀਜ਼ੈਂਟਰੀ ਐਜ਼ ਅ ਕਲਾਸ ਨੂੰ ਜਦੋਂ ਤੁਸੀਂ ਲਿਟਰੇਚਰ ਦੇ ਵਿੱਚ ਦਿਖਾਉਂਦੇ ਹੋ, ਆਪਣੇ ਨੋਵਲ ਦੇ ਵਿੱਚ ਦਿਖਾਉਂਦੇ ਹੋ ਜਾਂ ਅੱਜ ਦੇ ਦੌਰ 'ਚ ਉਹਨੂੰ ਦੇਖਦੇ ਹੋ, ਤਾਂ ਤੁਸੀਂ ਉਹਨੂੰ ਉਹਦੇ 'ਚੋਂ ਕੀ ਸਮਝਦੇ ਹੋ, ਕੀ ਉਹਨੂੰ ਕਿੱਦਾਂ ਦੀ ਕਲਾਸ ਸਮਝਦੇ ਹੋ ਤੇ ਤੁਸੀਂ ਉਹਦਾ ਕੀ ਫਿਊਚਰ ਦੇਖ ਰਹੇ ਹੋ? ਹਾਂਜੀ, ਸੋ ਜੋ ਫਾਰਮਿੰਗ ਕਮਿਊਨਿਟੀ ਹੈ ਸ਼ੁਰੂ ਤੋਂ ਇਹ ਕਿਉਂਕਿ ਬਿਕੋਜ਼ ਆਫ देयर ਵੈਰੀ ਸੀਕ੍ਰੇਟ ਕਨੈਕਟ ਵਿਦ ਦ ਲੈਂਡ, ਵਿਦ ਦ ਨੈਚੁਰਲ ਐਲੀਮੈਂਟਸ, ਇਹ ਇੱਕ ਬਹੁਤ ਇੱਕ ਫਾਈਨ, ਇੱਕ ਓਨੈਸਟ, ਇੱਕ ਰਿਜ਼ਿਲੀਐਂਟ, ਇੱਕ ਬਹੁਤ ਬਰੇਵ ਕਮਿਊਨਿਟੀ ਹੈ. ਤੇ ਬਾਕੀ ਉਸ ਤੋਂ ਬਾਅਦ ਜੋ ਆਪਣੀ ਸੂਫੀ ਟ੍ਰੈਡੀਸ਼ਨ ਹੈ, ਆਪਣੇ ਗੁਰੂਆਂ ਦੀ ਟ੍ਰੈਡੀਸ਼ਨ ਹੈ, ਉਹ ਵੰਡ ਕੇ ਖਾਣਾ, ਉਹ ਵੀ ਇਹਨਾਂ ਨੇ ਬਹੁਤ ਬਿਊਟੀਫੁਲੀ ਪ੍ਰੈਵਲੈਂਟ ਤੇ ਕੰਟੀਨਿਊ ਕਰਕੇ ਰੱਖਿਆ ਹੈ. So because of that deep connect with the land and the natural elements, and because of our Sikh and Sufi traditions, एक humanizing ਉਹਨਾਂ ਦੀਆਂ ਹੈਬਿਟਸ ਨੇ ਕਿ ਇੱਕ ਦੂਸਰੇ ਨਾਲ ਕਨੈਕਟ ਕਰਨਾ, ਕੋਈ ਫਰਕ ਉਹਨਾਂ ਦੇ ਮਨ 'ਚ ਖਿਆਲਾਤ ਨਹੀਂ ਹੈ. ਤੇ ਜੋ ਉਹਨਾਂ ਦੀ ਕੰਟਰੀਬਿਊਸ਼ਨ ਹੈ ਇੱਕ ਬਹੁਤ ਸਿਗਨੀਫਿਕੈਂਟ ਕੰਟਰੀਬਿਊਸ਼ਨ ਹੈ. ਇਹੀ ਖਿਆਲ ਮੇਰੇ ਮਨ 'ਚ ਆਇਆ ਸੀ ਜਦੋਂ ਮੈਂ ਨੋਵਲ ਲਿਖਿਆ ਸੀ ਕਿ ਐਟ ਡਿਫਰੈਂਟ ਸਟੇਜਸ ਇਨ ਇੰਡੀਅਨ ਹਿਸਟਰੀ ਜੋ ਫਾਰਮਿੰਗ ਕਮਿਊਨਿਟੀ ਦੀਆਂ ਕੰਟਰੀਬਿਊਸ਼ਨ ਨੇ ਬਹੁਤ ਟ੍ਰਮੈਂਡਸ ਕੰਟਰੀਬਿਊਸ਼ਨਸ ਨੇ. ਤੇ whether it was fighting in the wars or participating in the Indian national movement, ਉਹਦੇ ਵੀ ਇਹ forefront ਤੇ ਸੀ. ਫਿਰ ਬਾਅਦ 'ਚੋਂ ਜਿਹੜਾ building of modern India, ਹਰ walk of life 'ਚ ਜੋ farming community ਦੇ members ਹੈ, ਕੋਈ ਵੀ ਦੇਖ ਲਓ, not just the army or farming society, ਉਸ ਤੋਂ ਇਲਾਵਾ academia, physicians, engineers, ਹਰ walk of life 'ਚ ਇਹਨਾਂ ਨੇ ਬਹੁਤ wholeheartedly participate ਕੀਤਾ ਹੈ. ਸੋ ਜਦੋਂ ਮੈਂ ਦੇਖਿਆ ਫਾਰਮਰਸ ਨੂੰ ਰੋਡ ਤੇ, ਬਹੁਤ ਮੇਰਾ ਮਨ ਉਸ ਟਾਈਮ ਤੇ ਖਰਾਬ ਹੋਇਆ ਕਿ ਕਿਵੇਂ ਇੰਡੀਆ ਦੀ ਜੋ ਗਰੋਥ, ਐਵੋਲੂਸ਼ਨ, ਡਿਵੈਲਪਮੈਂਟ ਲਈ ਇਹਨਾਂ ਦਾ ਇੰਨਾ ਜ਼ਿਆਦਾ ਜੋ ਸਿਗਨੀਫਿਕੈਂਟ ਕੰਟਰੀਬਿਊਸ਼ਨ ਆ ਉਹਨੂੰ ਕਿਵੇਂ ਨਜ਼ਰ ਅੰਦਾਜ਼ ਹਾਂਜੀ ਕਰਤਾ ਕਿ ਉਹ ਕਿਵੇਂ ਸੜਕ ਤੇ ਫਾਰਮਰਸ in the morning I saw how they were sort of getting their breakfast done. So obviously ਮੇਰੇ ਲਈ ਇੱਕ ਟ੍ਰਿਗਰ ਪੁਆਇੰਟ ਸੀ ਕਿ ਮੈਂ ਲਿਖੀ ਤਾਂ ਕਿ ਆਪਾਂ ਆਪਣੀ ਜੋ ਅਗਰੇਰੀਅਨ ਸੋਸਾਇਟੀ ਦੀਆਂ ਸਟਰਗਲਸ ਹੈ ਉਹ ਪ੍ਰੈਜ਼ੈਂਟ ਕਰ ਸਕੀਏ. ਬਾਕੀ ਅਗਰੇਰੀਅਨ ਸੋਸਾਇਟੀ ਇਹ ਵੀ ਹੈ ਕਿ ਇੱਕ ਜੋ ਰਿਬੈਲ ਐਲੀਮੈਂਟ ਹੈ, ਕੋਲਿੰਗ ਆਊਟ ਰੋਂਗਸ, ਉਹ ਵੀ ਸਭ ਹੈ ਹਰ ਥਾਂ ਤੇ. ਜਿਵੇਂ ਇਨਵੇਡਰਸ ਵੀ ਆਉਂਦੇ ਸੀ, ਜਿਵੇਂ ਪਹਿਲਾਂ ਕਿਹਾ ਕਿ ਆਵਾਮ ਜੋ ਵੀ ਉਹਨਾਂ ਦੇ ਘਰ 'ਚ ਪਿਆ ਹੁੰਦਾ ਸੀ, ਡਾਂਗਾਂ, ਸੋਟੀਆਂ, ਜੋ ਵੀ ਉੱਠ ਕੇ ਇਨਵੇਡਰ ਨੂੰ ਫੇਸ ਕਰਦੇ ਸੀ, ਚਾਹੇ ਕੁਛ ਵੀ ਲੈ ਕੇ ਖੜੇ ਹੋਣ. ਇਹ ਆਪ ਟਾਈਮ ਟੂ ਟਾਈਮ ਆਪਣੇ ਲੀਡਰਸ ਨੇ ਆਪਾਂ ਨੂੰ ਫੇਲ ਕਰਤਾ. ਉਹ ਜਾ ਕੇ ਕਾਂਕਰਰਸ ਨਾਲ ਮਿਲ ਜਾਂਦੇ ਸੀ, ਪਰ ਜੋ ਆਮ ਬੰਦਾ ਸੀ ਉਹਦੀ ਜੋ ਸ਼ਿੱਦਤ ਸੀ ਆਪਣੀ ਜ਼ਮੀਨ ਲਈ, ਆਪਣੇ ਏਰੀਆ ਲਈ, ਉਹਨੂੰ ਪ੍ਰੋਟੈਕਟ ਕਰਨ ਲਈ ਉਹ ਉੱਠਦਾ ਸੀ, ਬਾਰ-ਬਾਰ ਉੱਠਦਾ ਸੀ ਕਿ ਅਸੀਂ ਕਿਵੇਂ ਰੈਜ਼ਿਸਟ ਕਰੀਏ ਕਿਸੇ ਵੀ ਇਨਵੇਡਰ, ਕਾਂਕਰਰ ਨੂੰ.
सो जो एक प्रिस्टीन वे ऑफ लाइफ है, एक सब्लिमिटी है, वो बहुत एक ब्यूटीफुल एसेट है फार्मिंग कम्युनिटी का। बाकी इंडस्ट्रियलाइजेशन हैज बीन अराउंड फॉर अ वाइल। हुण असीं सिस्टमिक इनजस्टिसेस नाल मैं इंगेज करदी उन्हां बारे पढ़दी उन्हां दे इंपैक्ट्स बारे पढ़दी हाँ। वर्ल्ड ओवर हुण ये आपां नूं पता है कि जिहड़ा इंडस्ट्रियलाइजेशन कैपिटलिज्म है, इट इज़ आल्सो वन ऑफ द सिस्टमिक इनजस्टिसेस। कोई भी सिस्टमिक इनजस्टिस जिहड़ा वो कोई आइसोलेशन च दा ऑपरेट करदा नहीं। सो इंडस्ट्रियलाइजेशन एक सिस्टमिक इनजस्टिस है, जस्ट लाइक वॉर, वायलेंस, ये सब चीज़ां, दीज आर इनजस्टिसेस। फोर्स्ड माइग्रेशन और पार्टीशन दे कॉन्टेक्स्ट गल करिए, फोर्स्ड माइग्रेशन इज आल्सो अ सिस्टमिक इनजस्टिस। सो ये सारे दे इंटरस्पर्स विद वन अनदर, दे आर इंटरकनैक्टेड। हुण जेहड़े कैपिटलिज्म दे टाइम ते, हुण मैं तुहानूं ये दसदी हां कि सिस्टमिक इनजस्टिस दे कॉन्टेक्स्ट गल करिए कि कदे भी जो द गैप बिटवीन द रिच एंड द पुअर कदे भी इन्ना ज़्यादा नहीं होया सी किसी भी टाइम पीरियड। जो एरिस्टोक्रेसी भी सी, यू नो, अपने भी इत्थे राजे महाराजे, जिन्ना ये कैपिटलिज्म ने इन्ना ज़्यादा डिवाइड क्रिएट करता है बिटवीन द वर्कर एंड इनइक्वालिटी जिहड़ी है दिस टाइम। सो दिस कैन बी एट्रीब्यूटेड टू कैपिटलिज्म ते कोई डेवलपमेंट दा तां ਉਹ ਸਾਰਾ ਜਿਹੜਾ ਥੀਸਿਸ ਹੈ ਅਮਰਤਿਆ ਸੇਨ ਦਾ ਉਹ ਵੀ ਇਸੇ ਤੇ ਹੀ ਬੇਸ ਕਰਦਾ। मतलब जिन्ना बदलूगा वो गैप ओदा नाल आपां एज अ सोसाइटी चाहे ग्लोबल कम्युनिटी ले लईए, ये आपां कोई डेवलपिंग तां नहीं है, इट्स अ साइन ऑफ अंडर डेवलप्ड। हाँ जी, ਤਾਂ ਜਿੱਦਾਂ ਤੁਸੀਂ ਦੱਸਿਆ ਕਿ ਇੰਡਸਟਰੀਅਲ ਵਰਡ ਆ, ਮੇਰਾ ਸਵਾਲ ਇਹਦਾ ਜੁੜਵਾ, ਤੁਸੀਂ ਇੱਥੇ ਪੜ੍ਹਾਉਂਦੇ ਹੋ ਇਸ ਜਿਹੜਾ ਇੰਡਸਟਰੀਅਲ ਜਿਹੜੀ ਕੈਪੀਟਲਿਜ਼ਮ ਦੀਆਂ ਜਿਹੜੀਆਂ ਮੈਨੀਫੈਸਟੇਸ਼ਨਸ ਨੇ ਜਿਹੜੀ ਸੁਸਾਇਟੀ 'ਚ ਤੁਸੀਂ ਵਿਚਰਦੇ ਹੋ, ਤੁਸੀਂ ਕੀ ਸਮਝਦੇ ਹੋ ਜਦੋਂ ਕਮਿੰਗ ਫਰੋਮ ਅ ਐਗਰੀਰੀਅਨ ਸੁਸਾਇਟੀ, ਇੱਕ ਬੈਕਗਰਾਊਂਡ ਆ ਤੁਹਾਡਾ ਉਹ, ਤੇ ਇੱਕ ਇਸ ਕਿਸਮ ਦੀ ਇੱਥੇ ਸੈਟਿੰਗ ਆ, ਤੁਸੀਂ ਕੀ ਸਮਝਦੇ ਹੋ ਕਿ ਜਿਹੜਾ ਇਹਦੇ ਵਿੱਚ ਜਿਹੜਾ ਵਰਡ ਵਿਊ ਦਾ ਕੋਈ ਕਲੈਸ਼ ਆ, ਕਲਚਰਲ ਵੈਲਿਊ ਸਿਸਟਮ ਦਾ ਕੋਈ ਕਲੈਸ਼ ਖੜਾ, ਜਾਂ ਇਹਦੇ ਵਿੱਚ ਇਹ ਜਿਹੜੀਆਂ ਦੋ ਸੁਸਾਇਟੀਜ਼ ਨੇ, ਦੋ ਵਰਡ ਵਿਊ ਨੇ, ਉਹ ਆਪਣੇ ਆਪ ਨਾਲ ਇੱਕ ਦੂਜੇ ਨਾਲ ਜਿਹੜਾ ਇੰਗੇਜਮੈਂਟ ਹੈ ਉਹਨਾਂ ਦਾ, ਉਹ ਇੰਗੇਜਮੈਂਟ ਕਿਸ ਕਿਸਮ ਦਾ, ਉਹ ਇੰਟੈਗੋਨਿਸਟਿਕ ਇੰਗੇਜਮੈਂਟ ਆ, ਉਹ ਐਕਸਚੇਂਜ ਦਾ ਇੰਗੇਜਮੈਂਟ ਆ, ਉਹ ਤੁਹਾਨੂੰ ਕੀ ਲੱਗਦਾ ਕਿ ਕੀ ਇੰਗੇਜਮੈਂਟ ਇਹ ਬਣਦਾ ਹੈਗਾ? हाँ जी, सो मैं इस गल ते अपने आप नूं बहुत एक फॉर्चुनेट समझदी हां गुरशमशी के जो मेरे पसंदीदा जो काम सी, मेरा आई वांटेड टू बी इन दी एकेडेमिया, वो मैनूं काम करने का मौका मिलिया। दूसरा कि मैं नॉवल लिखना चाहती सी, एक नॉवलिस्ट बनना चाहती सी, वो मैनूं मौके मिले। सो ये बोथ थिंग्स आई एम वेरी ग्रेटफुल। ते जो यूनिवर्सिटीज या एकेडमिक सैटअप च वो एक एटमोसफेयर ऑफ टॉलरेंस, ऑफ इंक्लूजन, एक्विटी बिल्डिंग, डिवर्सिटी, डीकोलोनाइजेशन का भी बहुत बड़ा एम्फेसिस है। बाकी जो साडे कैंपस हैं, यूनिवर्सिटी कैलिफोर्निया की मैं गल कर रही हाँ कि बहुत डिवर्स कैंपस है। सो जो आप डिवर्सिटी की गल करते हैं, नैशनैलिटी, एथनिसिटी, रेस, ते बाकी सोशियो इकोनॉमिक स्टेटस भी जो देखते हैं, बहुत ज़्यादा डिवर्सिटी देखने च मिलती है। सो सारा टाइम जो एम्फेसिस क्लासरूम जो यही है टू हैव एन इंक्लूसिव सेटअप। ते सब दियां स्टोरी ये मेरा खुद दी भी मेरी एक फिलोसफी है कि जेड़ा जॉन बर्जर दी फेमस लाइन है, वो मेरी एक गाइडिंग फिलोसफी, never again will a single story be told as though it were the only one। ਤੇ ਜਦੋਂ ਵੀ ਇੱਕ ਸਿੰਗਲ ਸਟੋਰੀ ਆਪਾਂ ਨੂੰ ਪੇਸ਼ ਕੀਤੀ ਜਾਂਦੀ ਹੈ ਬਹੁਤ ਰੰਗੀਨ ਅੰਦਾਜ਼ ਨਾਲ, ਇੱਕ ਕ੍ਰਿਟੀਕਲ ਥਿੰਕਰ ਸਟੂਡੈਂਟਸ ਨੂੰ ਵੀ ਦੱਸਦੀ ਹਾਂ, ਉਹਨੂੰ ਅਸੈਸ ਕਰੂਗਾ ਕਿ ਜਿਹੜੀ ਸਿੰਗਲ ਸਟੋਰੀ ਹੈ, ਸਿੰਗਲ ਸਟੋਰੀ ਇਜ਼ ਐਟ ਬੈਸਟ ਐਨ ਇਨਕੰਪਲੀਟ ਸਟੋਰੀ ਐਟ ਬੈਸਟ। ਇਟ ਸਪੀਕਸ ਆਫ ਇਨਜਸਟਿਸ ਐਂਡ ਟਿਰਨੀ, ਕਿ ਕਿਸੇ ਨੂੰ ਦਬਾ ਕੇ ਤੁਸੀਂ ਆਪਣੀ ਕਹਾਣੀ ਨੂੰ ਪ੍ਰੋਡੋਮੀਨੈਂਟਲੀ ਪੇਸ਼ ਕਰ ਰਹੇ ਹੋ। ਸੋ ਵੈਰੀ ਅਮੇਜ਼ਿੰਗ ਜੋ ਕਿ ਪੋਸਟਮॉडर्निज्म है। हाँ जी, सो एक इंक्लूजन दा एटमोसफेयर है। मैं भी अपने क्लासरूम च ही प्रमोट करदी हां डीकोलोनाइजेशन दा। हुण डीकोलोनाइजेशन दी गल बार-बार हुंदी है, और कोलोनाइजर तां चला गया, ਉਹ ਤਾਂ ਹੁਣ चला गया। हुण ਜਿਹੜੇ ਆਪਣੇ माइंड्स है, ਇਹਨਾਂ ਨੂੰ ਆਪਾਂ ਨੇ डीकोलोनाइज करना है। ਉਹਨੂੰ ਕਿਵੇਂ ਆਪਾਂ डीकोलोनाइज स्टोरीज ਨੂੰ ਸੈਲੀਬ੍ਰੇਟ ਕਰਕੇ, ਜਿਵੇਂ ਆ ਹੁਣ ਇੱਕ ਸਟੋਰੀ ਹੈ वर्ल्ड वॉर set in far away Punjab, so far away from the United States, ਤੇ ਇਹਨੂੰ ਵੀ ਲੋਕ ਪੜ੍ਹਨਾ ਪਸੰਦ ਕਰਦੇ ਆ ਕਿ ਇੱਕ ਨਵਾਂ ਪਰਸਪੈਕਟਿਵ ਪ੍ਰੈਜ਼ੈਂਟ ਹੋਇਆ, ਕਿ ਇੱਕ ਨਵੀਂ ਹਕੀਕਤ ਪਤਾ ਲੱਗੀ, ਨਵੇਂ ਲੋਕਾਂ ਦਾ ਯੂ نو ਜਿਹੜੇ ਉਹਨਾਂ ਨੂੰ ਨਹੀਂ ਪਤਾ ਸੀ ਕਿ ਕਿਵੇਂ ਉਹ ਰਹਿੰਦੇ ਨੇ, ਕਿਵੇਂ ਉਹਨਾਂ ਦੇ ਰਿਸ਼ਤੇ ਨੇ, ਕਿਵੇਂ ਉਹਨਾਂ ਦੇ ਨਦੀਆਂ ਮੌਸਮ ਨੇ। ਸੋ ਡਿਫਰੈਂਟ ਸਟੋਰੀਜ਼ ਕਿ ਆਪਾਂ ਇਨਕਲੂਜਨ ਤੇ ਡਿਵਰਸਿਟੀ ਨੂੰ ਪ੍ਰਮੋਟ। ਤਾਂ ਮੇਰਾ ਲਾਸਟ ਤੇ ਤੁਹਾਨੂੰ ਸਵਾਲ ਆ ਕਿ ਬਹੁਤ ਸਾਰਾ ਕੁਝ ਪਾਰਟੀਸ਼ਨ ਤੇ ਲਿਖਿਆ ਗਿਆ, ਬਹੁਤ ਸਾਰਾ ਕੁਝ ਪੰਜਾਬ ਤੇ ਲਿਖਿਆ ਗਿਆ, ਬਹੁਤ ਸਾਰਾ ਕੁਝ ਸੈਕੰਡ ਵਰਲਡ ਵਾਰ ਤੇ ਲਿਖਿਆ ਗਿਆ, ਤਾਂ ਇਹ ਇੱਕ ਹਮੇਸ਼ਾ ਹੀ ਇੱਕ ਜਿਹੜੀ ਹੈਗੀ ਆ ਉਹ ਡਿਬੇਟ ਚੱਲਦੀ ਹੈ ਕਿ ਵਹੀਕਲ ਆਫ ਸੁਸਾਇਟੀ ਕੀ ਆ, ਸਿਆਸਤ ਹੈ, ਇਤਿਹਾਸ ਹੈ, ਜਾਂ ਅਦਬ ਹੈ। ਤਾਂ ਜੋ ਸਾਡਾ ਹੁਣ ਤੱਕ ਦਾ ਐਕਸਪੀਰੀਅੰਸ ਆ
ਜਿਵੇਂ ਤੁਸੀਂ ਵਾਰਿਸ ਸ਼ਾਹ ਦਾ ਹਵਾਲਾ ਦਿੱਤਾ, ਹੀਰ ਦਾ ਹਵਾਲਾ ਦਿੱਤਾ, ਤਾਂ ਅਸੀਂ ਦੇਖਿਆ ਕਿ ਹਿਸਟਰੀ ਸਾਡੀ ਜ਼ਿਆਦਾ ਓਰਲ ਟ੍ਰਡੀਸ਼ਨ ਨੂੰ ਅਸੀਂ ਜ਼ਿਆਦਾ ਵੈਲਿਊ ਕਰਦੇ ਹਾਂ, ਪਰ ਜਿਹੜੀ ਪੀਸ ਆਫ ਲਿਟਰੇਚਰ ਆ ਉਹਦੀ ਜਿਹੜੀ ਉਮਰ ਆ ਜਾਂ ਉਹ ਜ਼ਿਆਦਾ ਏਜਲੈਸ ਰੂਪ ਦੇ ਵਿੱਚ ਸੈਲੀਬ੍ਰੇਟ ਹੁੰਦੀ ਹੈ। ਬਟ ਐਜ਼ ਐਨ ਅਕੈਡਮੀਸ਼ੀਅਨ, ਐਜ਼ ਅ ਸਟੂਡੈਂਟ ਆਫ ਲਿਟਰੇਚਰ, ਐਜ਼ ਅ ਟੀਚਰ ਆਫ ਲਿਟਰੇਚਰ, ਐਜ਼ ਐਨ ਆਥਰ, ਤਾਂ ਤੁਸੀਂ ਕੀ ਸਮਝਦੇ ਹੋ ਕਿ ਜਿਹੜਾ ਭਵਿੱਖ ਆ ਉਹਦੇ ਵਿੱਚ ਜਦੋਂ ਹੁਣ ਸੋਸ਼ਲ ਮੀਡੀਆ ਦਾ ਦੌਰ ਹੈ, ਸਾਰਾ ਬਹੁਤ ਇੱਕ ਕੈਚੀ ਇਨਫੋਰਮੇਸ਼ਨਸ ਦਾ ਦੌਰ ਹੈ, ਤਾਂ ਜਿਹੜਾ ਅਦਬ ਦਾ ਹਵਾਲਾ ਹੈ ਐਜ਼ ਅ ਵਹੀਕਲ ਆਫ ਸੁਸਾਇਟੀ ਟੂ ਟੈਲ ਯੂ ਅ ਸਟੋਰੀ ਟੂ ਟ੍ਰਾਂਸਜੈਂਡ ਟੂ ਦ ਅਨਦਰ ਜਨਰੇਸ਼ਨਸ, ਤਾਂ ਉਹ ਹਵਾਲਾ ਕਿਵੇਂ ਉਵੇਂ ਹੀ ਓਨਾ ਹੀ ਪਾਵਰਫੁਲ ਰਹੇਗਾ ਜਿੰਨਾ ਪਹਿਲੀਆਂ ਦੇ ਵਿੱਚ ਰਿਹਾ, ਜਾਂ ਤੁਸੀਂ ਵਹੀਕਲ ਆਫ ਸੁਸਾਇਟੀ ਦੇ ਰੂਪ ਦੇ ਵਿੱਚ ਅਦਬ ਦਾ ਜਿਹੜਾ ਹਸਤਾਖਰ ਹੈ ਉਹਨੂੰ ਕਿੱਦਾਂ ਦੇਖਦੇ ਹੋ? ਹਾਂਜੀ, ਇਹ ਜਿਹੜੀਆਂ ਸਟੋਰੀਜ਼ ਹੈ, ਲਿਟਰੇਚਰ ਹੈ, ਇਹ ਇੱਕ ਕਹਾਣੀ ਤੋਂ ਉੱਪਰ ਉੱਠ ਕੇ ਬਹੁਤ ਸਾਰੀਆਂ ਚੀਜ਼ਾਂ ਕੈਪਚਰ ਕਰ ਲੈਂਦਾ ਹੈ ਕਿ ਜਦੋਂ ਆਪਾਂ ਹੁਣ ਬਹੁਤ ਸਾਰੇ, ਜਿਵੇਂ ਕਿਸੇ ਨੂੰ ਫਿਗਰਸ, ਫੈਕਟਸ ਮੈਂ ਕਿਸੇ ਦੇ ਫੇਸ 'ਚ ਥਰੋ ਕਰਨ ਲੱਗ ਜਾ, ਉਹ ਉਹਨਾਂ ਨੂੰ ਕੁਝ ਨਹੀਂ ਯਾਦ ਆਊਗਾ। ਜਦੋਂ ਉਹਨੂੰ ਆਪਾਂ ਪਰਸਨਲਾਈਜ਼ ਕਰ ਲੈਂਦੇ ਹਾਂ, ਜਦੋਂ ਆਪਾਂ ਉਹਨੂੰ ਇੱਕ ਹਿਊਮਨ ਫੇਸ ਦਿੰਦੇ ਹਾਂ, ਸਡਨਲੀ ਉਹ ਇਟ ਗੇਨਸ ਅ ਡਿਫਰੈਂਟ ਡਿਮੈਂਸ਼ਨ, ਇਟ ਬਿਕਮਸ ਯੂਨੀਵਰਸਲ। ਜਿੰਨੇ ਆਪਣੇ ਹਿਊਮਨ ਇਮੋਸ਼ਨਸ ਹੈ ਯੂਨੀਵਰਸਲ ਨੇ। ਜਿਵੇਂ ਹੁਣ ਮੈਂ ਸੈਕੰਡ ਵਰਲਡ ਵਾਰ ਦੇ ਕੰਟੈਕਸਟ 'ਚ ਗੱਲ ਕੀਤੀ ਤਾਂ ਯੂਕਰੇਨ ਦੀ ਵਾਰ 'ਚ ਆਪਾਂ ਨੇ ਗੱਲ ਕੀਤੀ ਕਿ ਕਿਵੇਂ ਗਰਲਫ੍ਰੈਂਡਸ ਤੇ ਵਾਈਫਸ ਮਿਲਣ ਜਾ ਰਹੀਆਂ ਸੀ ਸੋਲਜਰਸ ਨੂੰ ਫਰੰਟ ਤੇ ਵੈਲੈਂਟਾਈਨਸ ਡੇ ਨੂੰ। ਸੋ ਇੱਕ ਯੂਨੀਵਰਸੈਲਿਟੀ ਹੈ ਜੋ ਇਮੋਸ਼ਨਸ ਦੀ ਹੈ, ਲਿਟਰੇਚਰ ਸੈਲੀਬ੍ਰੇਟ ਕਰਦਾ ਹੈ, ਉਹਨੂੰ ਅਪਹੋਲਡ ਕਰਦਾ ਹੈ। ਸਡਨਲੀ ਉਹ ਇੱਕ ਫੈਕਟਸ, ਫਿਗਰਸ ਦੀ ਸਟੋਰੀ ਤੋਂ ਉੱਪਰ ਉੱਠ ਕੇ ਇੱਕ ਪੇਥੋਸ ਲੇਡਨ ਟੇਲ ਬਣ ਜਾਂਦੀ ਹੈ ਜਿਹਦੇ ਨਾਲ ਕਿ ਆਪਾਂ ਪਰਸਨਲੀ ਕਨੈਕਟ ਕਰ ਸਕਦੇ ਹਾਂ। ਸੋ ਇਹਦੀ ਸਿਗਨੀਫਿਕੈਂਸ ਹਮੇਸ਼ਾ ਹੀ ਰਹੂਗੀ। ਐਜ਼ ਅ ਸਟੂਡੈਂਟ ਆਫ ਲਿਟਰੇਚਰ, ਐਜ਼ ਅ ਸਟੂਡੈਂਟ ਆਫ ਹਿਸਟਰੀ, ਮੈਂ ਸਭ ਕੁਝ ਹੀ ਲਿਟਰੇਚਰ ਦੇ ਥਰੂ ਸਿੱਖਿਆ, ਪੜ੍ਹਿਆ ਹੈ, ਤੇ ਮੈਨੂੰ ਲੋਕਾਂ ਦੇ ਕਲਚਰ ਬਾਰੇ, ਉਹਨਾਂ ਦੇ ਪੋਲੀਟੀਕਲ ਸਿਚੁਏਸ਼ਨ ਬਾਰੇ, ਸਿਵਲ ਸਟ੍ਰਾਈਫ ਬਾਰੇ, ਕੋਈ ਇੰਟਰਨੈਸ਼ਨਲ ਵਾਰ ਬਾਰੇ, ਉਹ ਮੈਂ ਲਿਟਰੇਚਰ ਦੇ ਜ਼ਰੀਏ ਜੋ ਮੈਨੂੰ ਇਨਫੋਰਮੇਸ਼ਨ ਹੋਈ, ਉਹ ਹਿਸਟਰੀ ਜਾਂ ਫੈਕਟਸ, ਫਿਗਰਸ ਕੁਝ ਵੀ ਨਹੀਂ ਉਹ ਸਮਝਾ ਸਕਦਾ ਜੋ ਮੈਨੂੰ ਲਿਟਰੇਚਰ ਦੇ ਥਰੂ ਮੈਂ ਪੜ੍ਹਿਆ। ਸੋ ਮੇਰੀ ਕੋਸ਼ਿਸ਼ ਇਹੀ ਹੈ ਥਰੂ ਮਾਈ ਓਨ ਵਰਕਸ ਕਿ ਇੱਕ ਕੰਪਰੀਹੈਂਸਿਵ ਵਰਕ ਹੋਊਗਾ। ਜਿਹੜਾ ਇੱਕ ਕੰਪਰੀਹੈਂਸਿਵ ਵਰਕ ਹੁੰਦਾ ਉਹ ਨਾ ਕੇਵਲ ਇੱਕ ਸ਼ਾਨਦਾਰ ਕਹਾਣੀ ਹੁੰਦੀ ਹੈ ਜਾਂ ਬਹੁਤ ਇੰਗੇਜਿੰਗ ਇੰਟਰੀਗਿੰਗ ਕੈਰੈਕਟਰਸ ਹੁੰਦੇ ਨੇ, ਹਿਊਮਨ ਐਕਸਪੀਰੀਅੰਸ ਨੂੰ ਤਾਂ ਓਬਵੀਅਸਲੀ ਇੱਕ ਸਟੋਰੀ ਕੈਪਚਰ ਕਰਦੀ ਹੈ, ਬਟ ਉਸ ਤੋਂ ਬਿਯੋਂਡ ਜੋ ਕਲਚਰ ਹੈ, ਉਸ ਤੋਂ ਬਿਯੋਂਡ ਜੋ ਟੋਪੋਗ੍ਰਾਫੀ ਹੈ, ਜੋ ਜਿਓਗ੍ਰਾਫੀ ਹੈ, ਜੋ ਹਿਸਟਰੀ, ਐਟਮੋਸਫੀਅਰ ਹੈ, ਦੁਨੀਆ 'ਚ ਕੀ ਹੋ ਰਿਹਾ ਹੈ, ਦੇਸ਼ ਦੇ ਵਿੱਚ ਕੀ ਹੋ ਰਿਹਾ ਹੈ, ਉਹ ਤੁਹਾਡੇ ਆਸ-ਪਾਸ ਕੀ ਹੋ ਰਿਹਾ, ਸ਼ਹਿਰਾਂ 'ਚ ਕੀ ਹੋ ਰਿਹਾ, ਪਿੰਡਾਂ 'ਚ ਕੀ ਹੋ ਰਿਹਾ, ਸਾਰੀਆਂ ਚੀਜ਼ਾਂ ਡਿਪਿਕਟ ਕਰਦੀ ਹੈ। ਸੋ ਇੱਕ ਨਾਵਲ ਆਪਣੇ ਆਪ 'ਚ ਇੱਕ ਮੁਕੰਮਲ ਯੂਨੀਵਰਸ ਹੈ, ਇੱਕ ਪੈਰਲਲ ਯੂਨੀਵਰਸ, ਤੁਹਾਨੂੰ ਸਭ ਕੁਝ ਇਨਫੋਰਮੇਸ਼ਨ ਉਸ ਟਾਈਮ ਪੀਰੀਅਡ ਦੀ ਪ੍ਰੈਜ਼ੈਂਟ ਕਰਦਾ ਹੈ। ਲੋਕ ਕਿਵੇਂ ਉੱਠਦੇ ਬੈਠਦੇ ਸੀ, ਰਿਸ਼ਤੇ ਕਿਵੇਂ ਸੀ, ਬੱਚੇ ਕਿਵੇਂ ਪੇਸ਼ ਆਉਂਦੇ ਸੀ ਪੇਰੈਂਟਸ ਨਾਲ। ਤਾਂ ਤੁਸੀਂ ਲਿਟਰੇਚਰ ਨੂੰ ਲੈ ਕੇ ਜਾਂ ਬਹੁਤ ਸਾਰੇ ਇਹ ਵੀ ਚਰਚਾਵਾਂ ਚੱਲਦੀਆਂ ਨੇ, ਨਾਵਲ ਖਤਮ ਹੋ ਰਿਹਾ ਤੇ ਲਿਟਰੇਚਰ ਦਾ ਹੈ ਨਾ ਹੁਣ ਹਵਾਲਾ, ਤੁਹਾਨੂੰ ਤੁਸੀਂ ਆਸਵੰਦ ਹੋ ਕਿ ਇਹਨੇ ਫਲਰਿਸ਼ ਕਰਨਾ ਹੈ, ਅਦਬ ਨੇ ਜਾਂ ਇਹਦੀ ਨਾਵਲ ਦੀ ਵਿਧਾ ਨੇ ਜਾਂ ਅਦਬ ਨੇ, ਤੁਹਾਨੂੰ ਲੱਗਦਾ ਕਿ ਇਹਨੇ ਫਲਰਿਸ਼ ਹੀ ਕਰਨਾ ਅੱਗੇ ਫਿਊਚਰ 'ਚ? ਹਾਂਜੀ, ਟੋਟਲੀ ਜਿਹੜੀ ਸਟੋਰੀ ਟੈਲਿੰਗ ਹੈ ਇਹ ਫੰਡਾਮੈਂਟਲ ਹੈ ਟੂ ਆਰ ਲਾਈਵਸ। ਤੇ ਓਰਲ ਟ੍ਰੈਡੀਸ਼ਨ ਤੋਂ ਪਹਿਲਾਂ ਜਿਵੇਂ ਜਦੋਂ ਹਾਲੇ ਲਿੰਗੁਇਸਟਿਕ ਐਬਿਲਿਟੀਜ਼ ਇੰਨੀਆਂ ਨਹੀਂ ਡਿਵੈਲਪ ਹੋਈਆਂ ਸੀ, ਸਟੋਨ ਏਜ ਵੀ ਆਪਾਂ ਕਹਾਣੀਆਂ ਦੱਸਦੇ ਸੀ ਉੱਥੇ ਬਣਾ ਕੇ ਕੰਧਾਂ ਤੇ, ਦੀਵਾਰਾਂ ਤੇ, ਆਪਾਂ ਦੇਖਿਆ ਹੀ ਹੋਇਆ ਹੈ ਨਾ। ਸੋ ਸਟੋਰੀ ਟੈਲਿੰਗ ਲਾਈਫ ਹੈ। ਸਟੋਰੀ ਟੈਲਿੰਗ ਇੱਕ ਕੋਈ ਐਂਟਰਟੇਨਮੈਂਟ ਦਾ ਮੀਡੀਅਮ ਨਹੀਂ ਹੈ। ਸਟੋਰੀ ਟੈਲਿੰਗ ਇਜ਼ ਸਿਗਨੀਫਿਕੈਂਟ, ਇਜ਼ ਵੈਰੀ ਵਾਈਟਲ ਟੂ ਆਰ ਐਗਜ਼ਿਸਟੈਂਸ। ਜਿਵੇਂ ਹੁਣ ਜੇ ਪਹਿਲਾਂ ਬਹੁਤ ਸਭ ਤੋਂ ਓਰੀਜਨਲੀ ਸਟੋਰੀ ਦੇਖੀ ਹੈ ਆਪਾਂ, ਉਦੋਂ ਇਹ ਦੱਸਿਆ ਜਾਂਦਾ ਸੀ ਕਿ ਉਹ ਨਦੀ ਤੇ ਜਾਉਂਗੇ, ਉੱਥੇ ਕ੍ਰੋਕੋਡਾਈਲ ਹੈ, ਉਹ ਫਲਾਣਾ ਬੰਦਾ ਮਰ ਗਿਆ ਸੀ, ਹੁਣ ਦੇਖ ਲਓ। ਬਸ ਇੱਕ ਸਟੋਰੀ ਤਰੀਕੇ ਨਾਲ ਪੇਸ਼ ਕੀਤਾ ਜਾਂਦਾ ਸੀ। ਇਹ ਵੀ ਇੱਕ ਸਰਵਾਈਵਲ ਦੱਸਿਆ ਜਾਂਦਾ ਸੀ ਵੀ ਦੇਖੋ ਯੂ ਆਰ ਰਿਸਕਿੰਗ ਯੋਰਸੈਲਫ, ਉੱਥੇ ਜਾਓਗੇ ਤੁਸੀਂ, ਚਾਹੇ ਫਿਸ਼ਿੰਗ ਲਈ ਜਾ ਰਹੇ ਹੋ, ਫਾਰਮਿੰਗ ਲਈ ਜਾ ਰਹੇ ਹੋ, ਨਹਾਉਣ ਜਾ ਰਹੇ ਹੋ, ਕੁਝ ਵੀ ਕਰਨ ਜਾ ਰਹੇ ਹੋ, ਵੀ ਇਹ ਕਹਾਣੀ ਹੈ। ਸੋ ਉਹ ਵੀ ਇਹ these were vital survival skills। ਸੋ ਇਹ ਕਹਾਣੀਆਂ ਲਾਈਫ ਸਕਿੱਲਸ ਨੂੰ ਸਿਖਾਇਆ ਜਾਂਦਾ ਸੀ। ਇਹ ਕੋਈ ਮੇਅਰ ਐਂਟਰਟੇਨਮੈਂਟ ਤਾਂ ਨਹੀਂ ਸੀ, ਇੱਕ ਤੁਹਾਨੂੰ ਇੱਕ ਐਕਸਪੀਰੀਅੰਸ ਦਿੱਤਾ ਜਾਂਦਾ ਸੀ, ਐਕਸਪੀਰੀਅੰਸ ਤੁਹਾਨੂੰ ਪ੍ਰਿਪੇਅਰ ਕੀਤਾ ਜਾਂਦਾ ਸੀ ਫॉर ਲਾਈਫ ਕਿ ਤੁਸੀਂ ਸਕਸੈਸਫੁਲੀ ਜ਼ਿੰਦਗੀ। ਸੋ ਸਟੋਰੀ ਟੈਲਿੰਗ ਆਲਵੇਜ਼ ਸਿਗਨੀਫਿਕੈਂਟ ਰਹੂਗੀ ਜੀ, ਸਿਗਨੀਫਿਕੈਂਟ ਰਹੂਗੀ ਜੀ। ਥੈਂਕ ਯੂ ਸਮਿਰਤਾ ਜੀ ਆਪਣਾ ਸਮਾਂ ਦੇਣ ਲਈ। ਇਹ ਸਨ ਆਥਰ, ਟੀਚਰ, ਸਟੂਡੈਂਟ ਆਫ ਲਿਟਰੇਚਰ ਸਮਿਰਤਾ ਧੀਰ ਜੀ, ਜਿਨ੍ਹਾਂ ਨੇ ਸਾਡੇ ਨਾਲ ਗੱਲ ਕੀਤੀ ਆਪਣੀ ਕਿਤਾਬ ਦ ਸੌਂਗ ਆਫ ਡਿਸਟੈਂਟ ਬੁਲਬੁਲਸ। ਤਾਂ ਉਸ ਹਵਾਲੇ ਦੇ ਨਾਲ ਜੋ ਅਦਬ ਦਾ ਹਵਾਲਾ, ਜਿਸ ਤਰ੍ਹਾਂ ਇਹ ਸਿਮੀ ਦਾ ਕਰੈਕਟਰ ਹੈ ਇਸ ਦੇ ਵਿੱਚ, ਉਹ ਜਿੱਦਾਂ ਸਾਨੂੰ ਉਸ ਸਾਰੇ ਫੰਡਾਮੈਂਟਲ ਜਿਹੜੇ ਹਿਊਮਨ ਇਮੋਸ਼ਨ ਨੇ, ਜਿਹੜਾ ਪਿਆਰ ਦਾ ਸਭ ਤੋਂ ਫੰਡਾਮੈਂਟਲ ਇਮੋਸ਼ਨ ਆ, ਉਸ ਦੇ ਬਾਰੇ ਕਿਸ ਤਰ੍ਹਾਂ ਇਹਨਾਂ ਨੇ ਉਹ ਇੱਕ ਪੂਰੀ ਤਸ਼ਬੀਹ ਦਿੱਤੀ ਹੈ ਕਿ ਜਿਹੜੀ ਉਹ ਸਾਰਾ ਪੋਲੀਟੀਕਲ ਲੈਂਡਸਕੇਪ ਹੈ, ਉਸ ਦੇ ਵਿੱਚ ਉਹ ਜਿਹੜੀ ਕਹਾਣੀ ਹੈ, ਜਿਹੜੀ ਇੱਕ ਪਿਆਰ ਦੀ, ਇੱਕ ਸੈਪਰੇਸ਼ਨ ਦੀ, ਕਮਿਟਮੈਂਟ ਦੀ, ਉਹ ਸਾਰੇ ਦੇ ਉੱਪਰ ਉਹ ਹਾਵੀ ਹੁੰਦੀ ਹੈ ਜੋ ਵੀ ਪੋਲੀਟੀਕਲ ਸਟ੍ਰਾਈਫਸ ਚੱਲ ਰਹੀਆਂ ਨੇ। ਤਾਂ ਇਹੀ ਫੋਰਸ ਆਫ ਹਿਸਟਰੀ ਹੈ, ਇਹੀ ਫੋਰਸ ਆਫ ਲਿਟਰੇਚਰ ਹੈ। ਉਮੀਦ ਹੈ ਤੁਹਾਨੂੰ ਗੱਲਬਾਤ ਪਸੰਦ ਆਏਗੀ। ਕਮੈਂਟ ਬਾਕਸ ਦੇ ਵਿੱਚ ਆਪਣੀ ਰਾਏ ਜ਼ਰੂਰ ਰੱਖਿਓ। ਧੰਨਵਾਦ।